ਮੇਰੇ ਪਿਆਰੇ 140 ਕਰੋੜ ਪਰਿਵਾਰਜਨ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਹੁਣ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਵੀ ਅਸੀਂ ਸੰਸਾਰ 'ਚ ਨੰਬਰ 1 ਉੱਤੇ ਹਾਂ। ਇੰਨਾ ਵੱਡਾ ਵਿਸ਼ਾਲ ਦੇਸ਼, 140 ਕਰੋੜ ਦੇਸ਼ ਦੇ ਮੇਰੇ ਪਰਿਵਾਰਜਨ, ਮੇਰੇ ਭੈਣ ਭਰਾ ਅੱਜ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਨੇ। ਮੇਰੇ ਦੇਸ਼ ਦੇ ਕੋਟੀ ਕੋਟੀ ਲੋਕਾਂ ਨੂੰ, ਦੇਸ਼ ਤੇ ਦੁਨੀਆ 'ਚ ਭਾਰਤ ਨੂੰ ਪਿਆਰ ਕਰਨ ਵਾਲੇ, ਭਾਰਤ ਦਾ ਸਨਮਾਨ ਕਰਨ ਵਾਲੇ, ਭਾਰਤ ਦਾ ਗੌਰਵ ਕਰਨ ਵਾਲੇ ਕੋਟੀ ਕੋਟੀ ਲੋਕਾਂ ਨੂੰ ਆਜ਼ਾਦੀ ਦੇ ਇਸ ਮਹਾਨ ਪਵਿੱਤਰ ਦਿਹਾੜੇ ਦੀਆਂ ਅਨੇਕਾਂ ਅਨੇਕਾਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਮੇਰੇ ਪਿਆਰੇ ਪਰਿਵਾਰਜਨੋ, ਪੂਜਨੀਕ ਬਾਪੂ ਦੀ ਅਗਵਾਈ 'ਚ ਅਸਹਿਯੋਗ ਅੰਦੋਲਨ, ਸੱਤਿਆਗ੍ਰਹਿ ਮੂਵਮੈਂਟ ਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਅਣਗਿਣਤ ਵੀਰਾਂ ਦਾ ਬਲੀਦਾਨ, ਉਸ ਪੀੜ੍ਹੀ 'ਚ ਸ਼ਾਇਦ ਹੀ ਕੋਈ ਵਿਅਕਤੀ ਹੋਏਗਾ ਜਿਸ ਨੇ ਦੇਸ਼ ਦੀ ਆਜ਼ਾਦੀ 'ਚ ਆਪਣਾ ਯੋਗਦਾਨ ਨਾ ਦਿੱਤਾ ਹੋਏ। ਮੈਂ ਅੱਜ ਦੇਸ਼ ਦੀ ਆਜ਼ਾਦੀ ਦੀ ਜੰਗ 'ਚ ਜਿਨ੍ਹਾਂ ਜਿਨ੍ਹਾਂ ਨੇ ਯੋਗਦਾਨ ਦਿੱਤਾ ਹੈ, ਬਲੀਦਾਨ ਦਿੱਤੇ, ਤਿਆਗ ਕੀਤਾ, ਤਪੱਸਿਆ ਕੀਤੀ ਹੈ, ਉਹਨਾਂ ਸਭ ਨੂੰ ਆਦਰਪੂਰਵਕ ਨਮਨ ਕਰਦਾ, ਉਹਨਾਂ ਦਾ ਅਭਿਨੰਦਨ ਕਰਦਾ। ਅੱਜ 15 ਅਗਸਤ ਮਹਾਨ ਕ੍ਰਾਂਤੀਕਾਰੀ ਤੇ ਅਧਿਆਤਮ ਜੀਵਨ ਦੇ ਰੁਚੀ ਤੁल्य ਪ੍ਰਣੇਤਾ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ ਪੂਰੀ ਹੋ ਰਹੀ ਹੈ। ਇਸ ਸਾਲ ਸਵਾਮੀ ਦਇਆਨੰਦ ਸਰਸਵਤੀ ਦੇ 150ਵੀਂ ਜਯੰਤੀ ਦਾ ਵਰ੍ਹਾ ਹੈ। ਇਹ ਵਰ੍ਹਾ ਰਾਣੀ ਦੁਰਗਾਵਤੀ ਦੇ 500ਵੀਂ ਜਨਮ ਸ਼ਤੀ ਦਾ ਬਹੁਤ ਹੀ ਪਵਿੱਤਰ ਮੌਕਾ ਹੈ, ਜੋ ਪੂਰਾ ਦੇਸ਼ ਬੜੀ ਧੂਮ-ਧਾਮ ਨਾਲ ਮਨਾਉਣ ਵਾਲਾ ਹੈ। ਤੇ ਇਹ ਵਰ੍ਹਾ ਮੀਰਾਬਾਈ, ਭਗਤੀ ਯੁੱਗ ਦੀ ਸਿਰਮੌਰ ਮੀਰਾਬਾਈ ਦੇ 525ਵੇਂ ਵਰ੍ਹੇ ਦਾ ਵੀ ਇਹ ਪਵਿੱਤਰ ਦਿਹਾੜਾ ਹੈ। ਇਸ ਵਾਰ ਜੋ 26 ਜਨਵਰੀ ਅਸੀਂ ਮਨਾਵਾਂਗੇ, ਉਹ ਸਾਡੇ ਗਣਤੰਤਰ ਦਿਹਾੜੇ ਦੀ 75ਵੀਂ ਵਰ੍ਹੇਗੰਢ ਹੋਏਗੀ। ਅਨੇਕ ਤਰ੍ਹਾਂ ਨਾਲ, ਅਨੇਕਾਂ ਮੌਕੇ, ਅਨੇਕਾਂ ਸੰਭਾਵਨਾਵਾਂ ਰਾਸ਼ਟਰ ਨਿਰਮਾਣ 'ਚ ਜੁਟੇ ਰਹਿਣ ਲਈ ਪਲ ਪਲ ਨਵੀਂ ਪ੍ਰੇਰਣਾ, ਪਲ ਪਲ ਨਵੀਂ ਚੇਤਨਾ, ਪਲ ਪਲ ਸੁਪਨੇ, ਪਲ ਪਲ ਸੰਕਲਪ। ਸ਼ਾਇਦ ਇਸ ਤੋਂ ਵੱਡਾ ਕੋਈ ਮੌਕਾ ਨਹੀਂ ਹੋ ਸਕਦਾ। ਮੇਰੇ ਪਿਆਰੇ ਪਰਿਵਾਰਜਨੋ, ਇਸ ਵਾਰ ਕੁਦਰਤੀ ਆਫਤ ਨੇ ਦੇਸ਼ ਦੇ ਕਈ ਹਿੱਸਿਆਂ 'ਚ ਸੋਚ ਤੋਂ ਪਰੇ ਦੇ ਸੰਕਟ ਪੈਦਾ ਕੀਤੇ। ਜਿਨ੍ਹਾਂ ਪਰਿਵਾਰਾਂ ਨੇ ਇਸ ਔਖੀ ਘੜੀ 'ਚ ਸਹਿਣ ਕੀਤਾ ਹੈ, ਮੈਂ ਉਹਨਾਂ ਸਾਰੇ ਪਰਿਵਾਰਜਨਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਤੇ ਰਾਜ ਤੇ ਕੇਂਦਰ ਸਰਕਾਰ ਮਿਲ ਕੇ ਉਹਨਾਂ ਸਾਰੀਆਂ ਔਕੜਾਂ ਤੋਂ ਛੇਤੀ ਮੁਕਤ ਹੋ ਕੇ ਫਿਰ ਤੇਜ਼ ਰਫ਼ਤਾਰ ਨਾਲ ਅੱਗੇ ਵਧਣਗੀਆਂ, ਇਹ ਵਿਸ਼ਵਾਸ ਦਿਵਾਉਣਾ ਆ। ਮੇਰੇ ਪਿਆਰੇ ਪਰਿਵਾਰਜਨੋ, ਪਿਛਲੇ ਕੁਝ ਹਫ਼ਤੇ ਨਾਰਥ ਈਸਟ 'ਚ, ਖਾਸ ਕਰ ਮਣੀਪੁਰ 'ਚ ਤੇ ਹਿੰਦੁਸਤਾਨ ਦੇ ਹੋਰ ਦੂਸਰੇ ਹਿੱਸਿਆਂ 'ਚ ਵੀ, ਪਰ ਖਾਸ ਕਰ ਮਣੀਪੁਰ 'ਚ ਜੋ ਹਿੰਸਾ ਦਾ ਦੌਰ ਚੱਲਿਆ, ਕਈ ਲੋਕਾਂ ਨੂੰ ਆਪਣਾ ਜੀਵਨ ਗਵਾਉਣਾ ਪਿਆ। ਮਾਵਾਂ ਬੇਟੀਆਂ ਦੇ ਸਨਮਾਨ ਦੇ ਨਾਲ ਖਿਲਵਾੜ ਹੋਇਆ। ਪਰ ਕੁਝ ਦਿਨਾਂ ਤੋਂ ਲਗਾਤਾਰ ਸ਼ਾਂਤੀ ਦੀਆਂ ਖਬਰਾਂ ਵੀ ਆ ਰਹੀਆਂ ਨੇ। ਦੇਸ਼ ਮਣੀਪੁਰ ਦੇ ਲੋਕਾਂ ਦੇ ਨਾਲ ਹੈ। ਦੇਸ਼ ਮਣੀਪੁਰ ਦੇ ਲੋਕਾਂ ਨੂੰ, ਜਿਨ੍ਹਾਂ ਪਿਛਲੇ ਕੁਝ ਦਿਨਾਂ ਤੋਂ ਜੋ ਸ਼ਾਂਤੀ ਬਣਾਈ ਰੱਖੀ ਹੈ, ਉਹ ਸ਼ਾਂਤੀ ਦੇ ਦਿਹਾੜੇ ਨੂੰ ਅੱਗੇ ਵਧਾਉਣ ਤੇ ਸ਼ਾਂਤੀ ਨਾਲ ਹੀ ਹੱਲ ਦਾ ਰਸਤਾ ਨਿਕਲੇਗਾ। ਤੇ ਰਾਜ ਤੇ ਕੇਂਦਰ ਸਰਕਾਰ ਮਿਲ ਕੇ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਭਰਪੂਰ ਕੋਸ਼ਿਸ਼ ਕਰ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ। ਮੇਰੇ ਪਿਆਰੇ ਪਰਿਵਾਰਜਨੋ, ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਇਤਿਹਾਸ 'ਚ ਕੁਝ ਪਲ ਅਜਿਹੇ ਆਉਂਦੇ ਨੇ ਜੋ ਆਪਣੀ ਅਮਿੱਟ ਛਾਪ ਛੱਡ ਕੇ ਜਾਂਦੇ ਨੇ ਤੇ ਉਸ ਦਾ ਪ੍ਰਭਾਵ ਸਦੀਆਂ ਤੱਕ ਰਹਿੰਦਾ ਹੈ। ਤੇ ਕਦੇ-ਕਦੇ ਸ਼ੁਰੂਆਤ 'ਚ ਉਹ ਬਹੁਤ ਛੋਟਾ ਲੱਗਦਾ ਹੈ, ਛੋਟੀ ਜਿਹੀ ਘਟਨਾ ਲੱਗਦੀ ਹੈ, ਪਰ ਉਹ ਅਨੇਕਾਂ ਸਮੱਸਿਆਵਾਂ ਦੀ ਜੜ ਬਣ ਜਾਂਦੀ ਹੈ। ਸਾਨੂੰ ਯਾਦ ਹੈ, 1200 ਸਾਲ ਪਹਿਲਾਂ ਇਸ ਦੇਸ਼ ਉੱਤੇ ਹਮਲਾ ਹੋਇਆ। ਇੱਕ ਛੋਟੇ ਜਿਹੇ ਰਾਜ ਦੇ ਰਾਜਾ ਦੀ ਹਾਰ ਹੋਈ, ਪਰ ਉਦੋਂ ਪਤਾ ਤੱਕ ਨਹੀਂ ਸੀ ਕਿ ਇੱਕ ਘਟਨਾ
ਭਾਰਤ ਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ 'ਚ ਫਸਾ ਦੇਵੇਗੀ ਤੇ ਅਸੀਂ ਗੁਲਾਮੀ 'ਚ ਜਕੜਦੇ ਗਏ, ਜਕੜਦੇ ਗਏ, ਜਕੜਦੇ ਗਏ। ਜੋ ਆਇਆ ਲੁੱਟਦਾ ਗਿਆ, ਜਿਸ ਦਾ ਮਨ ਕੀਤਾ ਸਾਡੇ ਤੇ ਆ ਕੇ ਸਵਾਰ ਹੋ ਗਿਆ। ਕੈਸਾ ਡਰਾਉਣਾ ਕਾਲ ਰਿਹਾ ਹੋਏਗਾ ਉਹ ਹਜ਼ਾਰਾਂ ਵਰ੍ਹਿਆਂ ਦਾ। ਮੇਰੇ ਪਿਆਰੇ ਪਰਿਵਾਰਜਨੋਂ, ਘਟਨਾ ਛੋਟੀ ਕਿਉਂ ਨਾ ਹੋਏ, ਪਰ ਹਜ਼ਾਰਾਂ ਸਾਲਾਂ ਤੱਕ ਅਸਰ ਛੱਡ ਕੇ ਰਹਿੰਦੀ ਹੈ। ਅੱਜ ਮੈਂ ਇਸ ਗੱਲ ਦਾ ਜ਼ਿਕਰ ਇਸ ਲਈ ਕਰਨਾ ਚਾਹੁੰਦਾ ਕਿ ਭਾਰਤ ਦੇ ਵੀਰਾਂ ਨੇ ਉਸ ਕਾਲ ਖੰਡ 'ਚ ਧਰਤੀ ਦਾ ਕੋਈ ਹਿੱਸਾ ਐਸਾ ਨਹੀਂ ਸੀ, ਕੋਈ ਸਮਾਂ ਐਸਾ ਨਹੀਂ ਸੀ ਜਿੱਥੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਲੌ ਨੂੰ ਬਲਦਾ ਨਾ ਰੱਖਿਆ ਹੋਏ, ਸ਼ਹਾਦਤ ਦੀ ਪਰੰਪਰਾ ਨਾ ਨਿਭਾਈ ਹੋਏ। ਮਾਂ ਭਾਰਤੀ ਜ਼ੰਜੀਰਾਂ ਤੋਂ ਮੁਕਤ ਹੋਣ ਲਈ ਉੱਠ ਖੜੀ ਹੋਈ ਸੀ, ਜ਼ੰਜੀਰਾਂ ਨੂੰ ਝੰਜੋੜ ਰਹੀ ਸੀ ਤੇ ਦੇਸ਼ ਦੀ ਨਾਰੀ ਸ਼ਕਤੀ, ਦੇਸ਼ ਦੀ ਯੁਵਾ ਸ਼ਕਤੀ, ਦੇਸ਼ ਦੇ ਕਿਸਾਨ, ਦੇਸ਼ ਦੇ ਪਿੰਡਾਂ ਦੇ ਲੋਕ, ਮਜ਼ਦੂਰ, ਕੋਈ ਹਿੰਦੁਸਤਾਨੀ ਐਸਾ ਨਹੀਂ ਸੀ ਜੋ ਆਜ਼ਾਦੀ ਦੇ ਸੁਪਨੇ ਨੂੰ ਲੈ ਕੇ ਜਿਉਂਦਾ ਨਾ ਹੋਵੇ। ਆਜ਼ਾਦੀ ਨੂੰ ਹਾਸਿਲ ਕਰਨ ਲਈ ਮਰ ਮਿਟਣ ਲਈ ਤਿਆਰ ਹੋਣ ਵਾਲਿਆਂ ਦੀ ਇੱਕ ਵੱਡੀ ਫੌਜ ਤਿਆਰ ਹੋ ਗਈ ਸੀ। ਜੇਲ੍ਹਾਂ 'ਚ ਜਵਾਨੀ ਖਪਾਉਣ ਵਾਲੇ ਅਨੇਕਾਂ ਮਹਾਂਪੁਰਸ਼ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ 'ਚ ਲੱਗੇ ਹੋਏ ਸਨ। ਮੇਰੇ ਪਿਆਰੇ ਪਰਿਵਾਰਜਨੋਂ, ਜਨ ਚੇਤਨਾ ਦਾ ਉਹ ਵਿਆਪਕ ਰੂਪ, ਤਿਆਗ ਤੇ ਤਪੱਸਿਆ ਦਾ ਉਹ ਵਿਆਪਕ ਰੂਪ, ਜਨ ਜਨ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਜਗਾਉਣ ਵਾਲਾ ਉਹ ਪਲ, ਆਖਿਰਕਾਰ 1947 'ਚ ਦੇਸ਼ ਆਜ਼ਾਦ ਹੋਇਆ। ਹਜ਼ਾਰਾਂ ਸਾਲਾਂ ਦੀ ਗੁਲਾਮੀ 'ਚ ਸੰਜੋਏ ਹੋਏ ਸੁਪਨੇ ਦੇਸ਼ ਵਾਸੀਆਂ ਨੇ ਪੂਰੇ ਹੁੰਦੇ ਹੋਏ ਵੇਖੇ। ਸਾਥੀਓ, ਮੈਂ ਹਜ਼ਾਰਾਂ ਸਾਲਾਂ ਪਹਿਲਾਂ ਦੀ ਗੱਲ ਇਸ ਲਈ ਕਰ ਰਿਹਾ, ਮੈਂ ਵੇਖ ਰਿਹਾ ਫਿਰ ਇੱਕ ਵਾਰ ਦੇਸ਼ ਦੇ ਸਾਹਮਣੇ ਇੱਕ ਮੌਕਾ ਆਇਆ ਹੈ। ਇੱਕ ਐਸੇ ਕਾਲ ਖੰਡ 'ਚ ਅਸੀਂ ਜੀ ਰਹੇ ਹਾਂ, ਅਜਿਹੇ ਕਾਲ ਖੰਡ 'ਚ ਅਸੀਂ ਦਾਖਲ ਹੋਏ ਹਾਂ ਤੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਭਾਰਤ ਦੇ ਅਜਿਹੇ ਅੰਮ੍ਰਿਤ ਕਾਲ 'ਚ, ਇਹ ਅੰਮ੍ਰਿਤ ਕਾਲ ਦਾ ਪਹਿਲਾ ਵਰ੍ਹਾ ਹੈ। ਜਾਂ ਤਾਂ ਅਸੀਂ ਜਵਾਨੀ 'ਚ ਜੀ ਰਹੇ ਹਾਂ, ਜਾਂ ਅਸੀਂ ਮਾਂ ਭਾਰਤੀ ਦੀ ਗੋਦ 'ਚ ਜਨਮ ਲੈ ਚੁੱਕੇ ਹਾਂ ਤੇ ਇਹ ਕਾਲ ਖੰਡ, ਮੇਰੇ ਸ਼ਬਦ ਲਿਖ ਕੇ ਰੱਖਣਾ ਮੇਰੇ ਪਿਆਰੇ ਪਰਿਵਾਰਜਨੋਂ, ਇਸ ਕਾਲ ਖੰਡ 'ਚ ਜੋ ਅਸੀਂ ਕਰਾਂਗੇ, ਜੋ ਕਦਮ ਚੁੱਕਾਂਗੇ, ਜਿੰਨਾ ਤਿਆਗ ਕਰਾਂਗੇ, ਤਪੱਸਿਆ ਕਰਾਂਗੇ, ਸਰਵ ਜਨ ਹਿਤਾਏ, ਸਰਵ ਜਨ ਸੁਖਾਏ, ਇੱਕ ਤੋਂ ਬਾਅਦ ਇੱਕ ਫੈਸਲੇ ਲਵਾਂਗੇ। ਆਉਣ ਵਾਲੇ 1000 ਸਾਲ ਦਾ ਦੇਸ਼ ਦਾ ਸੁਨਹਿਰਾ ਇਤਿਹਾਸ ਉਸ 'ਚੋਂ ਫੁੱਟਣ ਵਾਲਾ ਹੈ। ਇਸ ਕਾਲ ਖੰਡ 'ਚ ਹੋਣ ਵਾਲੀਆਂ ਘਟਨਾਵਾਂ ਆਉਣ ਵਾਲੇ 1000 ਸਾਲ ਲਈ ਅਸਰ ਪੈਦਾ ਕਰਨ ਵਾਲੀਆਂ ਨੇ। ਗੁਲਾਮੀ ਦੀ ਮਾਨਸਿਕਤਾ 'ਚੋਂ ਬਾਹਰ ਨਿਕਲਿਆ ਹੋਇਆ ਦੇਸ਼ 5 ਵਚਨਾਂ ਨੂੰ ਸਮਰਪਿਤ ਹੋ ਕੇ ਇੱਕ ਨਵੇਂ ਆਤਮ ਵਿਸ਼ਵਾਸ ਦੇ ਨਾਲ ਅੱਜ ਅੱਗੇ ਵਧ ਰਿਹਾ ਹੈ। ਨਵੇਂ ਸੰਕਲਪਾਂ ਨੂੰ ਪੂਰਾ ਕਰਨ ਲਈ ਉਹ ਜੀ ਜਾਨ ਨਾਲ ਜੁਟ ਰਿਹਾ ਹੈ। ਮੇਰੀ ਭਾਰਤ ਮਾਂ, ਜੋ ਕਦੇ ਊਰਜਾ ਦੀ ਸ਼ਕਤੀ ਸੀ ਪਰ ਰਾਖ ਦੇ ਢੇਰ ਹੇਠ ਦੱਬੀ ਪਈ ਸੀ, ਉਹ ਭਾਰਤ ਮਾਂ 140 ਕਰੋੜ ਦੇਸ਼ ਵਾਸੀਆਂ ਦੇ ਸਾਹਸ ਨਾਲ, ਉਹਨਾਂ ਦੀ ਚੇਤਨਾ ਨਾਲ, ਉਹਨਾਂ ਦੀ ਊਰਜਾ ਨਾਲ ਇੱਕ ਵਾਰ ਫੇਰ ਜਾਗਰਿਤ ਹੋ ਚੁੱਕੀ ਹੈ। ਮਾਂ ਭਾਰਤੀ ਜਾਗਰਿਤ ਹੋ ਚੁੱਕੀ ਹੈ ਤੇ ਮੈਂ ਸਾਫ਼ ਵੇਖ ਰਿਹਾ ਹਾਂ ਦੋਸਤੋ, ਇਹੀ ਕਾਲ ਖੰਡ ਹੈ। ਪਿਛਲੇ 9-10 ਸਾਲ ਅਸੀਂ ਮਹਿਸੂਸ ਕੀਤਾ ਹੈ, ਵਿਸ਼ਵ ਭਰ 'ਚ ਭਾਰਤ ਦੀ ਚੇਤਨਾ ਦੇ ਪ੍ਰਤੀ, ਭਾਰਤ ਦੀ ਸਮਰੱਥਾ ਦੇ ਪ੍ਰਤੀ ਇੱਕ ਨਵਾਂ ਆਕਰਸ਼ਣ, ਇੱਕ ਨਵਾਂ ਵਿਸ਼ਵਾਸ, ਨਵੀਂ ਆਸ ਪੈਦਾ ਹੋਈ ਹੈ ਤੇ ਇਹ ਪ੍ਰਕਾਸ਼ ਪੁੰਜ ਜੋ ਭਾਰਤ ਤੋਂ ਉੱਠਿਆ ਹੈ, ਵਿਸ਼ਵ ਨੂੰ ਉਸ 'ਚ ਆਪਣੇ ਲਈ ਲੌ ਨਜ਼ਰ ਆ ਰਹੀ ਹੈ। ਦੁਨੀਆ 'ਚ ਇੱਕ ਨਵਾਂ ਵਿਸ਼ਵਾਸ ਪੈਦਾ ਹੋ ਰਿਹਾ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਕੁਝ ਐਸੀਆਂ ਚੀਜ਼ਾਂ ਸਾਡੇ ਕੋਲ ਨੇ ਜੋ ਸਾਡੇ ਪੂਰਵਜਾਂ ਨੇ ਸਾਨੂੰ ਵਿਰਾਸਤ 'ਚ ਦਿੱਤੀਆਂ ਨੇ ਤੇ ਵਰਤਮਾਨ ਕਾਲ ਖੰਡ ਨੇ ਘੜੀਆਂ ਨੇ। ਅੱਜ ਸਾਡੇ ਕੋਲ ਡੈਮੋਗ੍ਰਾਫੀ ਹੈ, ਅੱਜ ਸਾਡੇ ਕੋਲ ਡੈਮੋਕ੍ਰੇਸੀ ਹੈ, ਅੱਜ ਸਾਡੇ ਕੋਲ ਡਾਈਵਰਸਿਟੀ ਹੈ। ਡੈਮੋਗ੍ਰਾਫੀ, ਡੈਮੋਕ੍ਰੇਸੀ ਤੇ ਡਾਈਵਰਸਿਟੀ ਦੀ ਇਹ ਤ੍ਰਿਵੇਣੀ ਭਾਰਤ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਦੀ
ਤਾਕਤ ਰੱਖਦੀ ਹੈ। ਅੱਜ ਪੂਰੇ ਵਿਸ਼ਵ 'ਚ ਜਿੱਥੇ ਮਹਾਂਦੇਸ਼ਾਂ ਦੀ ਉਮਰ ਢਲ ਰਹੀ ਹੈ, ਢਲਾਵ 'ਤੇ ਹੈ, ਉੱਥੇ ਦੂਜੇ ਪਾਸੇ ਭਾਰਤ ਜਵਾਨੀ ਵੱਲ ਊਰਜਾਵਾਨ ਹੋ ਕੇ ਵਧ ਰਿਹਾ ਹੈ। ਕਿੰਨੇ ਵੱਡੇ ਮਾਣ ਦਾ ਕਾਲ ਖੰਡ ਹੈ ਕਿ 30 ਸਾਲ ਤੋਂ ਘੱਟ ਉਮਰ ਦੀ ਜਨਸੰਖਿਆ ਦੁਨੀਆ 'ਚ ਸਭ ਤੋਂ ਵੱਧ ਕਿਤੇ ਹੈ ਤਾਂ ਇਹ ਮੇਰੀ ਭਾਰਤ ਮਾਂ ਦੀ ਗੋਦ 'ਚ ਹੈ, ਇਹ ਮੇਰੇ ਦੇਸ਼ 'ਚ ਹੈ। ਅਤੇ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਮੇਰੇ ਦੇਸ਼ ਕੋਲ ਹੋਣ, ਲੱਖਾਂ ਲੱਖਾਂ ਬਾਹਾਂ ਹੋਣ, ਲੱਖਾਂ ਦਿਮਾਗ ਹੋਣ, ਲੱਖਾਂ ਸੁਪਨੇ ਅਤੇ ਲੱਖਾਂ ਸੰਕਲਪ ਹੋਣ ਤਾਂ ਭਰਾਓ ਅਤੇ ਭੈਣੋ, ਮੇਰੇ ਪਿਆਰੇ ਪਰਿਵਾਰਜਨੋ, ਅਸੀਂ ਮਨ ਚਾਹੇ ਨਤੀਜੇ ਹਾਸਿਲ ਕਰਕੇ ਵਿਖਾ ਸਕਦੇ ਹਾਂ। ਮੇਰੇ ਪਿਆਰੇ ਪਰਿਵਾਰਜਨੋ, ਦੇਸ਼ ਦੀ ਕਿਸਮਤ ਇਸ ਤਰ੍ਹਾਂ ਦੀਆਂ ਘਟਨਾਵਾਂ ਬਦਲ ਦਿੰਦੀਆਂ ਨੇ। ਇਹ ਸਮਰੱਥਾ ਦੇਸ਼ ਦੇ ਭਾਗ ਨੂੰ ਬਦਲ ਦਿੰਦੀ ਹੈ। ਭਾਰਤ 1000 ਸਾਲ ਦੀ ਗੁਲਾਮੀ ਅਤੇ ਆਉਣ ਵਾਲੇ 1000 ਸਾਲ ਦੇ ਸ਼ਾਨਦਾਰ ਭਾਰਤ ਦੇ ਦਰਮਿਆਨੇ ਪੜਾਅ ਉੱਤੇ ਅਸੀਂ ਖੜ੍ਹੇ ਹਾਂ। ਇੱਕ ਅਜਿਹੀ ਸੰਧੀ 'ਤੇ ਖੜ੍ਹੇ ਹਾਂ ਅਤੇ ਇਸ ਲਈ ਹੁਣ ਨਾ ਅਸੀਂ ਰੁਕਣਾ ਹੈ, ਨਾ ਕਸ਼ਮਕਸ਼ ਵਿੱਚ ਜਿਉਣਾ ਹੈ। ਮੇਰੇ ਪਿਆਰੇ ਪਰਿਵਾਰਜਨੋ, ਸਾਨੂੰ ਗੁੰਮ ਹੋਈ ਉਸ ਵਿਰਾਸਤ ਦਾ ਗਰਵ ਕਰਦੇ ਹੋਏ ਗੁਆਚ ਚੁੱਕੀ ਖੁਸ਼ਹਾਲੀ ਨੂੰ ਹਾਸਿਲ ਕਰਦਿਆਂ ਹੋਇਆਂ ਫਿਰ ਇੱਕ ਵਾਰ ਅਤੇ ਇੱਕ ਗੱਲ ਮੰਨ ਕੇ ਚੱਲੀਏ ਕਿ ਅਸੀਂ ਜੋ ਵੀ ਕਰਾਂਗੇ, ਅਸੀਂ ਜੋ ਵੀ ਕਦਮ ਚੁੱਕਾਂਗੇ, ਅਸੀਂ ਜੋ ਵੀ ਫੈਸਲਾ ਲਵਾਂਗੇ, ਉਹ ਅਗਲੇ 1000 ਸਾਲ ਤੱਕ ਆਪਣੀ ਦਿਸ਼ਾ ਨਿਰਧਾਰਿਤ ਕਰਨ ਵਾਲਾ ਹੈ, ਭਾਰਤ ਦੀ ਕਿਸਮਤ ਲਿਖਣ ਵਾਲਾ ਹੈ। ਮੈਂ ਅੱਜ ਮੇਰੇ ਦੇਸ਼ ਦੇ ਨੌਜਵਾਨਾਂ ਨੂੰ, ਮੇਰੇ ਦੇਸ਼ ਦੇ ਬੇਟੇ ਬੇਟੀਆਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ, ਜੋ ਖੁਸ਼ਕਿਸਮਤੀ ਅੱਜ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਮਿਲੀ ਹੈ, ਐਸੀ ਕਿਸਮਤ ਸ਼ਾਇਦ ਹੀ ਕਿਸੇ ਨੂੰ ਨਸੀਬ ਹੁੰਦੀ ਹੈ ਜੋ ਤੁਹਾਨੂੰ ਮਿਲੀ ਹੈ। ਅਤੇ ਇਸ ਲਈ ਸਾਨੂੰ ਇਸ ਨੂੰ ਗਵਾਉਣਾ ਨਹੀਂ ਹੈ। ਯੁਵਾ ਸ਼ਕਤੀ ਉੱਤੇ ਮੇਰਾ ਭਰੋਸਾ ਹੈ। ਯੁਵਾ ਸ਼ਕਤੀ 'ਚ ਤਾਕਤ ਹੈ ਅਤੇ ਸਾਡੀਆਂ ਨੀਤੀਆਂ, ਸਾਡੀਆਂ ਰੀਤੀਆਂ ਵੀ ਉਸ ਯੁਵਾ ਸ਼ਕਤੀ ਨੂੰ ਮਜ਼ਬੂਤੀ ਦੇਣ ਲਈ ਨੇ। ਅੱਜ ਮੇਰੇ ਨੌਜਵਾਨਾਂ ਨੇ ਦੁਨੀਆ 'ਚ ਪਹਿਲੇ 3 ਸਟਾਰਟਅਪ ਈਕੋਸਿਸਟਮ 'ਚ ਭਾਰਤ ਨੂੰ ਸਥਾਨ ਦਿਵਾ ਦਿੱਤਾ। ਵਿਸ਼ਵ ਦੇ ਯੁਵਾਵਾਂ ਨੂੰ ਹੈਰਾਨੀ ਹੋ ਰਹੀ ਹੈ ਭਾਰਤ ਦੀ ਸਮਰੱਥਾ ਨੂੰ ਲੈ ਕੇ, ਭਾਰਤ ਦੀ ਤਾਕਤ ਨੂੰ ਦੇਖ ਕੇ। ਅੱਜ ਦੁਨੀਆ ਟੈਕਨੋਲੋਜੀ ਡਰਿਵਨ ਹੈ ਅਤੇ ਆਉਣ ਵਾਲਾ ਯੁੱਗ ਟੈਕਨੋਲੋਜੀ ਤੋਂ ਪ੍ਰਭਾਵਿਤ ਰਹਿਣ ਵਾਲਾ ਹੈ ਅਤੇ ਉਦੋਂ ਭਾਰਤ 'ਚ ਟੈਕਨੋਲੋਜੀ 'ਚ ਭਾਰਤ ਦਾ ਜੋ ਟੈਲੈਂਟ ਹੈ, ਉਸ ਦੀ ਇੱਕ ਨਵੀਂ ਭੂਮਿਕਾ ਰਹਿਣ ਵਾਲੀ ਹੈ। ਸਾਥੀਓ, ਮੈਂ ਪਿਛਲੇ ਦਿਨੀਂ G20 ਸਮਿਟ 'ਚ ਬਾਲੀ ਗਿਆ ਅਤੇ ਬਾਲੀ 'ਚ ਦੁਨੀਆ ਦੇ ਖੁਸ਼ਹਾਲ ਦੇਸ਼, ਦੁਨੀਆ ਦੇ ਵਿਕਸਿਤ ਦੇਸ਼ ਵੀ, ਉਹਨਾਂ ਦੇ ਮੁਖੀ ਮੇਰੇ ਕੋਲੋਂ ਭਾਰਤ ਦੀ ਡਿਜੀਟਲ ਇੰਡੀਆ ਦੀ ਸਫਲਤਾ ਲਈ ਬਾਰੀਕੀ ਨਾਲ ਜਾਣਨ ਦੇ ਚਾਹਵਾਨ ਸਨ। ਹਰ ਕੋਈ ਇਸ ਉੱਤੇ ਸਵਾਲ ਪੁੱਛ ਰਿਹਾ ਸੀ ਅਤੇ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਭਾਰਤ ਨੇ ਜੋ ਕਮਾਲ ਕੀਤਾ ਹੈ ਨਾ, ਉਹ ਦਿੱਲੀ, ਮੁੰਬਈ, ਚੇਨਈ ਤੱਕ ਹੀ ਸੀਮਿਤ ਨਹੀਂ ਹੈ। ਭਾਰਤ ਜੋ ਕਮਾਲ ਕਰ ਰਿਹਾ, ਮੇਰੇ ਟੀਅਰ 2, ਟੀਅਰ 3 ਸਿਟੀ ਦੇ ਯੁਵਾ ਵੀ ਅੱਜ ਮੇਰੇ ਦੇਸ਼ ਦੀ ਕਿਸਮਤ ਚਮਕਾ ਰਹੇ ਨੇ। ਛੋਟੀ ਛੋਟੀ ਥਾਂ ਦੇ ਮੇਰੇ ਨੌਜਵਾਨ, ਅਤੇ ਮੈਂ ਅੱਜ ਬੜੇ ਵਿਸ਼ਵਾਸ ਨਾਲ ਕਹਿੰਦਾ, ਦੇਸ਼ ਦੀ ਇਹ ਜੋ ਨਵੀਂ ਸਮਰੱਥਾ ਨਜ਼ਰ ਆ ਰਹੀ ਹੈ ਅਤੇ ਇਸ ਲਈ ਮੈਂ ਕਹਿੰਦਾ, ਸਾਡੇ ਛੋਟੇ ਸ਼ਹਿਰ ਆਕਾਰ ਅਤੇ ਆਬਾਦੀ 'ਚ ਛੋਟੇ ਹੋ ਸਕਦੇ ਨੇ। ਇਹ ਸਾਡੇ ਛੋਟੇ ਛੋਟੇ ਸ਼ਹਿਰ, ਸਾਡੇ ਕਸਬੇ ਆਕਾਰ ਅਤੇ ਆਬਾਦੀ 'ਚ ਛੋਟੇ ਹੋ ਸਕਦੇ ਨੇ, ਪਰ ਆਸ਼ਾ ਅਤੇ ਆਕਾਂਕਸ਼ਾ, ਕੋਸ਼ਿਸ਼ ਅਤੇ ਪ੍ਰਭਾਵ ਉਹ ਕਿਸੇ ਤੋਂ ਘੱਟ ਨਹੀਂ ਹੈ। ਉਹ ਸਮਰੱਥਾ, ਉਹ ਤਾਕਤ ਉਹਨਾਂ ਅੰਦਰ ਹੈ। ਨਵੇਂ ਐਪ, ਨਵੇਂ ਸੋਲਿਊਸ਼ਨਸ, ਟੈਕਨੋਲੋਜੀ ਡਿਵਾਈਸ ਅਤੇ ਖੇਡਾਂ ਦੀ ਦੁਨੀਆ ਵੇਖੋ। ਕੌਣ ਬੱਚੇ ਨੇ? ਝੁੱਗੀ ਝੌਂਪੜੀ 'ਚੋਂ ਨਿਕਲੇ ਹੋਏ ਬੱਚੇ ਅੱਜ ਖੇਡਾਂ ਦੀ ਦੁਨੀਆ 'ਚ ਪਰਾਕਰਮ ਦਿਖਾ। ਝੁੱਗੀ ਝੌਂਪੜੀ 'ਚੋਂ ਨਿਕਲੇ ਹੋਏ ਬੱਚੇ ਅੱਜ ਖੇਡਾਂ ਦੀ ਦੁਨੀਆ 'ਚ ਪਰਾਕਰਮ ਦਿਖਾ ਰਹੇ ਨੇ। ਛੋਟੇ ਛੋਟੇ ਪਿੰਡ ਦੇ, ਛੋਟੇ ਛੋਟੇ ਕਸਬੇ ਦੇ ਨੌਜਵਾਨ, ਸਾਡੇ ਬੇਟੇ ਬੇਟੀਆਂ ਅੱਜ ਕਮਾਲ ਦਿਖਾ ਰਹੇ ਨੇ। ਤੁਸੀਂ ਵੇਖੋ,
ਸਾਡੇ ਦੇਸ਼ ਦੇ ਕਈ ਸਕੂਲ ਐਸੇ ਨੇ ਜਿੱਥੋਂ ਦੇ ਬੱਚੇ ਸੈਟੇਲਾਈਟ ਬਣਾ ਕੇ ਸੈਟੇਲਾਈਟ ਛੱਡਣ ਦੀਆਂ ਤਿਆਰੀਆਂ ਕਰ ਰਹੇ ਨੇ। ਅੱਜ ਹਜ਼ਾਰਾਂ ਟਿੰਕਰਿੰਗ ਲੈਬ ਨਵੇਂ ਵਿਗਿਆਨੀਆਂ ਦਾ ਗਰਭਾਧਾਨ ਕਰ ਰਹੀ ਹੈ। ਅੱਜ ਹਜ਼ਾਰਾਂ ਟਿੰਕਰਿੰਗ ਲੈਬ ਲੱਖਾਂ ਬੱਚਿਆਂ ਨੂੰ ਸਾਇੰਸ ਐਂਡ ਟੈਕਨੋਲੋਜੀ ਦੀ ਰਾਹ ਉੱਤੇ ਅੱਗੇ ਵਧਣ ਦੀ ਪ੍ਰੇਰਨਾ ਦੇ ਰਹੀਆਂ ਨੇ। ਮੈਂ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ, ਮੌਕਿਆਂ ਦੀ ਕਮੀ ਨਹੀਂ ਹੈ। ਤੁਸੀਂ ਜਿੰਨੇ ਮੌਕੇ ਚਾਹੋਗੇ, ਇਹ ਦੇਸ਼ ਅਸਮਾਨ ਤੋਂ ਵੀ ਜ਼ਿਆਦਾ ਮੌਕੇ ਤੁਹਾਨੂੰ ਦੇਣ ਦੀ ਸਮਰੱਥਾ ਰੱਖਦਾ ਹੈ। ਮੈਂ ਅੱਜ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਮੇਰੇ ਦੇਸ਼ ਦੀਆਂ ਮਾਤਾਵਾਂ, ਭੈਣਾਂ, ਮੇਰੇ ਦੇਸ਼ ਦੀਆਂ ਬੇਟੀਆਂ ਨੂੰ ਦਿਲੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਦੇਸ਼ ਅੱਜ ਜਿੱਥੇ ਪਹੁੰਚਿਆ ਹੈ, ਹੁਣ ਵਿਸ਼ੇਸ਼ ਸ਼ਕਤੀ ਜੁੜ ਰਹੀ ਹੈ ਮੇਰੀਆਂ ਮਾਤਾਵਾਂ, ਭੈਣਾਂ ਦੀ ਸ਼ਕਤੀ ਕਰਕੇ। ਅੱਜ ਦੇਸ਼ ਤਰੱਕੀ ਦੀ ਰਾਹ 'ਤੇ ਤੁਰ ਪਿਆ ਹੈ ਤਾਂ ਮੈਂ ਮੇਰੇ ਕਿਸਾਨ ਭਰਾਵਾਂ ਦਾ ਵੀ ਅਭਿਨੰਦਨ ਕਰਨਾ ਚਾਹੁੰਦਾ। ਇਹ ਤੁਹਾਡਾ ਹੀ ਸਾਹਸ ਹੈ, ਇਹ ਤੁਹਾਡੀ ਹੀ ਮਿਹਨਤ ਹੈ ਕਿ ਦੇਸ਼ ਅੱਜ ਖੇਤੀ ਦੇ ਖੇਤਰ 'ਚ ਅੱਗੇ ਵਧ ਰਿਹਾ ਹੈ। ਮੈਂ ਮੇਰੇ ਮਜ਼ਦੂਰਾਂ ਦਾ, ਮਿਹਨਤਕਸ਼ ਵੀਰਾਂ ਦਾ, ਮੇਰੇ ਪਿਆਰੇ ਪਰਿਵਾਰਜਨ, ਅਜਿਹੇ ਕੋਟੀ-ਕੋਟੀ ਲੋਕਾਂ ਦਾ ਅਭਿਨੰਦਨ ਕਰਦਾ, ਉਹਨਾਂ ਨੂੰ ਨਮਨ ਕਰਦਾ। ਦੇਸ਼ ਅੱਜ ਜੋ ਆਧੁਨਿਕਤਾ ਵੱਲ ਅੱਗੇ ਵਧ ਰਿਹਾ ਹੈ, ਵਿਸ਼ਵ ਦੀ ਤੁਲਨਾ ਕਰਨ ਵਾਲੀ ਤਾਕਤ ਦੇ ਨਾਲ ਨਜ਼ਰ ਆ ਰਿਹਾ, ਉਸ ਦੇ ਪਿੱਛੇ ਮੇਰੇ ਦੇਸ਼ ਦੇ ਮਜ਼ਦੂਰਾਂ ਦਾ, ਮੇਰੇ ਦੇਸ਼ ਦੇ ਮਿਹਨਤਕਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਸਮਾਂ ਇਹ ਕਹਿੰਦਾ ਕਿ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਮੈਂ ਉਹਨਾਂ ਦਾ ਅਭਿਨੰਦਨ ਕਰਾਂ, ਉਹਨਾਂ ਦਾ ਸਵਾਗਤ ਕਰਾਂ। ਅਤੇ ਮੇਰੇ ਪਰਿਵਾਰਜਨ, 140 ਕਰੋੜ ਦੇਸ਼ਵਾਸੀ, ਰੇਹੜੀ ਵਾਲਿਆਂ ਦਾ, ਫੁੱਲ ਫਲ ਸਬਜ਼ੀ ਵੇਚਣ ਵਾਲਿਆਂ ਦਾ ਅਸੀਂ ਸਨਮਾਨ ਕਰਦੇ ਹਾਂ। ਮੇਰੇ ਦੇਸ਼ ਨੂੰ ਅੱਗੇ ਵਧਾਉਣ 'ਚ, ਮੇਰੇ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ਤੱਕ ਲਿਜਾਣ 'ਚ ਪ੍ਰੋਫੈਸ਼ਨਲਜ਼ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਚਾਹੇ ਸਾਇੰਟਿਸਟਸ ਹੋਣ, ਚਾਹੇ ਇੰਜੀਨੀਅਰਸ ਹੋਣ, ਡਾਕਟਰਸ ਹੋਣ, ਨਰਸਿਸ ਹੋਣ, ਟੀਚਰਸ ਹੋਣ, ਆਚਾਰਿਆ ਹੋਣ, ਯੂਨੀਵਰਸਿਟੀਜ਼ ਹੋਣ, ਗੁਰੂਕੁਲ ਹੋਣ, ਹਰ ਕੋਈ ਮਾਂ ਭਾਰਤੀ ਦਾ ਭਵਿੱਖ ਉਜਵਲ ਬਣਾਉਣ ਲਈ ਆਪਣੀ ਪੂਰੀ ਤਾਕਤ ਨਾਲ ਲੱਗਾ ਹੋਇਆ ਹੈ। ਮੇਰੇ ਪਿਆਰੇ ਪਰਿਵਾਰਜਨੋ, ਰਾਸ਼ਟਰੀ ਚੇਤਨਾ ਇਹ ਇੱਕ ਅਜਿਹਾ ਸ਼ਬਦ ਹੈ ਜੋ ਸਾਨੂੰ ਚਿੰਤਾਵਾਂ ਤੋਂ ਮੁਕਤ ਕਰ ਰਿਹਾ ਹੈ। ਅਤੇ ਅੱਜ ਇਹ ਰਾਸ਼ਟਰੀ ਚੇਤਨਾ ਇਹ ਸਿੱਧ ਕਰ ਰਹੀ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਬਣਿਆ ਹੈ ਭਰੋਸਾ। ਭਾਰਤ ਦੀ ਸਭ ਤੋਂ ਵੱਡੀ ਸਮਰੱਥਾ ਬਣਿਆ ਹੈ ਵਿਸ਼ਵਾਸ। ਜਨ ਜਨ ਵਿੱਚ ਸਾਡਾ ਵਿਸ਼ਵਾਸ, ਜਨ ਜਨ ਦਾ ਸਰਕਾਰ ਉੱਤੇ ਵਿਸ਼ਵਾਸ, ਜਨ ਜਨ ਦਾ ਦੇਸ਼ ਦੇ ਉਜਵਲ ਭਵਿੱਖ ਉੱਤੇ ਵਿਸ਼ਵਾਸ, ਅਤੇ ਵਿਸ਼ਵ ਦਾ ਵੀ ਭਾਰਤ ਦੇ ਪ੍ਰਤੀ ਵਿਸ਼ਵਾਸ। ਇਹ ਵਿਸ਼ਵਾਸ ਸਾਡੀਆਂ ਨੀਤੀਆਂ ਦਾ ਹੈ, ਸਾਡੀਆਂ ਰੀਤਾਂ ਦਾ ਹੈ। ਭਾਰਤ ਦੇ ਉਜਵਲ ਭਵਿੱਖ ਨੂੰ ਜਿਸ ਤਰ੍ਹਾਂ ਨਿਰਧਾਰਿਤ ਮਜ਼ਬੂਤ ਕਦਮਾਂ ਨਾਲ ਅੱਗੇ ਵਧਾ ਰਿਹਾ ਹੈ, ਉਹਨਾਂ ਨੀਤੀਆਂ ਸਦਕਾ। ਮੇਰੇ ਪਿਆਰੇ ਪਰਿਵਾਰਜਨੋ, ਇਹ ਗੱਲ ਯਕੀਨੀ ਹੈ ਕਿ ਭਾਰਤ ਦੀ ਸਮਰੱਥਾ ਅਤੇ ਭਾਰਤ ਦੀਆਂ ਸੰਭਾਵਨਾਵਾਂ ਵਿਸ਼ਵਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਪਾਰ ਕਰਨ ਵਾਲੀਆਂ ਨੇ, ਅਤੇ ਇਹ ਵਿਸ਼ਵਾਸ ਦੀਆਂ ਨਵੀਆਂ ਬੁਲੰਦੀਆਂ ਨਵੀਂ ਸਮਰੱਥਾ ਨੂੰ ਲੈ ਕੇ ਚੱਲ ਰਹੀਆਂ ਨੇ। ਅੱਜ ਦੇਸ਼ 'ਚ G20 ਸਮਿਟ ਦੀ ਮਹਿਮਾਨ ਨਵਾਜ਼ੀ ਦਾ ਭਾਰਤ ਨੂੰ ਮੌਕਾ ਮਿਲਿਆ। ਪਿਛਲੇ 1 ਸਾਲ ਤੋਂ ਹਿੰਦੁਸਤਾਨ ਦੇ ਹਰ ਕੋਨੇ 'ਚ ਜਿਸ ਤਰ੍ਹਾਂ ਨਾਲ G20 ਦੇ ਕਈ ਤਰ੍ਹਾਂ ਦੇ ਆਯੋਜਨ ਹੋਏ, ਅਨੇਕਾਂ ਪ੍ਰੋਗਰਾਮ ਹੋਏ ਨੇ, ਉਹਨਾਂ ਨੇ ਦੇਸ਼ ਦੇ ਆਮ ਇਨਸਾਨ ਦੀ ਤਾਕਤ ਨਾਲ ਵਿਸ਼ਵ ਨੂੰ ਜਾਣੂ ਕਰਵਾ ਦਿੱਤਾ ਹੈ। ਭਾਰਤ ਦੀ ਵਿਵਿਧਤਾ ਦਾ ਪਰਿਚੈ ਕਰਾਇਆ ਹੈ। ਭਾਰਤ ਦੀ ਡਾਇਵਰਸਿਟੀ ਨੂੰ ਦੁਨੀਆ ਹੈਰਾਨੀ ਨਾਲ ਵੇਖ ਰਹੀ ਹੈ, ਅਤੇ ਇਸੇ ਕਾਰਨ ਭਾਰਤ ਵੱਲ ਆਕਰਸ਼ਣ ਵਧਿਆ ਹੈ। ਭਾਰਤ ਨੂੰ ਜਾਣਨ ਦੀ, ਸਮਝਣ ਦੀ ਇੱਛਾ ਜਾਗੀ ਹੈ। ਉਸੇ ਤਰ੍ਹਾਂ ਭਾਰਤ ਦਾ ਐਕਸਪੋਰਟ ਕਿਸ ਤੇਜ਼ੀ ਨਾਲ ਵਧ ਰਿਹਾ ਹੈ, ਅਤੇ ਮੈਂ ਕਹਿਣਾ ਚਾਹੁੰਦਾ ਕਿ ਦੁਨੀਆ ਦੇ ਐਕਸਪਰਟਸ ਇਹਨਾਂ ਸਾਰੇ ਮਾਨਦੰਡਾਂ ਦੇ ਆਧਾਰ ਉੱਤੇ ਕਹਿ ਰਹੇ ਨੇ ਕਿ ਹੁਣ ਭਾਰਤ ਰੁਕਣ ਵਾਲਾ ਨਹੀਂ ਹੈ। ਦੁਨੀਆ ਦੀ ਕੋਈ ਵੀ ਰੇਟਿੰਗ ਏਜੰਸੀ ਹੋਵੇ, ਉਹ ਭਾਰਤ ਦਾ ਗੁਣਗਾਨ ਕਰ ਰਹੀ ਹੈ। ਕੋਰੋਨਾ ਕਾਲ ਤੋਂ ਬਾਅਦ ਦੁਨੀਆ ਨਵੇਂ ਸਿਰੇ ਤੋਂ ਸੋਚਣ ਲੱਗੀ ਹੈ, ਅਤੇ ਮੈਂ ਵਿਸ਼ਵਾਸ ਨਾਲ ਵੇਖ ਰਿਹਾ ਕਿ ਜਿਸ ਤਰ੍ਹਾਂ ਦੂਸਰੇ ਮਹਾਯੁੱਧ ਤੋਂ ਬਾਅਦ, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ
ਦੁਨੀਆ ਨੇ ਜੋ ਵਰਲਡ ਆਰਡਰ ਆਕਾਰ ਲਿਆ ਸੀ, ਮੈਂ ਸਾਫ਼-ਸਾਫ਼ ਵੇਖ ਰਿਹਾ ਕਿ ਕੋਰੋਨਾ ਤੋਂ ਬਾਅਦ ਇੱਕ ਨਵਾਂ ਵਿਸ਼ਵ ਆਰਡਰ, ਇੱਕ ਨਵਾਂ ਗਲੋਬਲ ਆਰਡਰ, ਇੱਕ ਨਵਾਂ ਜੀਓਪੋਲਿਟੀਕਲ ਇਕੁਏਸ਼ਨ, ਇਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੀਓਪੋਲਿਟੀਕਲ ਇਕੁਏਸ਼ਨ ਦੀਆਂ ਸਾਰੀਆਂ ਵਿਆਖਿਆਵਾਂ ਬਦਲ ਰਹੀਆਂ ਨੇ ਤੇ ਮੇਰੇ ਪਿਆਰੇ ਪਰਿਵਾਰਜਨੋ, ਤੁਸੀਂ ਮਾਣ ਕਰੋਗੇ ਬਦਲਦੇ ਹੋਏ ਸੰਸਾਰ ਨੂੰ ਸ਼ੇਪ ਦੇਣ 'ਚ ਅੱਜ ਮੇਰੇ 140 ਕਰੋੜ ਦੇਸ਼ਵਾਸੀਓ ਤੁਹਾਡੀ ਸਮਰੱਥਾ ਨਜ਼ਰ ਆ ਰਹੀ ਹੈ। ਤੁਸੀਂ ਫੈਸਲਾਕੁਨ ਮੋੜ ਤੇ ਖੜ੍ਹੇ ਹੋ ਤੇ ਕੋਰੋਨਾ ਕਾਲ 'ਚ ਭਾਰਤ ਨੇ ਦੇਸ਼ ਨੂੰ ਜਿਸ ਤਰ੍ਹਾਂ ਅੱਗੇ ਵਧਾਇਆ, ਦੁਨੀਆ ਨੇ ਸਾਡੀ ਸਮਰੱਥਾ ਨੂੰ ਵੇਖਿਆ ਹੈ। ਜਦੋਂ ਦੁਨੀਆ ਦੀ ਸਪਲਾਈ ਚੇਨ ਤਹਿਸ ਨਹਿਸ ਹੋ ਗਈ ਸੀ, ਵੱਡੀ ਵੱਡੀ ਅਰਥ ਵਿਵਸਥਾ ਉੱਤੇ ਦਬਾਅ ਸੀ, ਉਸ ਸਮੇਂ ਵੀ ਅਸੀਂ ਕਿਹਾ ਸੀ ਅਸੀਂ ਵਿਸ਼ਵ ਦਾ ਵਿਕਾਸ ਵੇਖਣਾ ਹੈ ਤਾਂ ਮਾਨਵ ਕੇਂਦਰੀ ਹੋਣਾ ਚਾਹੀਦਾ ਹੈ, ਮਨੁੱਖੀ ਸੰਵੇਦਨਾਵਾਂ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ, ਤਾਂ ਜਾ ਕੇ ਸਮੱਸਿਆਵਾਂ ਦਾ ਸਹੀ ਹੱਲ ਕੱਢਾਂਗੇ। ਤੇ ਕੋਵਿਡ ਨੇ ਸਾਨੂੰ ਸਿਖਾਇਆ ਹੈ ਜਾਂ ਸਾਨੂੰ ਮਜਬੂਰ ਕੀਤਾ ਹੈ, ਪਰ ਮਾਨਵੀ ਸੰਵੇਦਨਾਵਾਂ ਨੂੰ ਛੱਡ ਕੇ ਅਸੀਂ ਵਿਸ਼ਵ ਦਾ ਕਲਿਆਣ ਨਹੀਂ ਕਰਾਂਗੇ। ਅੱਜ ਭਾਰਤ ਗਲੋਬਲ ਸਾਊਥ ਦੀ ਆਵਾਜ਼ ਬਣ ਰਿਹਾ ਹੈ। ਭਾਰਤ ਦੀ ਖੁਸ਼ਹਾਲੀ ਵਿਰਾਸਤ ਅੱਜ ਦੁਨੀਆ ਲਈ ਇੱਕ ਮੌਕਾ ਬਣ ਰਹੀ ਹੈ। ਗਲੋਬਲ ਇਕੋਨਮੀ, ਗਲੋਬਲ ਸਪਲਾਈ ਚੇਨ ਵਿੱਚ ਭਾਰਤ ਦੀ ਹਿੱਸੇਦਾਰੀ, ਮੈਂ ਪੱਕੇ ਵਿਸ਼ਵਾਸ ਨਾਲ ਕਹਿਣਾ, ਅੱਜ ਜੋ ਭਾਰਤ ਵਿੱਚ ਸਥਿਤੀ ਪੈਦਾ ਹੋਈ ਹੈ, ਅੱਜ ਜੋ ਭਾਰਤ ਨੇ ਕਮਾਇਆ ਹੈ, ਉਹ ਦੁਨੀਆ ਵਿੱਚ ਸਥਿਰਤਾ ਦੀ ਗਰੰਟੀ ਲੈ ਕੇ ਆਇਆ ਹੈ। ਹੁਣ ਨਾ ਸਾਡੇ ਮਨ ਵਿੱਚ, ਨਾ 140 ਕਰੋੜ ਮੇਰੇ ਪਰਿਵਾਰਜਨਾਂ ਦੇ ਮਨ ਵਿੱਚ ਤੇ ਨਾ ਹੀ ਦੁਨੀਆ ਦੇ ਮਨ ਵਿੱਚ ਕੋਈ ਇਫਸ ਐਂਡ ਬਟਸ ਨੇ। ਵਿਸ਼ਵਾਸ ਬਣ ਚੁੱਕਿਆ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਗੇਂਦ ਸਾਡੇ ਪਾਲੇ ਵਿੱਚ ਹੈ ਤੇ ਸਾਨੂੰ ਇਹ ਮੌਕਾ ਜਾਣ ਨਹੀਂ ਦੇਣਾ ਚਾਹੀਦਾ। ਸਾਨੂੰ ਮੌਕਾ ਛੱਡਣਾ ਨਹੀਂ ਚਾਹੀਦਾ। ਭਾਰਤ ਵਿੱਚ ਮੈਂ ਮੇਰੇ ਦੇਸ਼ਵਾਸੀਆਂ ਦਾ ਇਸ ਲਈ ਵੀ ਅਭਿਨੰਦਨ ਕਰਦਾ ਕਿ ਮੇਰੇ ਦੇਸ਼ਵਾਸੀਆਂ 'ਚ ਇੱਕ ਸਹੀ ਗਲਤ ਦੀ ਪਛਾਣ ਦੀ ਸਮਰੱਥਾ ਹੈ, ਸਮੱਸਿਆ ਦੀ ਜੜ ਨੂੰ ਸਮਝਣ ਦੀ ਸਮਰੱਥਾ ਹੈ ਤੇ ਇਸੇ ਲਈ 2014 ਵਿੱਚ ਮੇਰੇ ਦੇਸ਼ਵਾਸੀਆਂ ਨੇ 30 ਸਾਲਾਂ ਦੇ ਅਨੁਭਵ ਤੋਂ ਬਾਅਦ ਤੈਅ ਕੀਤਾ ਕਿ ਜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਥਿਰ ਸਰਕਾਰ ਚਾਹੀਦੀ ਹੈ, ਮਜ਼ਬੂਤ ਸਰਕਾਰ ਚਾਹੀਦੀ ਹੈ, ਉਹਨਾਂ ਨੂੰ ਬਹੁਮਤ ਵਾਲੀ ਸਰਕਾਰ ਚਾਹੀਦੀ ਹੈ ਤੇ ਦੇਸ਼ਵਾਸੀਆਂ ਨੇ ਇੱਕ ਮਜ਼ਬੂਤ ਸਰਕਾਰ ਬਣਾਈ ਤੇ 3 ਦਹਾਕੇ ਜੋ ਅਨਿਸ਼ਚਿਤਤਾ ਦਾ ਕਾਲ ਸੀ, ਅਸਥਿਰਤਾ ਦਾ ਕਾਲ ਖੰਡ ਰਿਹਾ, ਜੋ ਰਾਜਨੀਤਿਕ ਮਜਬੂਰੀਆਂ ਨਾਲ ਦੇਸ਼ ਜਕੜਿਆ ਹੋਇਆ ਸੀ, ਉਸ ਤੋਂ ਮੁਕਤੀ ਮਿਲੀ ਹੈ। ਮੇਰੇ ਪਿਆਰੇ ਪਰਿਵਾਰਜਨੋ, ਦੇਸ਼ ਦੇ ਕੋਲ ਅੱਜ ਅਜਿਹੀ ਸਰਕਾਰ ਹੈ ਜੋ ਸਰਵ ਜਨ ਹਿਤਾਏ ਸਰਵ ਜਨ ਸੁਖਾਏ, ਦੇਸ਼ ਦੇ ਸੰਤੁਲਿਤ ਵਿਕਾਸ ਦੇ ਲਈ ਸਮੇਂ ਦਾ ਪਲ ਪਲ ਤੇ ਜਨਤਾ ਦੀ ਪਾਈ ਪਾਈ, ਜਨਤਾ ਦੀ ਭਲਾਈ ਲਈ ਲਗਾ ਰਹੀ ਹੈ ਤੇ ਮੇਰੀ ਸਰਕਾਰ, ਮੇਰੇ ਦੇਸ਼ਵਾਸੀਆਂ ਦਾ ਮਾਣ ਇਸ ਗੱਲ ਨਾਲ ਜੁੜਿਆ ਹੋਇਆ, ਸਾਡੇ ਸਾਰੇ ਫੈਸਲੇ, ਸਾਡੀ ਸਾਰੀ ਦਿਸ਼ਾ ਉਸ ਦਾ ਹੀ ਇੱਕ ਮਾਪਦੰਡ ਹੈ, ਨੇਸ਼ਨ ਫਸਟ, ਰਾਸ਼ਟਰ ਪ੍ਰਥਮ ਤੇ ਰਾਸ਼ਟਰ ਪਹਿਲਾਂ। ਇਹੀ ਦੂਰਦਰਸ਼ੀ ਨਤੀਜੇ, ਸਕਾਰਾਤਮਕ ਨਤੀਜੇ ਪੈਦਾ ਕਰਨ ਵਾਲਾ ਹੈ। ਦੇਸ਼ ਵਿੱਚ ਵੱਡੇ ਪੱਧਰ ਉੱਤੇ ਕੰਮ ਹੋ ਰਿਹਾ, ਲੇਕਿਨ ਮੈਂ ਕਹਿਣਾ ਚਾਹਾਂਗਾ 2014 ਵਿੱਚ ਤੁਸੀਂ ਇੱਕ ਮਜ਼ਬੂਤ ਸਰਕਾਰ ਬਣਾਈ ਤੇ ਮੈਂ ਕਹਿਣਾ ਕਿ 2014 ਵਿੱਚ ਤੇ 2019 ਵਿੱਚ ਤੁਸੀਂ ਸਰਕਾਰ ਫਾਰਮ ਕੀਤੀ ਤਾਂ ਮੋਦੀ ਵਿੱਚ ਰਿਫਾਰਮ ਕਰਨ ਦੀ ਹਿੰਮਤ ਆਈ। ਤੁਸੀਂ ਇੱਕ ਐਸੀ ਸਰਕਾਰ ਫਾਰਮ ਕੀਤੀ ਕਿ ਦੁਨੀਆ ਨੂੰ ਰਿਫਾਰਮ ਕਰਨ ਦੀ ਹਿੰਮਤ ਮਿਲੀ ਤੇ ਫਿਰ ਜਦੋਂ ਮੋਦੀ ਨੇ ਇੱਕ ਤੋਂ ਬਾਅਦ ਇੱਕ ਰਿਫਾਰਮ ਕੀਤੇ ਤਾਂ ਮੇਰੇ ਬਿਊਰੋਕਰੇਸੀ ਦੇ ਲੋਕ, ਮੇਰੇ ਲੱਖਾਂ ਹੱਥ ਪੈਰ ਜੋ ਦੇਸ਼ ਦੇ ਕੋਨੇ-ਕੋਨੇ ਵਿੱਚ ਸਰਕਾਰ ਦੇ ਹਿੱਸੇ ਦੇ ਰੂਪ ਵਿੱਚ ਕੰਮ ਕਰ ਰਹੇ ਨੇ, ਤਾਂ ਉਹਨਾਂ ਨੇ, ਬਿਊਰੋਕਰੇਸੀ ਨੇ ਟਰਾਂਸਫਾਰਮ ਕਰਨ ਲਈ ਪਰਫਾਰਮ ਕਰਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ ਉਹਨਾਂ ਨੇ ਪਰਫਾਰਮ ਕਰਕੇ ਦਿਖਾਇਆ ਤੇ ਜਨਤਾ ਜਨਾਰਦਨ ਜੁੜ ਗਈ ਤੇ ਉਹ ਟਰਾਂਸਫਾਰਮ ਹੁੰਦਾ ਵੀ ਨਜ਼ਰ ਆ ਰਿਹਾ ਤੇ ਇਸ ਲਈ ਰਿਫਾਰਮ, ਪਰਫਾਰਮ, ਟਰਾਂਸਫਾਰਮ, ਇਹ ਕਾਲਖੰਡ ਭਾਰਤ ਦੇ ਭਵਿੱਖ ਨੂੰ ਘੜ ਰਿਹਾ ਹੈ ਤੇ ਸਾਡੀ ਸੋਚ ਦੇਸ਼ ਦੀਆਂ ਉਹਨਾਂ ਤਾਕਤਾਂ ਨੂੰ ਪ੍ਰਫੁੱਲਿਤ ਕਰਨ ਲਈ ਹੈ
ਜੋ ਆਉਣ ਵਾਲੇ 1000 ਸਾਲ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀਆਂ ਨੇ। ਦੁਨੀਆ ਨੂੰ ਯੁਵਾ ਸ਼ਕਤੀ ਦੀ ਜ਼ਰੂਰਤ ਹੈ, ਯੁਵਾ ਸਕਿੱਲ ਦੀ ਜ਼ਰੂਰਤ ਹੈ। ਅਸੀਂ ਅਲੱਗ ਸਕਿੱਲ ਮਿਨਿਸਟਰੀ ਬਣਾਈ। ਉਹ ਭਾਰਤ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕਰੇਗੀ ਹੀ, ਅਤੇ ਨਾਲ ਹੀ ਉਹ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖੇਗੀ। ਅਸੀਂ ਜਲ ਸ਼ਕਤੀ ਮੰਤਰਾਲੇ ਬਣਾਇਆ। ਇਹ ਸਾਡਾ ਜਲ ਸ਼ਕਤੀ ਮੰਤਰਾਲੇ ਸਾਡੇ ਦੇਸ਼ ਦੇ ਇੱਕ ਦੇਸ਼ ਵਾਸੀ ਨੂੰ ਪੀਣ ਵਾਸਤੇ ਸ਼ੁੱਧ ਪਾਣੀ ਪਹੁੰਚਾਉਂਦਾ ਹੈ। ਵਾਤਾਵਰਣ ਦੀ ਰੱਖਿਆ ਲਈ ਪਾਣੀ ਦੇ ਪ੍ਰਤੀ ਸੰਵੇਦਨਸ਼ੀਲ ਕਾਰੋਬਾਰ ਵਿਕਸਿਤ ਹੋਏ, ਉਸ ਲਈ ਅਸੀਂ ਵੱਧ ਰਹੇ ਹਾਂ। ਸਾਡੇ ਦੇਸ਼ ਵਿੱਚ ਕੋਰੋਨਾ ਤੋਂ ਬਾਅਦ ਦੁਨੀਆ ਵੇਖ ਰਹੀ ਹੈ ਹੋਲਿਸਟਿਕ ਹੈਲਥ ਕੇਅਰ। ਇਸ ਸਮੇਂ ਦੀ ਮੰਗ ਹੈ। ਅਸੀਂ ਅਲੱਗ ਆਯੁਸ਼ ਮੰਤਰਾਲੇ ਬਣਾਇਆ ਅਤੇ ਯੋਗ ਅਤੇ ਆਯੁਸ਼ ਅੱਜ ਦੁਨੀਆ ਵਿੱਚ ਆਪਣਾ ਝੰਡਾ ਲਹਿਰਾ ਰਹੇ ਨੇ। ਅਸੀਂ ਆਪਣੇ ਕਮਿਟਮੈਂਟ ਦੇ ਕਰਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਜੇ ਅਸੀਂ ਹੀ ਆਪਣੀ ਸਮਰੱਥਾ ਨੂੰ ਨਕਾਰ ਦਿਆਂਗੇ ਤਾਂ ਫਿਰ ਦੁਨੀਆ ਕਿਵੇਂ ਸਵੀਕਾਰ ਕਰੇਗੀ। ਲੇਕਿਨ ਜਦੋਂ ਮੰਤਰਾਲੇ ਬਣਿਆ ਤਾਂ ਫਿਰ ਦੁਨੀਆ ਨੂੰ ਵੀ ਉਸ ਦਾ ਮੁੱਲ ਸਮਝ ਵਿੱਚ ਆਇਆ। ਮੱਛੀ ਪਾਲਣ, ਸਾਡਾ ਇੰਨਾ ਵੱਡਾ ਸਮੁੰਦਰੀ ਤੱਟ, ਸਾਡੇ ਕਰੋੜਾਂ ਮਛੁਆਰੇ ਭੈਣ ਭਰਾ, ਉਹਨਾਂ ਦਾ ਕਲਿਆਣ ਵੀ ਸਾਡੇ ਦਿਲ ਵਿੱਚ ਹੈ। ਅਤੇ ਇਸ ਲਈ ਅਸੀਂ ਅਲੱਗ ਤੋਂ ਮੱਛੀ ਪਾਲਣ ਨੂੰ ਲੈ ਕੇ, ਪਸ਼ੂ ਪਾਲਣ ਨੂੰ ਲੈ ਕੇ, ਡੇਅਰੀ ਨੂੰ ਲੈ ਕੇ ਵੱਖ ਮੰਤਰਾਲੇ ਦੀ ਰਚਨਾ ਕੀਤੀ, ਤਾਂ ਕਿ ਸਮਾਜ ਵਿੱਚ ਜਿਸ ਵਰਗ ਦੇ ਲੋਕ ਪਿੱਛੇ ਰਹਿ ਗਏ ਉਹਨਾਂ ਨੂੰ ਅਸੀਂ ਨਾਲ ਲਈਏ। ਦੇਸ਼ ਵਿੱਚ ਸਰਕਾਰੀ ਅਰਥ ਵਿਵਸਥਾ ਦੇ ਹਿੱਸੇ ਹੁੰਦੇ ਨੇ, ਲੇਕਿਨ ਸਮਾਜ ਦੀ ਅਰਥ ਵਿਵਸਥਾ ਦਾ ਇੱਕ ਵੱਡਾ ਹਿੱਸਾ ਹੈ ਕੋਆਪਰੇਟਿਵ ਮੂਵਮੈਂਟ। ਉਸ ਨੂੰ ਬਲ ਦੇਣ ਲਈ, ਉਸ ਵਿੱਚ ਤੇਜ਼ੀ ਲਿਆਉਣ ਲਈ ਹੁਣ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕਤੰਤਰ ਦੀ ਸਭ ਤੋਂ ਵੱਡੀ ਇਕਾਈ ਨੂੰ ਮਜ਼ਬੂਤ ਕਰਨ ਲਈ ਅਸੀਂ ਅਲੱਗ ਕੋਆਪਰੇਟਿਵ ਮੰਤਰਾਲੇ ਬਣਾਇਆ ਅਤੇ ਉਹ ਸਾਡੀਆਂ ਸਹਿਕਾਰੀ ਸੰਸਥਾਵਾਂ ਦਾ ਜਾਲ ਵਿਛਾ ਰਿਹਾ ਹੈ, ਤਾਂ ਕਿ ਗਰੀਬ ਤੋਂ ਗਰੀਬ ਦੀ ਉੱਥੇ ਸੁਣਵਾਈ ਹੋ ਸਕੇ, ਉਸ ਦੀਆਂ ਜ਼ਰੂਰਤਾਂ ਦੀ ਪੂਰਤੀ ਹੋਵੇ ਅਤੇ ਉਹ ਵੀ ਰਾਸ਼ਟਰ ਦੇ ਵਿਕਾਸ ਦੇ ਯੋਗਦਾਨ ਵਿੱਚ ਇੱਕ ਛੋਟੀ ਇਕਾਈ ਦਾ ਹਿੱਸਾ ਬਣ ਕੇ ਉਹ ਯੋਗਦਾਨ ਦੇਵੇ। ਅਸੀਂ ਸਹਿਕਾਰ ਤੋਂ ਖੁਸ਼ਹਾਲੀ ਦਾ ਰਾਹ ਅਪਣਾਇਆ ਹੈ। ਮੇਰੇ ਪਿਆਰੇ ਪਰਿਵਾਰਜਨੋ, ਜਦੋਂ ਅਸੀਂ ਲੋਕ 2014 ਵਿੱਚ ਆਏ ਸੀ ਤਾਂ ਅਸੀਂ ਵੈਸ਼ਵਿਕ ਅਰਥ ਵਿਵਸਥਾ ਵਿੱਚ 10ਵੇਂ ਨੰਬਰ 'ਤੇ ਸੀ, ਅਤੇ ਅੱਜ 140 ਕਰੋੜ ਦੇਸ਼ ਵਾਸੀਆਂ ਦੀ ਮਿਹਨਤ ਰੰਗ ਲਿਆਈ ਹੈ ਕਿ ਅਸੀਂ ਵਿਸ਼ਵ ਦੀ ਅਰਥ ਵਿਵਸਥਾ ਵਿੱਚ 5ਵੇਂ ਸਥਾਨ 'ਤੇ ਪਹੁੰਚ ਚੁੱਕੇ ਹਾਂ। ਅਤੇ ਇਹ ਇੰਝ ਹੀ ਨਹੀਂ ਹੋ ਗਿਆ। ਜਦ ਭ੍ਰਿਸ਼ਟਾਚਾਰ ਦਾ ਰਾਖਸ਼ ਦੇਸ਼ ਨੂੰ ਦਬੋਚੇ ਬੈਠਾ ਸੀ, ਲੱਖਾਂ ਕਰੋੜਾਂ ਦੇ ਘੁਟਾਲੇ ਅਰਥ ਵਿਵਸਥਾ ਨੂੰ ਡਾਵਾਂਡੋਲ ਕਰ ਰਹੇ ਸੀ, ਗਵਰਨੈਂਸ ਫ੍ਰੈਜਾਈਲ ਵਿੱਚ ਦੇਸ਼ ਦੀ ਪਛਾਣ ਹੋਣ ਲੱਗੀ ਸੀ, ਲੀਕੇਜਿਸ ਨੂੰ ਅਸੀਂ ਬੰਦ ਕੀਤਾ, ਮਜ਼ਬੂਤ ਅਰਥ ਵਿਵਸਥਾ ਬਣਾਈ। ਅਸੀਂ ਗਰੀਬ ਦੇ ਕਲਿਆਣ ਲਈ ਵੱਧ ਤੋਂ ਵੱਧ ਧਨ ਖਰਚ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਅੱਜ ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਦੇਸ਼ ਆਰਥਿਕ ਰੂਪ ਵਿੱਚ ਖੁਸ਼ਹਾਲ ਹੁੰਦਾ ਹੈ ਤਾਂ ਸਿਰਫ ਤਿਜੋਰੀ ਨਹੀਂ ਭਰਦੀ, ਦੇਸ਼ ਦੀ ਸਮਰੱਥਾ ਵੱਧਦੀ ਹੈ, ਦੇਸ਼ ਵਾਸੀਆਂ ਦੀ ਸਮਰੱਥਾ ਵੱਧਦੀ ਹੈ। ਅਤੇ ਤਿਜੋਰੀ ਦੀ ਪਾਈ ਜੇ ਇਮਾਨਦਾਰੀ ਨਾਲ ਜਨਤਾ ਜਨਾਰਦਨ ਲਈ ਖਰਚ ਕਰਨ ਦਾ ਸੰਕਲਪ ਲੈਣ ਵਾਲੀ ਸਰਕਾਰ ਹੋਏ ਤਾਂ ਨਤੀਜਾ ਕਿਹੋ ਜਿਹਾ ਹੁੰਦਾ ਹੈ। ਮੈਂ 10 ਸਾਲ ਦਾ ਹਿਸਾਬ ਤਿਰੰਗੇ ਦੀ ਗਵਾਹੀ 'ਚ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਦੇਸ਼ ਵਾਸੀਆਂ ਨੂੰ ਦੇ ਰਿਹਾ। ਅੰਕੜੇ ਵੇਖ ਕੇ ਤੁਹਾਨੂੰ ਲੱਗੇਗਾ ਕਿ ਇੰਨਾ ਵੱਡਾ ਬਦਲਾਅ, ਇੰਨੀ ਜ਼ਿਆਦਾ ਸਮਰੱਥਾ। 10 ਸਾਲ ਪਹਿਲਾਂ ਰਾਜਾਂ ਨੂੰ 30 ਲੱਖ ਕਰੋੜ ਰੁਪਇਆ ਭਾਰਤ ਸਰਕਾਰ ਵੱਲੋਂ ਜਾਂਦਾ ਸੀ। ਪਿਛਲੇ 9 ਸਾਲ 'ਚ ਇਹ ਅੰਕੜਾ 100 ਲੱਖ ਕਰੋੜ ਤੱਕ ਪਹੁੰਚਿਆ ਹੈ। ਪਹਿਲਾਂ ਸਥਾਨਕ ਸਰਕਾਰਾਂ ਦੇ ਵਿਕਾਸ ਲਈ ਭਾਰਤ ਸਰਕਾਰ ਦੇ ਖਜ਼ਾਨੇ 'ਚੋਂ 70,000 ਕਰੋੜ ਰੁਪਇਆ ਜਾਂਦਾ ਸੀ। ਅੱਜ ਉਹ 3 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਜਾ ਰਿਹਾ ਹੈ। ਪਹਿਲਾਂ ਗਰੀਬਾਂ ਦੇ ਘਰ ਬਣਾਉਣ ਲਈ 90,000 ਕਰੋੜ ਰੁਪਇਆ ਖਰਚ ਹੁੰਦਾ ਸੀ। ਅੱਜ ਉਹ 4 ਗੁਣਾ ਹੋ ਕੇ 4 ਲੱਖ ਕਰੋੜ ਤੋਂ ਵੀ ਵੱਧ ਗਰੀਬਾਂ ਦੇ ਘਰ ਬਣਾਉਣ ਲਈ ਖਰਚ ਹੋ ਰਿਹਾ। ਪਹਿਲਾਂ ਗਰੀਬਾਂ ਨੂੰ ਯੂਰੀਆ ਸਸਤਾ ਮਿਲੇ, ਜੋ ਯੂਰੀਆ ਦੀ ਬੈਗ ਦੁਨੀਆ ਦੇ ਕੁਝ ਬਾਜ਼ਾਰਾਂ 'ਚ
3000 ਦੀ ਵਿਕਦੀ ਸੀ, ਉਹ ਯੂਰੀਆ ਦੀ ਬੈਗ ਮੇਰੇ ਕਿਸਾਨਾਂ ਨੂੰ 300 ਦੀ ਮਿਲੇ। ਇਸ ਲਈ ਦੇਸ਼ ਦੀ ਸਰਕਾਰ 10 ਲੱਖ ਕਰੋੜ ਰੁਪਇਆ ਮੇਰੇ ਕਿਸਾਨਾਂ ਨੂੰ ਯੂਰੀਏ ਵਿੱਚ ਸਬਸਿਡੀ ਦੇ ਰਹੀ ਹੈ। ਮੁਦਰਾ ਯੋਜਨਾ 20 ਲੱਖ ਕਰੋੜ ਤੋਂ ਵੀ ਵੱਧ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ, ਆਪਣੇ ਕਾਰੋਬਾਰ ਲਈ ਦੇ ਰਹੇ ਹਾਂ। 8 ਕਰੋੜ ਲੋਕਾਂ ਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ। ਸਿਰਫ 8 ਕਰੋੜ ਲੋਕਾਂ ਨੇ ਕਾਰੋਬਾਰ ਸ਼ੁਰੂ ਨਹੀਂ ਕੀਤਾ, ਹਰ ਕਾਰੋਬਾਰੀ ਨੇ 1 ਜਾਂ 2 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। 8 ਤੋਂ 10 ਕਰੋੜ ਨਵੇਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਇਸ ਮੁਦਰਾ ਯੋਜਨਾ ਤੋਂ ਲਾਭ ਲੈਣ ਵਾਲੇ 8 ਕਰੋੜ ਨਾਗਰਿਕਾਂ ਦੀ ਹੈ। MSMEs ਨੂੰ ਕਰੀਬ 3.5 ਲੱਖ ਕਰੋੜ ਦੀ ਮਦਦ ਨਾਲ ਕਰੋਨਾ ਦੇ ਸੰਕਟ ਵਿੱਚ ਵੀ ਉਹਨਾਂ ਡੁੱਬਣ ਨਹੀਂ ਦਿੱਤਾ, ਮਰਨ ਨਹੀਂ ਦਿੱਤਾ। ਉਹਨਾਂ ਨੂੰ ਇੱਕ ਤਾਕਤ ਦਿੱਤੀ ਹੈ। 1 ਰੈਂਕ 1 ਪੈਨਸ਼ਨ ਮੇਰੇ ਦੇਸ਼ ਦੀ ਸੈਨਾ ਦੇ ਜਵਾਨਾਂ ਦਾ ਸਨਮਾਨ ਦਾ ਵਿਸ਼ਾ ਸੀ। 70,000 ਕਰੋੜ ਰੁਪਇਆ ਭਾਰਤ ਦੀ ਤਿਜੋਰੀ ਤੋਂ ਅੱਜ ਪਹੁੰਚਿਆ, ਮੇਰੇ ਸੇਵਾ ਮੁਕਤ ਹੋਏ ਸੈਨਿਕ ਨਾਇਕਾਂ ਦੀ ਜੇਬ ਵਿੱਚ, ਉਹਨਾਂ ਦੇ ਪਰਿਵਾਰ ਵਿੱਚ ਪਹੁੰਚਿਆ। ਸਾਰੀਆਂ ਕੈਟਾਗਰੀਜ਼ 'ਚ ਮੈਂ ਤਾਂ ਕੁਝ ਹੀ ਗਿਣਾਏ ਨੇ, ਮੈਂ ਜ਼ਿਆਦਾ ਵਕਤ ਨਹੀਂ ਲੈਣਾ ਚਾਹੁੰਦਾ। ਹਰ ਕੈਟਾਗਰੀ ਪਹਿਲਾਂ ਦੀ ਤੁਲਨਾ ਵਿੱਚ ਅਨੇਕ ਗੁਣਾ ਧਨ ਅਸੀਂ ਦੇਸ਼ ਦੇ ਵਿਕਾਸ ਲਈ, ਕੋਨੇ-ਕੋਨੇ ਵਿੱਚ ਰੁਜ਼ਗਾਰ ਪੈਦਾ ਕਰਨ ਲਈ, ਪਾਈ ਦਾ ਉਪਯੋਗ ਭਾਰਤ ਦੀ ਤਕਦੀਰ ਬਦਲਣ ਲਈ ਹੋਏ। ਇਸ ਲਈ ਅਸੀਂ ਕੰਮ ਕੀਤਾ ਹੈ। ਅਤੇ ਮੇਰੇ ਪਿਆਰੇ ਪ੍ਰੀਏਜਨੋ, ਇੰਨਾ ਹੀ ਨਹੀਂ, ਇਹਨਾਂ ਸਾਰੀਆਂ ਕੋਸ਼ਿਸ਼ਾਂ ਦਾ ਨਤੀਜਾ ਕਿ ਅੱਜ 5 ਸਾਲ ਦੇ ਮੇਰੇ ਕਾਰਜਕਾਲ ਵਿੱਚ 5 ਸਾਲ ਵਿੱਚ 13.5 ਕਰੋੜ ਮੇਰੇ ਗਰੀਬ ਭੈਣ ਭਰਾ ਗਰੀਬੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਨਿਓ ਮਿਡਲ ਕਲਾਸ ਦੇ ਰੂਪ ਵਿੱਚ ਬਾਹਰ ਆਏ ਨੇ। ਜੀਵਨ ਦਾ ਇਸ ਤੋਂ ਵੱਡਾ ਕੋਈ ਸੰਤੋਸ਼ ਨਹੀਂ ਹੋ ਸਕਦਾ। ਮੇਰੇ ਪਿਆਰੇ ਪਰਿਵਾਰਜਨੋ, ਅੱਜ ਜਦ 13.5 ਕਰੋੜ ਲੋਕ ਗਰੀਬੀ ਦੀਆਂ ਮੁਸੀਬਤਾਂ ਤੋਂ ਬਾਹਰ ਨਿਕਲਦੇ ਨੇ ਤਾਂ ਕਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਮਦਦ ਦਿੱਤੀ ਹੈ। ਉਹਨਾਂ ਨੂੰ ਆਵਾਸ ਯੋਜਨਾ ਦਾ ਲਾਭ ਮਿਲਣਾ, PM ਸਵੈ ਨਿਧੀ ਨਾਲ 50,000 ਕਰੋੜ ਰੁਪਇਆ ਰੇਹੜੀ ਪਟਰੀ ਵਾਲਿਆਂ ਤੱਕ ਪਹੁੰਚਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੀ ਵਿਸ਼ਵਕਰਮਾ ਜਯੰਤੀ 'ਤੇ ਇੱਕ ਪ੍ਰੋਗਰਾਮ ਅਸੀਂ ਲਾਗੂ ਕਰਾਂਗੇ। ਇਸ ਵਿਸ਼ਵਕਰਮਾ ਜਯੰਤੀ ਉੱਤੇ ਕਰੀਬ 13 ਤੋਂ 15,000 ਕਰੋੜ ਰੁਪਏ ਨਾਲ ਪਰੰਪਰਾਗਤ ਕੌਸ਼ਲ ਨਾਲ ਰਹਿਣ ਵਾਲੇ ਲੋਕ, ਜੋ ਔਜ਼ਾਰ ਅਤੇ ਆਪਣੇ ਹੱਥਾਂ ਨਾਲ ਕੰਮ ਕਰਨ ਵਾਲਾ ਵਰਗ ਹੈ, ਜ਼ਿਆਦਾਤਰ OBC ਸਮੁਦਾਇ ਤੋਂ ਨੇ। ਸਾਡੇ ਸੁਤਾਰ ਹੋਣ, ਸਾਡੇ ਸੁਨਾਰ ਹੋਣ, ਸਾਡੇ ਰਾਜਗੀਰ ਮਿਸਤਰੀ ਹੋਣ, ਸਾਡੇ ਕੱਪੜੇ ਧੋਣ ਦਾ ਕੰਮ ਕਰਨ ਵਾਲੇ ਲੋਕ ਹੋਣ, ਸਾਡੇ ਵਾਲ ਕੱਟਣ ਵਾਲੇ ਭਰਾਵਾਂ ਦਾ ਪਰਿਵਾਰ ਹੋਵੇ, ਅਜਿਹੇ ਲੋਕਾਂ ਨੂੰ ਇੱਕ ਨਵੀਂ ਤਾਕਤ ਦੇਣ ਲਈ ਅਸੀਂ ਆਉਣ ਵਾਲੇ ਮਹੀਨੇ 'ਚ ਵਿਸ਼ਵਕਰਮਾ ਜਯੰਤੀ ਵਾਲੇ ਦਿਨ ਵਿਸ਼ਵਕਰਮਾ ਯੋਜਨਾ ਲਾਂਚ ਕਰਾਂਗੇ ਅਤੇ ਕਰੀਬ 13 ਤੋਂ 15,000 ਕਰੋੜ ਨਾਲ ਉਸ ਦੀ ਸ਼ੁਰੂਆਤ ਕਰਾਂਗੇ। ਅਸੀਂ PM ਕਿਸਾਨ ਸਨਮਾਨ ਨਿਧੀ ਵਿੱਚ 2.5 ਲੱਖ ਕਰੋੜ ਰੁਪਈਆ ਸਿੱਧਾ ਮੇਰੇ ਦੇਸ਼ ਦੇ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਕੀਤਾ ਹੈ। ਅਸੀਂ ਜਲ ਜੀਵਨ ਮਿਸ਼ਨ, ਹਰ ਘਰ ਵਿੱਚ ਸ਼ੁੱਧ ਪਾਣੀ ਪਹੁੰਚੇ, 2 ਲੱਖ ਕਰੋੜ ਰੁਪਇਆ ਇਸ ਉੱਤੇ ਖਰਚ ਕੀਤਾ ਹੈ। ਅਸੀਂ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਤਾਂ ਕਿ ਗਰੀਬ ਨੂੰ ਬਿਮਾਰੀ ਦੇ ਕਾਰਨ ਹਸਪਤਾਲ ਜਾਣ 'ਤੇ ਮੁਸੀਬਤ ਹੁੰਦੀ ਹੈ, ਉਸ ਤੋਂ ਮੁਕਤੀ ਦਿਵਾਉਣਾ, ਉਸ ਨੂੰ ਦਵਾਈ ਮਿਲੇ, ਉਸ ਦਾ ਇਲਾਜ ਹੋਏ, ਆਪਰੇਸ਼ਨ ਚੰਗੇ ਤੋਂ ਚੰਗੇ ਹਸਪਤਾਲ 'ਚ ਹੋਏ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 70,000 ਕਰੋੜ ਰੁਪਈਆ ਅਸੀਂ ਲਗਾਇਆ ਹੈ। ਪਸ਼ੂ ਧਨ, ਦੇਸ਼ ਵਿੱਚ ਕਰੋਨਾ ਵੈਕਸੀਨ ਦੀ ਗੱਲ ਦੇਸ਼ ਨੂੰ ਯਾਦ ਹੈ। 40,000 ਕਰੋੜ ਰੁਪਏ ਲਗਾਏ, ਉਹ ਤਾਂ ਯਾਦ ਹੈ, ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਅਸੀਂ ਪਸ਼ੂ ਧਨ ਨੂੰ ਬਚਾਉਣ ਲਈ ਕਰੀਬ 15,000 ਕਰੋੜ ਰੁਪਈਆ ਪਸ਼ੂ ਧਨ ਦੇ ਟੀਕਾਕਰਨ ਲਈ ਲਗਾਇਆ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮੇਰੇ ਪਿਆਰੇ ਪਰਿਵਾਰਜਨੋ, ਜਨ ਔਸ਼ਧੀ ਕੇਂਦਰਾਂ ਨੇ ਦੇਸ਼ ਦੇ ਸੀਨੀਅਰ ਸਿਟੀਜ਼ਨਸ, ਦੇਸ਼ ਦੇ ਮੱਧਮ ਵਰਗੀ ਪਰਿਵਾਰਾਂ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ। ਸੰਯੁਕਤ ਪਰਿਵਾਰ ਵਿੱਚ ਜੇ ਕਿਸੇ ਨੂੰ ਡਾਇਬਟੀਜ਼ ਹੋ ਜਾਏ, 2-3 ਹਜ਼ਾਰ ਰੁਪਏ ਦਵਾਈ ਦਾ ਬਿੱਲ
ਸੁਭਾਵਿਕ ਹੋ ਜਾਂਦਾ ਹੈ। ਅਸੀਂ ਜਨ ਔਸ਼ਧੀ ਕੇਂਦਰ ਤੋਂ ਜਿਹੜੀ ਦਵਾਈ ਬਾਜ਼ਾਰ ਵਿੱਚ 100 ਰੁਪਏ ਦੀ ਮਿਲਦੀ ਹੈ, ਉਹ 10 ਰੁਪਏ, 15 ਰੁਪਏ, 20 ਰੁਪਏ ਵਿੱਚ ਦਿੱਤੀ। ਅਤੇ ਅੱਜ ਦੇਸ਼ ਵਿੱਚ 1000 ਜਨ ਔਸ਼ਧੀ ਕੇਂਦਰਾਂ ਤੋਂ ਬਿਮਾਰੀ ਵਿੱਚ ਜਿਨ੍ਹਾਂ ਨੂੰ ਦਵਾਈ ਦੀ ਜ਼ਰੂਰਤ ਸੀ, ਅਜਿਹੇ ਲੋਕਾਂ ਦਾ ਕਰੀਬ 20,000 ਕਰੋੜ ਰੁਪਈਆ ਬਚਾਇਆ ਹੈ। ਅਤੇ ਇਹ ਜ਼ਿਆਦਾਤਰ ਮੱਧ ਵਰਗ ਪਰਿਵਾਰ ਦੇ ਲੋਕ ਨੇ। ਲੇਕਿਨ ਅੱਜ ਉਸ ਦੀ ਸਫਲਤਾ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਵੇਂ ਅਸੀਂ ਵਿਸ਼ਵਕਰਮਾ ਯੋਜਨਾ ਲੈ ਕੇ ਸਮਾਜ ਦੇ ਉਸ ਵਰਗ ਨੂੰ ਛੂਹਣ ਵਾਲੇ ਹਾਂ, ਹੁਣ ਦੇਸ਼ ਵਿੱਚ 10,000 ਜਨ ਔਸ਼ਧੀ ਕੇਂਦਰਾਂ ਤੋਂ ਅਸੀਂ 25,000 ਜਨ ਔਸ਼ਧੀ ਕੇਂਦਰਾਂ ਦਾ ਟੀਚਾ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਕੰਮ ਕਰਨ ਵਾਲੇ ਹਾਂ। ਮੇਰੇ ਪਿਆਰੇ ਪਰਿਵਾਰਜਨੋ, ਜਦ ਦੇਸ਼ ਵਿੱਚ ਗਰੀਬੀ ਘੱਟ ਹੁੰਦੀ ਹੈ ਤਾਂ ਦੇਸ਼ ਦੀ ਮੱਧਮ ਵਰਗੀ ਤਾਕਤ ਬਹੁਤ ਵੱਧਦੀ ਹੈ। ਅਤੇ ਜੇ ਦੁਨੀਆ ਵਿੱਚ, ਮੈਂ ਤੁਹਾਨੂੰ ਯਕੀਨ ਦਿਲਾਉਂਦਾ, ਆਉਣ ਵਾਲੇ 5 ਸਾਲਾਂ 'ਚ ਮੋਦੀ ਦੀ ਗਰੰਟੀ ਹੈ, ਦੇਸ਼ ਪਹਿਲੀਆਂ 3 ਵੈਸ਼ਵਿਕ ਅਰਥ ਵਿਵਸਥਾਵਾਂ ਵਿੱਚ ਆਪਣੀ ਜਗ੍ਹਾ ਬਣਾ ਲਏਗਾ। ਇਹ ਪੱਕਾ ਸਥਾਨ ਲੈ ਲਵੇਗਾ। ਅੱਜ ਜੋ 13.5 ਕਰੋੜ ਗਰੀਬੀ ਤੋਂ ਬਾਹਰ ਆਏ ਹੋਏ ਲੋਕ ਨੇ, ਉਹ ਇੱਕ ਤਰ੍ਹਾਂ ਨਾਲ ਮੱਧਮ ਵਰਗੀ ਤਾਕਤ ਬਣ ਜਾਂਦੇ ਨੇ। ਜਦ ਗਰੀਬ ਦੀ ਖਰੀਦ ਸ਼ਕਤੀ ਵੱਧਦੀ ਹੈ ਤਾਂ ਮੱਧਮ ਵਰਗ ਦੀ ਵਪਾਰ ਸ਼ਕਤੀ ਵੱਧਦੀ ਹੈ। ਜਦ ਪਿੰਡ ਦੀ ਖਰੀਦ ਸ਼ਕਤੀ ਵੱਧਦੀ ਹੈ ਤਾਂ ਕਸਬੇ ਅਤੇ ਸ਼ਹਿਰ ਦੀ ਆਰਥਿਕ ਵਿਵਸਥਾ ਹੋਰ ਤੇਜ਼ ਗਤੀ ਨਾਲ ਦੌੜਦੀ ਹੈ। ਅਤੇ ਇਹੀ ਇੰਟਰਕਨੈਕਟਿਡ ਸਾਡਾ ਅਰਥ ਚੱਕਰ ਹੁੰਦਾ ਹੈ। ਅਸੀਂ ਉਸ ਨੂੰ ਤਾਕਤ ਦੇ ਕੇ ਅੱਗੇ ਚੱਲਣਾ ਚਾਹੁੰਦੇ ਹਾਂ। ਮੇਰੇ ਪਿਆਰੇ ਪਰਿਵਾਰਜਨੋ, ਸ਼ਹਿਰ ਦੇ ਅੰਦਰ ਜੋ ਕਮਜ਼ੋਰ ਲੋਕ ਰਹਿੰਦੇ ਨੇ, ਬਿਨਾਂ ਘਰ ਤੋਂ ਮੁਸੀਬਤ ਰਹਿੰਦੀ ਹੈ। ਮੱਧਮ ਵਰਗੀ ਪਰਿਵਾਰ ਆਪਣੇ ਖੁਦ ਦੇ ਘਰ ਦਾ ਸੁਪਨਾ ਵੇਖ ਰਹੇ ਨੇ। ਅਸੀਂ ਉਸ ਦੇ ਲਈ ਆਉਣ ਵਾਲੇ ਕੁਝ ਸਾਲਾਂ ਵਿੱਚ ਇੱਕ ਯੋਜਨਾ ਲੈ ਕੇ ਆ ਰਹੇ ਹਾਂ, ਅਤੇ ਜਿਸ ਵਿੱਚ ਅਜਿਹੇ ਮੇਰੇ ਪਰਿਵਾਰਜਨ ਜੋ ਸ਼ਹਿਰਾਂ ਵਿੱਚ ਰਹਿੰਦੇ ਨੇ ਪਰ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ, ਝੁੱਗੀ ਝੌਂਪੜੀ 'ਚ ਰਹਿੰਦੇ ਨੇ, ਚੌਲ ਵਿੱਚ ਰਹਿੰਦੇ ਨੇ, ਅਨਆਥੋਰਾਈਜ਼ਡ ਕਾਲੋਨੀਜ਼ ਵਿੱਚ ਰਹਿੰਦੇ ਨੇ, ਅਜਿਹੇ ਮੇਰੇ ਪਰਿਵਾਰਜਨ ਜੇ ਆਪਣਾ ਮਕਾਨ ਬਣਾਉਣਾ ਚਾਹੁੰਦੇ ਨੇ ਤਾਂ ਬੈਂਕ ਤੋਂ ਜੋ ਲੋਨ ਮਿਲੇਗਾ ਉਸ ਦੇ ਵਿਆਜ ਵਿੱਚ ਰਾਹਤ ਦੇ ਕੇ ਲੱਖਾਂ ਰੁਪਈਆਂ ਦੀ ਮਦਦ ਕਰਨ ਦਾ ਅਸੀਂ ਫੈਸਲਾ ਕੀਤਾ ਹੈ। ਮੇਰੇ ਮੱਧਮ ਵਰਗੀ ਪਰਿਵਾਰ ਨੂੰ 2 ਲੱਖ ਤੋਂ 7 ਲੱਖ ਇਨਕਮ ਟੈਕਸ ਦੀ ਸੀਮਾ ਵੱਧ ਜਾਂਦੀ ਹੈ ਤਾਂ ਸਭ ਤੋਂ ਵੱਡਾ ਲਾਭ ਸੈਲਰੀ ਕਲਾਸ ਨੂੰ ਹੁੰਦਾ, ਮੇਰੇ ਮੱਧਮ ਵਰਗ ਨੂੰ ਹੁੰਦਾ। ਇੰਟਰਨੈੱਟ ਦਾ ਡੇਟਾ ਬਹੁਤ ਮਹਿੰਗਾ ਸੀ 2014 ਤੋਂ ਪਹਿਲਾਂ। ਅੱਜ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਦਾ ਡੇਟਾ ਹੈ। ਹਰ ਪਰਿਵਾਰ ਦੇ ਪੈਸੇ ਬਚ ਰਹੇ ਨੇ। ਮੇਰੇ ਪਿਆਰੇ ਪਰਿਵਾਰਜਨੋ, ਵਿਸ਼ਵ ਕਰੋਨਾ ਤੋਂ ਬਾਅਦ ਹਾਲੇ ਤੱਕ ਉੱਭਰ ਨਹੀਂ ਪਾਇਆ ਹੈ। ਜੰਗ ਨੇ ਫਿਰ ਇੱਕ ਨਵੀਂ ਮੁਸੀਬਤ ਪੈਦਾ ਕੀਤੀ ਹੈ। ਅੱਜ ਦੁਨੀਆ ਮਹਿੰਗਾਈ ਦੇ ਸੰਕਟ ਨਾਲ ਜੂਝ ਰਹੀ ਹੈ। ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਮਹਿੰਗਾਈ ਨੇ ਦਬੋਚ ਕੇ ਰੱਖਿਆ। ਅਸੀਂ ਵੀ ਦੁਨੀਆ ਤੋਂ ਜਿਸ ਸਮਾਨ ਦੀ ਜ਼ਰੂਰਤ ਹੁੰਦੀ ਹੈ ਲਿਆਉਂਦੇ ਹਾਂ, ਤਾਂ ਅਸੀਂ ਸਮਾਨ ਤਾਂ ਇੰਪੋਰਟ ਕਰਦੇ ਹਾਂ, ਪਰ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਮਹਿੰਗਾਈ ਵੀ ਇੰਪੋਰਟ ਕਰਨੀ ਪੈਂਦੀ ਹੈ। ਪੂਰੀ ਦੁਨੀਆ ਨੂੰ ਮਹਿੰਗਾਈ ਨੇ ਜਕੜ ਕੇ ਰੱਖਿਆ ਹੋਇਆ। ਲੇਕਿਨ ਮੇਰੇ ਪਿਆਰੇ ਪ੍ਰੀਏ ਪਰਿਵਾਰਜਨੋ, ਭਾਰਤ ਨੇ ਮਹਿੰਗਾਈ ਨੂੰ ਕਾਬੂ 'ਚ ਰੱਖਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਪਿਛਲੇ ਕਾਲਖੰਡ ਦੀ ਤੁਲਨਾ ਵਿੱਚ ਸਾਨੂੰ ਕੁਝ ਸਫਲਤਾ ਵੀ ਮਿਲੀ ਹੈ, ਲੇਕਿਨ ਇਹਨੇ ਨਾਲ ਸੰਤੁਸ਼ਟ ਨਹੀਂ ਹੋ ਸਕਦੇ। ਦੁਨੀਆ ਨਾਲੋਂ ਸਾਡੀ ਸਥਿਤੀ ਚੰਗੀ ਹੈ, ਇਹਨੇ ਨਾਲ ਅਸੀਂ ਸੰਤੁਸ਼ਟ ਨਹੀਂ ਹੋ ਸਕਦੇ। ਮੈਂ ਤਾਂ ਮੇਰੇ ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਬੋਝ ਘੱਟ ਤੋਂ ਘੱਟ ਹੋਵੇ, ਇਸ ਦਿਸ਼ਾ ਵੱਲ ਹੋਰ ਵੀ ਕਦਮ ਚੁੱਕਣੇ ਨੇ, ਅਤੇ ਅਸੀਂ ਇਹ ਕਦਮ ਚੁੱਕ ਕੇ ਹੀ ਰਹਾਂਗੇ। ਮੇਰੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ। ਮੇਰੇ ਪਿਆਰੇ ਪਰਿਵਾਰਜਨੋ, ਹਰ ਦੇਸ਼ ਅਨੇਕਾਂ ਸਮਰੱਥਾਵਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਦੇਸ਼ ਆਧੁਨਿਕਤਾ ਦੇ ਵੱਲ ਅੱਗੇ ਵਧਣ ਲਈ ਕੰਮ ਕਰ ਰਿਹਾ ਹੈ। ਅੱਜ ਦੇਸ਼ ਰੀਨਿਊਏਬਲ ਐਨਰਜੀ ਉੱਤੇ ਕੰਮ ਕਰ ਰਿਹਾ ਹੈ। ਅੱਜ ਦੇਸ਼ ਗ੍ਰੀਨ ਹਾਈਡਰੋਜਨ 'ਤੇ ਕੰਮ ਕਰ ਰਿਹਾ ਹੈ। ਦੇਸ਼ ਦੀ ਸਪੇਸ ਸਮਰੱਥਾ ਵਧ ਰਹੀ ਹੈ ਅਤੇ ਦੇਸ਼ ਡੀਪ ਸੀ ਮਿਸ਼ਨ ਵਿੱਚ ਵੀ ਸਫਲਤਾ ਨਾਲ ਅੱਗੇ ਵਧ ਰਿਹਾ ਹੈ।
ਦੇਸ਼ ਵਿੱਚ ਰੇਲ ਆਧੁਨਿਕ ਹੋ ਰਹੀ ਹੈ ਤਾਂ ਵੰਦੇ ਭਾਰਤ ਬੁਲੇਟ ਟ੍ਰੇਨ ਵੀ ਅੱਜ ਦੇਸ਼ ਦੇ ਅੰਦਰ ਕੰਮ ਕਰ ਰਹੀ ਹੈ। ਪਿੰਡ-ਪਿੰਡ ਪੱਕੀਆਂ ਸੜਕਾਂ ਬਣ ਰਹੀਆਂ ਨੇ ਤਾਂ ਇਲੈਕਟ੍ਰਿਕ ਬੱਸਿਸ, ਮੈਟਰੋ ਦੀ ਵੀ ਰਚਨਾ ਅੱਜ ਦੇਸ਼ ਵਿੱਚ ਹੋ ਰਹੀ ਹੈ। ਅੱਜ ਪਿੰਡ-ਪਿੰਡ ਇੰਟਰਨੈਟ ਪਹੁੰਚ ਰਿਹਾ ਹੈ ਤੇ ਕੁਆਂਟਮ ਕੰਪਿਊਟਰ ਲਈ ਵੀ ਦੇਸ਼ ਤਿਆਰ ਹੈ। ਨੈਨੋ DAP 'ਤੇ ਕੰਮ ਹੋ ਰਿਹਾ ਹੈ ਤੇ ਦੂਜੇ ਪਾਸੇ ਜੈਵਿਕ ਖੇਤੀ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ। ਅੱਜ ਕਿਸਾਨ ਉਤਪਾਦਨ ਸੰਘ FPO ਦਾ ਨਿਰਮਾਣ ਹੋ ਰਿਹਾ ਹੈ ਤੇ ਅਸੀਂ ਸੈਮੀ ਕੰਡਕਟਰ ਦਾ ਨਿਰਮਾਣ ਵੀ ਕਰਨ ਜਾ ਰਹੇ ਹਾਂ। ਅਸੀਂ ਦਿਵਿਆਂਗ ਜਨਾਂ ਲਈ ਇੱਕ ਸੁਗਮ ਭਾਰਤ ਦੇ ਨਿਰਮਾਣ ਲਈ ਕੰਮ ਕਰ ਰਹੇ ਹਾਂ ਤੇ ਅਸੀਂ ਪੈਰਾ ਓਲੰਪਿਕ ਵਿੱਚ ਭਾਰਤ ਦਾ ਤਿਰੰਗਾ ਝੰਡਾ ਗੱਡਣ ਲਈ ਆਪਣੇ ਦਿਵਿਆਂਗ ਜਨਾਂ ਨੂੰ ਸਮਰੱਥਾਵਾਨ ਬਣਾ ਰਹੇ ਹਾਂ। ਅਸੀਂ ਖਿਡਾਰੀਆਂ ਨੂੰ ਸਪੈਸ਼ਲ ਟ੍ਰੇਨਿੰਗ ਦੇ ਰਹੇ ਹਾਂ। ਅੱਜ ਭਾਰਤ ਪੁਰਾਣੀ ਸੋਚ, ਪੁਰਾਣੇ ਢਰਰੇ ਨੂੰ ਛੱਡ ਕੇ ਟੀਚਿਆਂ ਨੂੰ ਤੈਅ ਕਰਕੇ ਟੀਚਿਆਂ ਨੂੰ ਹਾਸਿਲ ਕਰਨ ਲਈ ਚੱਲ ਰਿਹਾ ਹੈ। ਤੇ ਜਦੋਂ ਮੈਂ ਕਹਿਣਾ ਨਾ ਕਿ ਜਿਸ ਦੀ ਨੀਂਹ ਸਾਡੀ ਸਰਕਾਰ ਰੱਖਦੀ ਹੈ ਉਸ ਦਾ ਉਦਘਾਟਨ ਵੀ ਆਪਣੇ ਹੀ ਕਾਲਖੰਡ ਵਿੱਚ ਕਰਦੀ ਹੈ। ਇਹਨਾਂ ਦਿਨਾਂ ਵਿੱਚ ਜਿਹੜਾ ਨੀਂਹ ਪੱਥਰ ਮੈਂ ਰੱਖ ਰਿਹਾ ਨਾ, ਤੁਸੀਂ ਲਿਖ ਕੇ ਰੱਖ ਲਓ, ਉਸ ਦਾ ਉਦਘਾਟਨ ਵੀ ਤੁਸੀਂ ਸਾਰਿਆਂ ਨੇ ਮੇਰੀ ਕਿਸਮਤ ਵਿੱਚ ਹੀ ਛੱਡਿਆ ਹੈ। ਸਾਡਾ ਕਾਰਜ ਸੱਭਿਆਚਾਰ, ਵੱਡਾ ਸੋਚਣਾ, ਦੂਰ ਦਾ ਸੋਚਣਾ, ਸਰਵਜਨ ਹਿਤਾਏ ਸਰਵਜਨ ਸੁਖਾਏ ਸੋਚਣਾ ਸਾਡੀ ਕਾਰਜ ਸ਼ੈਲੀ ਰਹੀ ਹੈ। ਅੱਜ ਸੋਚ ਤੋਂ ਵੀ ਜ਼ਿਆਦਾ, ਸੰਕਲਪ ਤੋਂ ਵੀ ਜ਼ਿਆਦਾ ਹਾਸਿਲ ਕਿਵੇਂ ਕਰਨਾ ਹੈ, ਇਸ ਊਰਜਾ ਨਾਲ ਅਸੀਂ ਕੰਮ ਕਰਦੇ ਹਾਂ। ਅਸੀਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ 75,000 ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਕੀਤਾ ਸੀ। ਉਸ ਵੇਲੇ ਅਸੀਂ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਕੀਤਾ ਸੀ। ਕਈ 50-55 ਹਜ਼ਾਰ ਅੰਮ੍ਰਿਤ ਸਰੋਵਰ ਬਣਾਉਣ ਦੀ ਕਲਪਨਾ ਕੀਤੀ ਸੀ, ਲੇਕਿਨ ਅੱਜ ਕਰੀਬ 75,000 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਹੋ ਰਿਹਾ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਕੰਮ ਹੋ ਰਿਹਾ ਹੈ। ਜਨ ਸ਼ਕਤੀ ਤੇ ਜਲ ਸ਼ਕਤੀ ਦੀ ਇਹ ਤਾਕਤ ਭਾਰਤ ਦੇ ਵਾਤਾਵਰਣ ਦੀ ਰੱਖਿਆ ਵਿੱਚ ਵੀ ਕੰਮ ਆਉਣ ਵਾਲੀ ਹੈ। 18,000 ਪਿੰਡਾਂ ਤੱਕ ਬਿਜਲੀ ਪਹੁੰਚਾਉਣਾ, ਜਨ ਧਨ ਬੈਂਕ ਖਾਤੇ ਖੋਲ੍ਹਣਾ, ਬੇਟੀਆਂ ਲਈ ਸ਼ੌਚਾਲਯ ਬਣਾਉਣਾ, ਸਾਰੇ ਟਾਰਗੇਟ ਸਮੇਂ ਤੋਂ ਪਹਿਲਾਂ ਪੂਰੀ ਸ਼ਕਤੀ ਨਾਲ ਪੂਰਾ ਕਰੇਗਾ। ਤੇ ਜਦ ਭਾਰਤ ਠਾਣ ਲੈਂਦਾ ਤਾਂ ਉਸ ਨੂੰ ਪੂਰਾ ਕਰਕੇ ਰਹਿੰਦਾ। ਇਹ ਸਾਡਾ ਟਰੈਕ ਰਿਕਾਰਡ ਕਹਿੰਦਾ ਹੈ। 200 ਕਰੋੜ ਵੈਕਸੀਨੇਸ਼ਨ ਦਾ ਕੰਮ ਦੁਨੀਆ ਜਦ ਸਾਨੂੰ ਪੁੱਛਦੀ ਹੈ ਤਾਂ 200 ਕਰੋੜ ਸੁਣਦੀ ਹੈ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ। ਇੰਨਾ ਵੱਡਾ ਕੰਮ ਇਹ ਮੇਰੇ ਦੇਸ਼ ਦੇ ਆਂਗਣਵਾੜੀ ਵਰਕਰ, ਸਾਡੀਆਂ ਆਸ਼ਾ ਵਰਕਰ, ਸਾਡੀਆਂ ਹੈਲਥ ਵਰਕਰਸ ਨੇ ਕਰਕੇ ਵਿਖਾਇਆ। ਇਹ ਹੈ ਮੇਰੇ ਦੇਸ਼ ਦੀ ਸਮਰੱਥਾ। 5G ਨੂੰ ਰੋਲ ਆਊਟ ਕੀਤਾ। ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ 5G ਰੋਲ ਆਊਟ ਕਰਨ ਵਾਲਾ ਮੇਰਾ ਦੇਸ਼ ਹੈ। 700 ਤੋਂ ਵੱਧ ਜ਼ਿਲ੍ਹਿਆਂ ਵਿੱਚ ਪਹੁੰਚ ਚੁੱਕਾ ਅਤੇ ਹੁਣ 6G ਦੀ ਵੀ ਤਿਆਰੀ ਕਰ ਰਹੇ ਹਾਂ। ਅਸੀਂ ਟਾਸਕ ਫੋਰਸ ਬਣਾ ਦਿੱਤਾ ਹੈ। ਰੀਨਿਊਏਬਲ ਐਨਰਜੀ, ਅਸੀਂ ਟਾਰਗੇਟ ਤੋਂ ਪਹਿਲਾਂ ਚੱਲੇ ਹਾਂ। ਅਸੀਂ ਰੀਨਿਊਏਬਲ ਐਨਰਜੀ 2030 ਦਾ ਜੋ ਟਾਰਗੇਟ ਤੈਅ ਕੀਤਾ ਸੀ, 21-22 'ਚ ਉਸ ਨੂੰ ਪੂਰਾ ਕਰ ਦਿੱਤਾ। ਅਸੀਂ ਐਥੇਨੋਲ ਵਿੱਚ 35% ਬਲੈਂਡਿੰਗ ਦੀ ਗੱਲ ਕੀਤੀ ਸੀ, ਉਹ ਵੀ ਅਸੀਂ ਸਮੇਂ ਤੋਂ 5 ਸਾਲ ਪਹਿਲਾਂ ਪੂਰੀ ਕਰ ਦਿੱਤੀ। ਅਸੀਂ $500 ਬਿਲੀਅਨ ਦੇ ਐਕਸਪੋਰਟ ਦੀ ਵੀ ਗੱਲ ਕੀਤੀ ਸੀ, ਉਹ ਵੀ ਸਮੇਂ ਤੋਂ ਪਹਿਲਾਂ $500 ਬਿਲੀਅਨ ਤੋਂ ਜ਼ਿਆਦਾ ਕਰ ਦਿੱਤਾ। ਅਸੀਂ ਤੈਅ ਕੀਤਾ ਕਿ ਸਾਡੇ ਦੇਸ਼ ਵਿੱਚ 25 ਸਾਲਾਂ ਤੋਂ ਚਰਚਾ ਹੋ ਰਹੀ ਸੀ ਕਿ ਦੇਸ਼ ਵਿੱਚ ਨਵੀਂ ਸੰਸਦ ਬਣੇ। ਇਹ ਮੋਦੀ ਹੈ, ਸਮੇਂ ਤੋਂ ਪਹਿਲਾਂ ਨਵੀਂ ਸੰਸਦ ਬਣਾ ਕੇ ਰੱਖ ਦਿੱਤੀ। ਮੇਰੇ ਪਿਆਰੇ ਭੈਣੋ ਤੇ ਭਰਾਓ, ਇਹ ਕੰਮ ਕਰਨ ਵਾਲੀ ਸਰਕਾਰ ਹੈ। ਇਹ ਭਾਰੀ ਟੀਚਿਆਂ ਨੂੰ ਪਾਰ ਕਰਨ ਵਾਲੀ ਸਰਕਾਰ ਹੈ। ਇਹ ਨਵਾਂ ਭਾਰਤ ਹੈ। ਇਹ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਭਾਰਤ ਹੈ। ਇਹ ਸੰਕਲਪਾਂ ਨੂੰ ਪੂਰਾ ਕਰਨ ਲਈ ਜੀ ਜਾਨ ਨਾਲ ਜੁਟਿਆ ਹੋਇਆ ਭਾਰਤ ਹੈ ਅਤੇ ਇਸ ਲਈ ਇਹ ਭਾਰਤ ਨਾ ਰੁਕਦਾ ਹੈ, ਨਾ ਥੱਕਦਾ ਹੈ। ਇਹ ਭਾਰਤ ਨਾ ਹੱਫਦਾ ਹੈ
ਤੇ ਨਾ ਇਹ ਭਾਰਤ ਹਾਰਦਾ ਹੈ। ਤੇ ਇਸ ਲਈ ਮੇਰੇ ਪਿਆਰੇ ਪ੍ਰੀਏ ਪਰਿਵਾਰਜਨੋ, ਆਰਥਿਕ ਸ਼ਕਤੀ ਵਧੀ ਹੈ ਤਾਂ ਸਾਡੀ ਕਿਰਤ ਸ਼ਕਤੀ ਨੂੰ ਵੀ ਇੱਕ ਨਵੀਂ ਤਾਕਤ ਮਿਲੀ ਹੈ। ਸਾਡੀਆਂ ਸੀਮਾਵਾਂ ਪਹਿਲਾਂ ਤੋਂ ਵਧੇਰੇ ਸੁਰੱਖਿਅਤ ਹੋਈਆਂ ਨੇ ਤੇ ਸਾਡੀ ਸੀਮਾ 'ਤੇ ਬੈਠੇ ਸਾਡੇ ਜਵਾਨ ਜੋ ਦੇਸ਼ ਦੀ ਸੀਮਾ ਦੀ ਸੁਰੱਖਿਆ ਕਰ ਰਹੇ ਨੇ ਤੇ ਮੇਰੇ ਦੇਸ਼ ਦੀ ਆਂਤਰਿਕ ਸੁਰੱਖਿਆ ਨੂੰ ਸੰਭਾਲਣ ਵਾਲੇ ਯੂਨੀਫਾਰਮ ਫੋਰਸਿਸ, ਮੈਂ ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਉੱਤੇ ਉਹਨਾਂ ਨੂੰ ਵੀ ਬਹੁਤ ਸਾਰੀ ਵਧਾਈ ਦਿੰਦੇ ਹੋਏ ਆਪਣੀ ਗੱਲ ਨੂੰ ਅੱਗੇ ਵਧਾਉਂਦਾ। ਸੈਨਾ ਦਾ ਆਧੁਨਿਕਰਨ ਹੋਵੇ, ਸਾਡੀ ਸੈਨਾ ਯੁਵਾ ਬਣੇ, ਸਾਡੀ ਸੈਨਾ ਬੈਟਲ ਲਈ ਰੈਡੀ, ਯੁੱਧਯੋਗ ਬਣੇ, ਇਸ ਲਈ ਲਗਾਤਾਰ ਰਿਫਾਰਮਸ ਦਾ ਕੰਮ ਅੱਜ ਸਾਡੀ ਸੈਨਾ ਵਿੱਚ ਹੋ ਰਿਹਾ ਹੈ। ਮੇਰੇ ਪਿਆਰੇ ਪਰਿਵਾਰਜਨੋ, ਆਏ ਦਿਨ ਅਸੀਂ ਸਾਰੇ ਸੁਣਿਆ ਕਰਦੇ ਸੀ ਕਿ ਕਦੇ ਇੱਥੇ ਬੰਬ ਧਮਾਕਾ ਹੋਇਆ, ਕਦੇ ਉੱਥੇ ਬੰਬ ਧਮਾਕਾ ਹੋਇਆ। ਹਰੇਕ ਜਗ੍ਹਾ 'ਤੇ ਲਿਖਿਆ ਰਹਿੰਦਾ ਸੀ ਕਿ ਇਸ ਬੈਗ ਨੂੰ ਨਹੀਂ ਛੂਹਣਾ, ਅਨਾਊਂਸਮੈਂਟ ਹੁੰਦੇ ਰਹਿੰਦੇ ਸੀ। ਅੱਜ ਦੇਸ਼ ਸੁਰੱਖਿਆ ਦੀ ਮਜ਼ਬੂਤੀ ਨੂੰ ਮਹਿਸੂਸ ਕਰ ਰਿਹਾ ਹੈ ਤੇ ਜਦੋਂ ਸੁਰੱਖਿਆ ਹੁੰਦੀ ਹੈ, ਸ਼ਾਂਤੀ ਹੁੰਦੀ ਹੈ ਤਾਂ ਵਿਕਾਸ ਦੇ ਨਵੇਂ ਅਰਮਾਨ ਅਸੀਂ ਪੂਰੇ ਕਰ ਸਕਦੇ ਹਾਂ। ਉਸ ਦੇ ਲਈ ਸੀਰੀਅਲ ਬੰਬ ਧਮਾਕਿਆਂ ਦਾ ਜ਼ਮਾਨਾ ਬੀਤੀ ਹੋਈ ਗੱਲ ਹੋ ਗਈ ਹੈ। ਨਿਰਦੋਸ਼ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ ਸੀ ਉਹ ਬੀਤੇ ਹੋਏ ਕੱਲ੍ਹ ਦੀ ਗੱਲ ਹੋ ਗਈ ਹੈ। ਅੱਜ ਦੇਸ਼ 'ਚ ਆਤੰਕੀ ਹਮਲਿਆਂ 'ਚ ਭਾਰੀ ਕਮੀ ਆਈ ਹੈ। ਨਕਸਲ ਪ੍ਰਭਾਵਿਤ ਖੇਤਰਾਂ 'ਚ ਵੀ ਬਹੁਤ ਵੱਡਾ ਬਦਲਾਵ ਆਇਆ ਹੈ। ਬਹੁਤ ਵੱਡਾ ਪਰਿਵਰਤਨ ਦਾ ਇੱਕ ਵਾਤਾਵਰਣ ਬਣਿਆ ਹੈ। ਮੇਰੇ ਪਿਆਰੇ ਪਰਿਵਾਰਜਨੋ, ਵਿਕਾਸ ਦੀ ਹਰ ਚੀਜ਼ 'ਚ, ਪਰ ਜਦੋਂ 2047 ਅਸੀਂ ਵਿਕਸਿਤ ਭਾਰਤ ਦਾ ਸੁਪਨਾ ਲੈ ਕੇ ਚੱਲ ਰਹੇ ਹਾਂ, ਉਦੋਂ ਉਹ ਇਹ ਸੁਪਨਾ ਨਹੀਂ, 140 ਕਰੋੜ ਦੇਸ਼ ਵਾਸੀਆਂ ਦਾ ਸੰਕਲਪ ਹੈ ਤੇ ਉਸ ਸੰਕਲਪ ਨੂੰ ਸਿੱਧ ਕਰਨ ਦੇ ਲਈ ਮਿਹਨਤ ਦੀ ਇੱਛਾ ਵੀ ਹੈ। ਤੇ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਉਹ ਰਾਸ਼ਟਰੀ ਚਰਿੱਤਰ ਹੁੰਦਾ ਹੈ। ਦੁਨੀਆ 'ਚ ਜਿਹੜੇ ਮੁਲਕਾਂ ਨੇ ਵਿਕਾਸ ਕੀਤਾ ਹੈ, ਦੁਨੀਆ 'ਚ ਜੋ ਦੇਸ਼ ਸੰਕਟਾਂ ਨੂੰ ਪਾਰ ਕਰਕੇ ਨਿਕਲੇ ਨੇ, ਉਸ ਸਭ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਕੈਟਾਲਿਟਿਕ ਏਜੰਟ ਰਿਹਾ ਹੈ, ਉਹ ਰਾਸ਼ਟਰੀ ਚਰਿੱਤਰ ਰਿਹਾ ਹੈ। ਤੇ ਸਾਨੂੰ ਰਾਸ਼ਟਰੀ ਚਰਿੱਤਰ ਉੱਤੇ ਹੋਰ ਜ਼ੋਰ ਦਿੰਦੇ ਹੋਏ ਹੋਰ ਅੱਗੇ ਵਧਣਾ ਹੋਏਗਾ। ਸਾਡਾ ਦੇਸ਼, ਸਾਡਾ ਰਾਸ਼ਟਰੀ ਚਰਿੱਤਰ ਉਹ ਜਸਵੀ ਹੋਵੇ ਤੇ ਜਸਵੀ ਹੋਵੇ, ਪੁਰਸ਼ਾਰਥੀ ਹੋਵੇ, ਪਰਾਕਰਮੀ ਹੋਵੇ, ਪ੍ਰਖਰ ਹੋਵੇ। ਇਹ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ ਤੇ ਆਉਣ ਵਾਲੇ 25 ਸਾਲ ਅਸੀਂ ਇੱਕ ਹੀ ਮੰਤਰ ਨੂੰ ਲੈ ਕੇ ਚੱਲੇ ਹਾਂ ਕਿ ਸਾਡਾ ਰਾਸ਼ਟਰ ਚਰਿੱਤਰ 'ਚ ਸਿਰਮੌਰ ਹੋਣਾ ਚਾਹੀਦਾ ਹੈ। ਏਕਤਾ ਦਾ ਸੰਦੇਸ਼, ਭਾਰਤ ਦੀ ਏਕਤਾ ਨੂੰ ਜਿਉਣਾ, ਭਾਰਤ ਦੀ ਏਕਤਾ ਨੂੰ ਆਂਚ ਨਾ ਆਵੇ। ਨਾ ਇਸ ਤਰ੍ਹਾਂ ਦੀ ਮੇਰੀ ਭਾਸ਼ਾ ਹੋਏਗੀ, ਨਾ ਹੀ ਇਸ ਤਰ੍ਹਾਂ ਦਾ ਮੇਰਾ ਕਦਮ ਹੋਏਗਾ। ਹਰ ਵੇਲੇ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਮੇਰੇ ਦੇਸ਼ ਲਈ ਹੁੰਦੀ ਰਹੇਗੀ। ਭਾਰਤ ਦੀ ਏਕਤਾ ਸਾਨੂੰ ਸਮਰੱਥਾ ਦਿੰਦੀ ਹੈ। ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਮਰਦ ਹੋਵੇ, ਨਾਰੀ ਹੋਵੇ, ਅਸੀਂ ਸਭ ਨੇ ਏਕਤਾ ਦੇ ਭਾਵ ਦੇ ਨਾਲ ਤੇ ਭਿੰਨਤਾ ਭਰੇ ਦੇਸ਼ 'ਚ ਏਕਤਾ ਦੀ ਸਮਰੱਥਾ ਹੁੰਦੀ ਹੈ। ਤੇ ਦੂਜੀ ਮਹੱਤਵ ਦੀ ਗੱਲ ਮੈਂ ਵੇਖ ਰਿਹਾ ਕਿ ਜੋ 2047 'ਚ ਸਾਨੂੰ ਸਾਡੇ ਦੇਸ਼ ਨੂੰ ਵਿਕਸਿਤ ਭਾਰਤ ਦੇ ਰੂਪ 'ਚ ਦੇਖਣਾ ਹੈ ਤੇ ਸਾਨੂੰ ਸ੍ਰੇਸ਼ਠ ਭਾਰਤ ਦੇ ਮੰਤਰ ਨੂੰ ਜਿਉਣਾ ਹੋਏਗਾ। ਸਾਨੂੰ ਚਰਿਤਾਰਥ ਕਰਨਾ ਪਏਗਾ। ਹੁਣ ਸਾਡੀ ਸੁਰੱਖਿਆ 'ਚ ਮੈਂ 2014 'ਚ ਕਿਹਾ ਸੀ, ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ। ਦੁਨੀਆ ਦੇ ਕਿਸੇ ਵੀ ਟੇਬਲ 'ਤੇ ਮੇਕ ਇਨ ਇੰਡੀਆ ਚੀਜ਼ ਹੋਵੇ ਤਾਂ ਦੁਨੀਆ ਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਇਸ ਤੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ। ਇਹ ਅਲਟੀਮੇਟ ਹੋਏਗਾ। ਸਾਡੀ ਹਰ ਚੀਜ਼, ਸਾਡੀਆਂ ਸਰਵਿਸਿਜ਼ ਉਹ ਸਰਵ ਸ੍ਰੇਸ਼ਠ ਹੋਣਗੀਆਂ। ਸਾਡੇ ਬੋਲ ਦੀ ਤਾਕਤ ਹੋਏਗੀ, ਉਹ ਸਰਵ ਸ੍ਰੇਸ਼ਠ ਹੋਏਗੀ। ਸਾਡੀਆਂ ਸੰਸਥਾਵਾਂ ਹੋਣਗੀਆਂ ਤਾਂ ਸਰਵ ਸ੍ਰੇਸ਼ਠ ਹੋਣਗੀਆਂ। ਸਾਡੀਆਂ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਹੋਣਗੀਆਂ, ਉਹ ਵੀ ਸਰਵ ਸ੍ਰੇਸ਼ਠ ਹੋਣਗੀਆਂ। ਸਾਨੂੰ ਇਸ ਸਰਵ ਸ੍ਰੇਸ਼ਠਤਾ ਦਾ ਭਾਵ ਲੈ ਕੇ ਚੱਲਣਾ ਪਏਗਾ। ਤੀਜੀ ਗੱਲ ਹੈ
ਦੇਸ਼ ਨੂੰ ਅੱਗੇ ਵਧਣ ਦੇ ਲਈ ਇੱਕ ਹੋਰ ਸ਼ਕਤੀ ਦਾ ਸਮਰਥ ਭਾਰਤ ਨੂੰ ਅੱਗੇ ਲਿਜਾਣ ਵਾਲਾ ਹੈ, ਤੇ ਉਹ ਹੈ ਵਿਮਨ ਲੈਡ ਡਿਵੈਲਪਮੈਂਟ। ਅੱਜ ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਦੁਨੀਆ 'ਚ ਨਾਗਰਿਕ ਉਡਿਆਨ 'ਚ ਜੇ ਕਿਸੇ ਦੇਸ਼ 'ਚ ਸਭ ਤੋਂ ਜ਼ਿਆਦਾ ਵਿਮਨ ਪਾਇਲਟਸ ਨੇ ਤਾਂ ਉਹ ਮੇਰੇ ਦੇਸ਼ 'ਚ ਨੇ। ਅੱਜ ਚੰਦਰਯਾਨ ਦੀ ਗਤੀ ਹੋਵੇ, ਮੂਨ ਮਿਸ਼ਨ ਦੀ ਗੱਲ ਹੋਵੇ, ਮੇਰੇ ਵਿਮਨ ਸਾਇੰਟਿਸਟ ਉਸ ਦੀ ਅਗਵਾਈ ਕਰ ਰਹੇ ਨੇ। ਅੱਜ ਵਿਮਨ ਸੈਲਫ ਹੈਲਪ ਗਰੁੱਪ ਹੋਣ, ਮੇਰੀ 2 ਕਰੋੜ ਲੱਖਪਤੀ ਦੀਦੀਆਂ ਦਾ ਟੀਚਾ ਲੈ ਕੇ ਅੱਜ ਵਿਮਨ ਸੈਲਫ ਹੈਲਪ ਗਰੁੱਪ 'ਚ ਅਸੀਂ ਕੰਮ ਕਰ ਰਹੇ ਹਾਂ। ਅਸੀਂ ਸਾਡੀ ਨਾਰੀ ਸ਼ਕਤੀ ਨੂੰ ਵਧਾਉਂਦੇ ਹੋਏ ਵਿਮਨ ਲੈਡ ਡਿਵੈਲਪਮੈਂਟ 'ਚ, ਤੇ ਜਦੋਂ G20 'ਚ ਮੈਂ ਵਿਮਨ ਲੈਡ ਡਿਵੈਲਪਮੈਂਟ ਦੇ ਮਿਸ਼ਨ ਨੂੰ ਅੱਗੇ ਵਧਾਇਆ ਹੈ, ਤੇ ਪੂਰਾ G20 ਸਮੂਹ ਇਸ ਮਹੱਤਵ ਨੂੰ ਸਵੀਕਾਰ ਕਰ ਰਿਹਾ ਹੈ, ਤੇ ਉਸ ਦੇ ਮਹੱਤਵ ਨੂੰ ਸਵੀਕਾਰ ਕਰਕੇ ਉਹ ਉਸ ਉੱਤੇ ਬਲ ਦੇ ਰਹੇ ਨੇ। ਉਸੇ ਤਰ੍ਹਾਂ ਭਾਰਤ ਵਿਭਿੰਨਤਾਵਾਂ ਭਰਿਆ ਦੇਸ਼ ਹੈ। ਅਸੰਤੁਲਿਤ ਵਿਕਾਸ ਦੇ ਅਸੀਂ ਸ਼ਿਕਾਰ ਰਹੇ ਹਾਂ। ਮੇਰਾ ਪਰਾਇਆ ਦੇ ਕਾਰਨ ਸਾਡੇ ਦੇਸ਼ 'ਚ ਕੁਝ ਹਿੱਸੇ ਉਸ ਦੇ ਸ਼ਿਕਾਰ ਰਹੇ ਨੇ। ਹੁਣ ਸਾਨੂੰ ਰੀਜਨਲ ਐਸਪੀਰੇਸ਼ਨਸ ਨੂੰ, ਸੰਤੁਲਿਤ ਵਿਕਾਸ ਨੂੰ ਬਲ ਦੇਣਾ ਹੈ, ਤੇ ਰੀਜਨਲ ਐਸਪੀਰੇਸ਼ਨਸ ਨੂੰ ਲੈ ਕੇ ਉਸ ਭਾਵਨਾ ਨੂੰ ਸਨਮਾਨ ਦਿੰਦੇ ਹੋਏ, ਜਿੱਦਾਂ ਸਾਡੇ ਸਰੀਰ ਦਾ ਕੋਈ ਅੰਗ ਜੇ ਅਵਿਕਸਿਤ ਰਹੇ ਤਾਂ ਸਾਡਾ ਸਰੀਰ ਵਿਕਸਿਤ ਨਹੀਂ ਮੰਨਿਆ ਜਾਏਗਾ, ਤੇ ਸਰੀਰ ਦਾ ਅੰਗ ਕੋਈ ਕਮਜ਼ੋਰ ਰਹੇ ਤੇ ਸਾਡਾ ਸਰੀਰ ਸਵਸਥ ਨਹੀਂ ਮੰਨਿਆ ਜਾਏਗਾ। ਇੱਦਾਂ ਹੀ ਮੇਰੀ ਭਾਰਤ ਮਾਤਾ ਦਾ ਕੋਈ ਇੱਕ ਹਿੱਸਾ ਵੀ, ਸਮਾਜ ਦਾ ਕੋਈ ਤਬਕਾ ਵੀ ਜੇ ਕਮਜ਼ੋਰ ਰਹੇ ਤੇ ਮੇਰੀ ਭਾਰਤ ਮਾਤਾ ਸਮਰੱਥ ਹੋਵੇ, ਸਵਸਥ ਹੋਵੇ, ਇੱਦਾਂ ਸੋਚ ਕੇ ਅਸੀਂ ਬੈਠ ਨਹੀਂ ਸਕਦੇ। ਤੇ ਇਸ ਲਈ ਰੀਜਨਲ ਐਸਪੀਰੇਸ਼ਨਸ ਨੂੰ ਸਾਨੂੰ ਐਡਰੈਸ ਕਰਨ ਦੀ ਲੋੜ ਹੈ, ਤੇ ਇਸ ਲਈ ਅਸੀਂ ਸਮਾਜ ਦਾ ਬਹੁਮੁਖੀ ਵਿਕਾਸ ਹੋਏ, ਸਰਬਪੱਖੀ ਵਿਕਾਸ ਹੋਏ, ਭੂ-ਭਾਗ ਦੇ ਹਰ ਖੇਤਰ ਨੂੰ ਉਸ ਦੀ ਆਪਣੀ ਤਾਕਤ ਨੂੰ ਖਿੜਨ ਦਾ ਮੌਕਾ ਮਿਲੇ, ਉਸ ਦਿਸ਼ਾ 'ਚ ਅੱਗੇ ਵਧਣਾ ਚਾਹੁੰਦੇ ਹਾਂ। ਮੇਰੇ ਪਿਆਰੇ ਪ੍ਰਿਯ ਪਰਿਵਾਰਜਨੋਂ, ਭਾਰਤ ਇੱਕ ਮਦਰ ਆਫ ਡੈਮੋਕ੍ਰੇਸੀ ਹੈ। ਭਾਰਤ ਮਾਡਲ ਆਫ ਡਾਈਵਰਸਿਟੀ ਵੀ ਹੈ। ਭਾਸ਼ਾਵਾਂ ਅਲੱਗ-ਅਲੱਗ ਨੇ, ਬੋਲੀਆਂ ਅਲੱਗ-ਅਲੱਗ ਨੇ, ਪਰਿਧਾਨ ਅਲੱਗ-ਅਲੱਗ ਨੇ, ਵਿਭਿੰਨਤਾ ਬਹੁਤ ਹੈ। ਅਸੀਂ ਉਹਨਾਂ ਸਾਰਿਆਂ ਦੇ ਆਧਾਰ 'ਤੇ ਅੱਗੇ ਵਧਣਾ ਹੈ। ਮੇਰੇ ਪਿਆਰੇ ਪਰਿਵਾਰਜਨੋਂ, ਦੇਸ਼ 'ਚ ਜਦੋਂ ਮੈਂ ਏਕਤਾ ਦੀ ਗੱਲ ਕਰਦਾ, ਉਸ ਵੇਲੇ ਜਦੋਂ ਕੋਈ ਹਾਦਸਾ ਮਣੀਪੁਰ 'ਚ ਹੁੰਦਾ ਤੇ ਦਰਦ ਮਹਾਰਾਸ਼ਟਰ 'ਚ ਹੁੰਦੀ ਹੈ, ਜੇ ਹੜ੍ਹ ਅਸਾਮ 'ਚ ਆਉਂਦਾ ਤੇ ਬੇਚੈਨ ਕੇਰਲਾ ਹੋ ਜਾਂਦਾ। ਹਿੰਦੁਸਤਾਨ ਦੇ ਕਿਸੇ ਵੀ ਹਿੱਸੇ 'ਚ ਕੁਝ ਹੋਏ, ਅਸੀਂ ਇੱਕ ਪੀੜ ਮਹਿਸੂਸ ਕਰਦੇ ਹਾਂ। ਮੇਰੇ ਦੇਸ਼ ਦੀਆਂ ਬੇਟੀਆਂ 'ਤੇ ਜ਼ੁਲਮ ਨਾ ਹੋਏ, ਇਹ ਸਾਡਾ ਸਮਾਜਿਕ ਫਰਜ਼ ਵੀ ਹੈ, ਤੇ ਇਹ ਸਾਡਾ ਪਰਿਵਾਰਿਕ ਫਰਜ਼ ਵੀ ਹੈ, ਤੇ ਇਹ ਦੇਸ਼ ਦੇ ਨਾਤੇ ਸਾਡੇ ਸਾਰਿਆਂ ਦਾ ਫਰਜ਼ ਵੀ ਹੈ। ਅੱਜ ਜਦੋਂ ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਉਂਦੇ ਹਾਂ ਤਾਂ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ। ਜਦੋਂ ਅੱਜ ਕਿਸੇ ਦੁਨੀਆ ਦੇ ਦੇਸ਼ 'ਚ ਕੋਵਿਡ ਦੇ ਕਾਲ 'ਚ ਮੇਰਾ ਸਿੱਖ ਭਰਾ ਲੰਗਰ ਲਗਾਉਂਦਾ, ਭੁੱਖਿਆਂ ਨੂੰ ਖਵਾਉਂਦਾ, ਤੇ ਦੁਨੀਆ 'ਚ ਬੱਲੇ ਬੱਲੇ ਹੁੰਦੀ ਹੈ, ਉਸ ਵੇਲੇ ਹਿੰਦੁਸਤਾਨ ਦਾ ਸੀਨਾ ਚੌੜਾ ਹੋ ਜਾਂਦਾ। ਮੇਰੇ ਪਿਆਰੇ ਪਰਿਵਾਰਜਨੋਂ, ਸਾਡੇ ਲਈ ਜਦੋਂ ਅਸੀਂ ਨਾਰੀ ਸਨਮਾਨ ਦੀ ਗੱਲ ਕਰਦੇ ਹਾਂ, ਮੈਂ ਇੱਕ ਦੇਸ਼ ਦਾ ਦੌਰਾ ਕਰ ਰਿਹਾ ਸੀ। ਉੱਥੇ ਇੱਕ ਬਹੁਤ ਹੀ ਸੀਨੀਅਰ ਮਿਨਿਸਟਰ, ਉਸ ਨੇ ਮੈਨੂੰ ਇੱਕ ਸਵਾਲ ਪੁੱਛਿਆ। ਉਸ ਨੇ ਕਿਹਾ ਕਿ ਤੁਹਾਡੇ ਦੇਸ਼ 'ਚ ਬੇਟੀਆਂ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਸ਼ੇ 'ਚ ਪੜ੍ਹਾਈ ਕਰਦੀਆਂ ਨੇ। ਮੈਂ ਉਹਨਾਂ ਨੂੰ ਕਿਹਾ, ਅੱਜ ਮੇਰੇ ਦੇਸ਼ 'ਚ ਲੜਕੀਆਂ ਲੜਕਿਆਂ ਤੋਂ ਜ਼ਿਆਦਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥਸ ਜ਼ਿਆਦਾਤਰ ਮੇਰੀਆਂ ਬੇਟੀਆਂ ਲੈ ਰਹੀਆਂ ਨੇ। ਉਹਨਾਂ ਦੇ ਲਈ ਇਹ ਹੈਰਾਨ ਕਰਨ ਵਾਲਾ ਸੀ। ਇਹ ਸਮਰਥ ਸਾਡੇ ਦੇਸ਼ ਦਾ ਦਿਖ ਰਿਹਾ ਹੈ। ਮੇਰੇ ਪਿਆਰੇ ਪਰਿਵਾਰਜਨੋਂ, ਅੱਜ 10 ਕਰੋੜ ਮਹਿਲਾਵਾਂ ਵਿਮਨ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹੋਈਆਂ ਨੇ, ਅਤੇ ਵਿਮਨ ਸੈਲਫ ਹੈਲਪ ਗਰੁੱਪ ਨਾਲ ਜਦੋਂ ਪਿੰਡਾਂ 'ਚ ਜਾਓਗੇ
ਤੇ ਤੁਹਾਨੂੰ ਬੈਂਕ ਵਾਲੀ ਦੀਦੀ ਮਿਲੇਗੀ, ਤੁਹਾਨੂੰ ਆਂਗਣਵਾੜੀ ਵਾਲੀ ਦੀਦੀ ਮਿਲੇਗੀ, ਤੁਹਾਨੂੰ ਦਵਾਈ ਵਾਲੀ ਦੀਦੀ ਮਿਲੇਗੀ। ਤੇ ਹੁਣ ਮੇਰਾ ਸੁਪਨਾ ਹੈ 2 ਕਰੋੜ ਲੱਖਪਤੀ ਦੀਦੀਆਂ ਬਣਾਉਣ ਦਾ। ਪਿੰਡਾਂ 'ਚ 2 ਕਰੋੜ ਲੱਖਪਤੀ ਦੀਦੀਆਂ ਹੋਣ, ਤੇ ਇਸ ਦੇ ਲਈ ਇੱਕ ਨਵਾਂ ਟੀਚਾ ਰੱਖਿਆ ਹੈ। ਸਾਇੰਸ ਤੇ ਟੈਕਨੋਲੋਜੀ 'ਚ ਸਾਡੇ ਪਿੰਡਾਂ ਦੀਆਂ ਮਹਿਲਾਵਾਂ ਦਾ ਸਮਰਥ ਵੀ ਦੇਖਦਾ ਮੈਂ, ਤੇ ਇਸ ਦੇ ਲਈ ਇੱਕ ਨਵੀਂ ਯੋਜਨਾ ਸੋਚ ਰਹੇ ਹਾਂ ਕਿ ਸਾਰੇ ਐਗਰੀਕਲਚਰ ਸੈਕਟਰ 'ਚ ਟੈਕਨੋਲੋਜੀ ਆਵੇ, ਐਗਰੋਟੈਕ ਨੂੰ ਬਲ ਮਿਲੇ। ਇਸ ਲਈ ਵਿਮਨ ਸੈਲਫ ਹੈਲਪ ਗਰੁੱਪ ਦੀਆਂ ਭੈਣਾਂ ਨੂੰ ਅਸੀਂ ਟ੍ਰੇਨਿੰਗ ਦਿਆਂਗੇ, ਡਰੋਨ ਚਲਾਉਣ ਦੀ, ਡਰੋਨ ਰਿਪੇਅਰਿੰਗ ਦੀ ਅਸੀਂ ਟ੍ਰੇਨਿੰਗ ਦਿਆਂਗੇ। ਤੇ ਹਜ਼ਾਰਾਂ ਇਸ ਤਰ੍ਹਾਂ ਦੇ ਵਿਮਨ ਸੈਲਫ ਹੈਲਪ ਗਰੁੱਪਸ ਨੂੰ ਭਾਰਤ ਸਰਕਾਰ ਡਰੋਨ ਟ੍ਰੇਨਿੰਗ ਦੇਵੇਗੀ, ਤੇ ਸਾਡੇ ਐਗਰੀਕਲਚਰ ਦੇ ਕੰਮ 'ਚ ਡਰੋਨ ਦੀਆਂ ਸੇਵਾਵਾਂ ਉਪਲਬਧ ਹੋਣ। ਇਸ ਦੇ ਲਈ ਅਸੀਂ ਸ਼ੁਰੂਆਤ ਕਰਾਂਗੇ। ਸ਼ੁਰੂਆਤ 'ਚ ਅਸੀਂ 15,000 ਵਿਮਨ ਸੈਲਫ ਹੈਲਪ ਗਰੁੱਪਸ ਵੱਲੋਂ ਇਹ ਡਰੋਨ ਦੀ ਉਡਾਨ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ। ਮੇਰੇ ਪਿਆਰੇ ਪਰਿਵਾਰਜਨੋ, ਅੱਜ ਦੇਸ਼ ਆਧੁਨਿਕਤਾ ਵੱਲ ਵੱਧ ਰਿਹਾ ਹੈ। ਹਾਈਵੇ ਹੋਵੇ, ਰੇਲਵੇ ਹੋਵੇ, ਏਅਰਵੇ ਹੋਵੇ, ਆਈਵੇਜ਼ ਹੋਣ, ਇਨਫੋਰਮੇਸ਼ਨ ਵੇਜ਼, ਵਾਟਰਵੇਜ਼ ਹੋਣ, ਕੋਈ ਖੇਤਰ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਖੇਤਰ ਨੂੰ ਅੱਗੇ ਵਧਾਉਣ ਦੀ ਦਿਸ਼ਾ 'ਚ ਅੱਜ ਦੇਸ਼ ਕੰਮ ਨਾ ਕਰਦਾ ਹੋਵੇ। ਪਿਛਲੇ 9 ਸਾਲਾਂ 'ਚ ਤੱਟਵਰਤੀ ਖੇਤਰਾਂ 'ਚ ਅਸੀਂ ਆਦੀਵਾਸੀ ਖੇਤਰਾਂ 'ਚ, ਸਾਡੇ ਪਹਾੜੀ ਖੇਤਰਾਂ 'ਚ ਵਿਕਾਸ ਉੱਤੇ ਬਹੁਤ ਜ਼ੋਰ ਦਿੱਤਾ ਹੈ। ਅਸੀਂ ਪਰਬਤਸ਼ਾਲਾ ਭਾਰਤਮਾਲਾ ਇਸ ਤਰ੍ਹਾਂ ਦੀ ਯੋਜਨਾ ਦੁਆਰਾ ਸਮਾਜ ਦੇ ਉਸ ਵਰਗ ਨੂੰ ਅਸੀਂ ਬਲ ਦਿੱਤਾ ਹੈ। ਅਸੀਂ ਗੈਸ ਦੀ ਪਾਈਪਲਾਈਨ ਨੂੰ ਸਾਡੇ ਪੂਰਬੀ ਭਾਰਤ ਨੂੰ ਜੋੜਨ ਦਾ ਕੰਮ ਕੀਤਾ ਹੈ। ਅਸੀਂ ਹਸਪਤਾਲਾਂ ਦੀ ਸੰਖਿਆ ਵਧਾਈ ਹੈ। ਅਸੀਂ ਡਾਕਟਰਸ ਦੀਆਂ ਸੀਟਾਂ ਨੂੰ ਵਧਾਇਆ ਤਾਂ ਕਿ ਸਾਡੇ ਬੱਚੇ ਡਾਕਟਰਸ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਸਕਣ। ਅਸੀਂ ਮਾਤਰ ਭਾਸ਼ਾਵਾਂ 'ਚ ਪੜ੍ਹਨ ਉੱਤੇ ਜ਼ੋਰ ਦਿੱਤਾ ਹੈ। ਹੁਣ ਮਾਤਰ ਭਾਸ਼ਾ 'ਚ ਉਹ ਪੜ੍ਹਾਈ ਕਰ ਸਕਣ, ਉਸ ਪਾਸੇ। ਤੇ ਮੈਂ ਭਾਰਤ ਦੀ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਜਿਹੜੀਆਂ ਜੱਜਮੈਂਟਸ ਦੇਵਾਂਗੇ, ਉਸ ਦਾ ਜਿਹੜਾ ਆਪਰੇਟਿਵ ਪਾਰਟ ਹੋਏਗਾ, ਉਹ ਜਿਹੜਾ ਅਦਾਲਤ 'ਚ ਆਇਆ ਹੈ ਉਸ ਦੀ ਭਾਸ਼ਾ 'ਚ ਉਸ ਨੂੰ ਮਿਲੇਗਾ। ਮਾਤਰ ਭਾਸ਼ਾ ਦਾ ਮਹੱਤਵ ਅੱਜ ਵੱਧ ਰਿਹਾ ਹੈ। ਮੇਰੇ ਪਿਆਰੇ ਪਰਿਵਾਰਜਨੋ, ਅੱਜ ਜੋ ਸਾਡੇ ਦੇਸ਼ ਦੇ ਬਾਰਡਰ ਵਿਲੇਜਸ ਨੇ, ਅਸੀਂ ਵਾਈਬ੍ਰੈਂਟ ਬਾਰਡਰ ਵਿਲੇਜਸ ਨਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਤੇ ਵਾਈਬ੍ਰੈਂਟ ਬਾਰਡਰ ਵਿਲੇਜ ਨੂੰ ਅੱਜ ਤੱਕ ਕਿਹਾ ਜਾਂਦਾ ਸੀ ਦੇਸ਼ ਦਾ ਆਖਰੀ ਪਿੰਡ। ਅਸੀਂ ਉਸ ਪੂਰੀ ਸੋਚ ਨੂੰ ਬਦਲਿਆ ਹੈ। ਉਹ ਦੇਸ਼ ਦਾ ਆਖਰੀ ਪਿੰਡ ਨਹੀਂ ਹੈ। ਸੀਮਾ 'ਤੇ ਜੋ ਦੇਖਿਆ ਜਾ ਰਿਹਾ ਹੈ, ਉਹ ਮੇਰੇ ਦੇਸ਼ ਦਾ ਪਹਿਲਾ ਪਿੰਡ ਹੈ। ਜੇ ਸੂਰਜ ਉੱਗਦਾ ਹੈ ਪੂਰਬ ਤੋਂ, ਤੇ ਉਸ ਪਾਸੇ ਦੇ ਪਿੰਡ ਤੋਂ ਪਹਿਲੀ ਸੂਰਜ ਦੀ ਕਿਰਨ ਆਉਂਦੀ ਹੈ, ਤੇ ਜੇ ਸੂਰਜ ਢਲਦਾ ਹੈ ਇਸ ਪਾਸੇ ਦੇ ਪਿੰਡ 'ਚ ਆਖਰੀ ਕਿਰਨ ਦਾ ਫਾਇਦਾ ਮਿਲਦਾ ਹੈ। ਇਹ ਮੇਰੇ ਪਹਿਲੇ ਪਿੰਡ ਨੇ, ਤੇ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਮੇਰੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਜੋ ਮੇਰੇ ਪਹਿਲੇ ਪਿੰਡ ਨੇ, ਸੀਮਾਵਰਤੀ ਪਿੰਡ ਨੇ, ਉਸ ਦੇ 600 ਪ੍ਰਧਾਨ ਅੱਜ ਲਾਲ ਕਿਲ੍ਹੇ ਦੇ ਇਸ ਮਹੱਤਵਪੂਰਨ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਆਏ ਨੇ। ਪਹਿਲੀ ਵਾਰ ਉਹ ਇੰਨੀ ਦੂਰ ਤੱਕ ਆਏ ਨੇ, ਨਵੇਂ ਸੰਕਲਪ ਦੇ ਸਾਮਰਥ ਨਾਲ ਜੁੜਨ ਲਈ ਆਏ ਨੇ। ਮੇਰੇ ਪਿਆਰੇ ਪਰਿਵਾਰਜਨੋ, ਸਾਨੂੰ ਸੰਤੁਲਿਤ ਵਿਕਾਸ ਚਾਹੀਦਾ ਹੈ। ਐਸਪੀਰੇਸ਼ਨ ਡਿਸਟ੍ਰਿਕਟ, ਐਸਪੀਰੇਸ਼ਨ ਬਲਾਕ ਦੀ ਕਲਪਨਾ ਕੀਤੀ ਹੈ, ਤੇ ਅੱਜ ਉਸ ਦੇ ਸੁਖਾਵੇਂ ਸਿੱਟੇ ਮਿਲ ਰਹੇ ਨੇ। ਅੱਜ ਕਿਸੇ ਵੀ ਰਾਜ ਦੇ ਜੇ ਨਾਰਮਲ ਪੈਰਾਮੀਟਰਸ ਨੇ, ਐਸਪੀਰੇਸ਼ਨ ਡਿਸਟ੍ਰਿਕਟ ਜੋ ਕਿਸੇ ਵੇਲੇ ਬਹੁਤ ਪਿੱਛੇ ਸਨ, ਉਹ ਅੱਜ ਆਪਣੇ ਰਾਜ ਵਿੱਚ ਚੰਗਾ ਕਰਨ ਲੱਗ ਪਏ ਨੇ। ਤੇ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ 'ਚ ਸਾਡੇ ਆਕਾਂਕਸ਼ੀ ਜ਼ਿਲ੍ਹੇ, ਸਾਡੇ ਆਕਾਂਕਸ਼ੀ ਬਲਾਕ ਜ਼ਰੂਰ ਅੱਗੇ ਵਧਣਗੇ। ਜਿੱਦਾਂ ਮੈਂ ਕਿਹਾ ਸੀ, ਭਾਰਤ ਦੇ ਚਰਿੱਤਰ ਦੀ ਚਰਚਾ ਕਰ ਰਿਹਾ ਸੀ, ਤੇ ਮੈਂ ਪਹਿਲਾਂ ਕਿਹਾ ਸੀ ਕਿ ਭਾਰਤ ਦੀ ਏਕਤਾ, ਦੂਸਰਾ ਕਿਹਾ ਸੀ ਭਾਰਤ ਦੀ ਸ੍ਰੇਸ਼ਠਤਾ ਉੱਤੇ ਬਲ ਹੋਵੇ, ਤੀਸਰਾ ਕਿਹਾ ਸੀ ਵਿਮਨ ਲੈਡ ਡਿਵੈਲਪਮੈਂਟ ਦੀ ਮੈਂ ਗੱਲ ਕੀਤੀ ਸੀ। ਤੇ ਮੈਂ ਅੱਜ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਅਸੀਂ ਜਿੱਦਾਂ ਰੀਜਨਲ ਐਸਪੀਰੇਸ਼ਨ
ਪੰਜਵੀਂ ਮਹੱਤਵ ਦੀ ਗੱਲ ਤੇ ਭਾਰਤ ਦੀ ਉਸ ਦਿਸ਼ਾ 'ਚ ਤੇ ਉਹ ਹੈ ਸਾਡਾ ਰਾਸ਼ਟਰੀ ਚਰਿੱਤਰ ਸੰਸਾਰ ਭਲਾਈ ਲਈ ਸੋਚਣ ਵਾਲਾ ਹੋਣਾ ਚਾਹੀਦਾ ਹੈ। ਅਸੀਂ ਆਪਣਾ ਦੇਸ਼ ਇੰਨਾ ਮਜ਼ਬੂਤ ਬਣਾਉਣਾ ਕਿ ਸੰਸਾਰ ਦੀ ਭਲਾਈ ਲਈ ਵੀ ਸਾਡਾ ਦੇਸ਼ ਆਪਣੀ ਭੂਮਿਕਾ ਅਦਾ ਕਰੇ। ਤੇ ਅੱਜ ਕਰੋਨਾ ਤੋਂ ਬਾਅਦ ਮੈਂ ਦੇਖ ਰਿਹਾ ਜਿਸ ਤਰ੍ਹਾਂ ਔਖੀ ਘੜੀ 'ਚ ਦੇਸ਼ ਨੇ ਦੁਨੀਆ ਦੀ ਮਦਦ ਕੀਤੀ, ਉਸ ਦਾ ਸਿੱਟਾ ਹੈ। ਅੱਜ ਦੁਨੀਆ 'ਚ ਸਾਡਾ ਦੇਸ਼ ਇੱਕ ਵਿਸ਼ਵ ਮਿੱਤਰ ਦੇ ਰੂਪ 'ਚ, ਵਿਸ਼ਵ ਦਾ ਅਟੁੱਟ ਸਾਥੀ ਦੇ ਰੂਪ 'ਚ ਅੱਜ ਮੇਰੇ ਦੇਸ਼ ਦੀ ਪਛਾਣ ਬਣੀ ਹੈ। ਜਦੋਂ ਸੰਸਾਰ ਭਲਾਈ ਦੀ ਗੱਲ ਕਰਦੇ ਹਾਂ, ਉਸ ਵੇਲੇ ਭਾਰਤ ਦਾ ਮੂਲਭੂਤ ਵਿਚਾਰ ਹੈ, ਉਸ ਵਿਚਾਰ ਨੂੰ ਅੱਗੇ ਵਧਾਉਣ ਦੀ ਲੋੜ ਹੈ। ਤੇ ਮੈਨੂੰ ਖੁਸ਼ੀ ਹੈ ਅੱਜ ਅਮਰੀਕੀ ਸੰਸਦ ਦੇ ਕਈ ਚੁਣੇ ਹੋਏ ਪ੍ਰਤੀਨਿਧੀ ਵੀ ਅੱਜ ਸਾਡੇ 15 ਅਗਸਤ ਦੇ ਇਸ ਅਵਸਰ 'ਚ ਮੌਜੂਦ ਨੇ। ਭਾਰਤ ਦੀ ਸੋਚ ਕਿਸ ਤਰ੍ਹਾਂ ਦੀ ਹੈ, ਅਸੀਂ ਸੰਸਾਰ ਭਲਾਈ ਦੀ ਗੱਲ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੇ ਹਾਂ। ਹੁਣ ਦੇਖੋ, ਜਦੋਂ ਅਸੀਂ ਸੋਚਦੇ ਹਾਂ ਤਾਂ ਕਹਿੰਦੇ ਹਾਂ ਅਸੀਂ ਦੁਨੀਆ ਦੇ ਸਾਹਮਣੇ ਇਹ ਦਰਸ਼ਨ ਰੱਖਿਆ ਤੇ ਦੁਨੀਆ ਉਸ ਦਰਸ਼ਨ ਨੂੰ ਲੈ ਕੇ ਸਾਡੇ ਨਾਲ ਜੁੜ ਰਹੀ ਹੈ। ਅਸੀਂ ਕਿਹਾ ਵਨ ਸਨ, ਵਨ ਵਰਲਡ, ਵਨ ਗ੍ਰਿਡ ਰੀਨਿਊਏਬਲ ਐਨਰਜੀ ਦੇ ਖੇਤਰ 'ਚ ਇੱਕ ਬਹੁਤ ਵੱਡਾ ਸਾਡਾ ਸਟੇਟਮੈਂਟ ਹੈ। ਅੱਜ ਦੁਨੀਆ ਇਸ ਨੂੰ ਕਬੂਲ ਕਰ ਰਹੀ ਹੈ। ਕੋਵਿਡ ਤੋਂ ਬਾਅਦ ਅਸੀਂ ਦੁਨੀਆ ਨੂੰ ਕਿਹਾ ਕਿ ਸਾਡਾ ਅਪਰੋਚ ਹੋਣਾ ਚਾਹੀਦਾ ਕਿ ਵਨ ਅਰਥ, ਵਨ ਹੈਲਥ ਸਮੱਸਿਆ ਦਾ ਹੱਲ ਤਾਂ ਹੀ ਹੋਏਗਾ ਜਦੋਂ ਮਨੁੱਖ ਨੂੰ, ਪਸ਼ੂ ਨੂੰ, ਪੌਦੇ ਨੂੰ ਬਿਮਾਰੀ ਦੇ ਵੇਲੇ ਇੱਕ ਬਰਾਬਰ ਐਡਰੈਸ ਕੀਤਾ ਜਾਏਗਾ। ਉਸ ਵੇਲੇ ਜਾ ਕੇ ਆਪਾਂ ਕਹਾਂਗੇ। ਅਸੀਂ G20 ਦੇ ਸਮਿਟ 'ਚ ਦੁਨੀਆ ਨੂੰ ਕਿਹਾ ਵਨ ਵਰਲਡ, ਵਨ ਫੈਮਿਲੀ, ਵਨ ਫਿਊਚਰ। ਇਸ ਸੋਚ ਨੂੰ ਲੈ ਕੇ ਚੱਲ ਰਹੇ ਹਾਂ। ਅਸੀਂ ਕਲਾਈਮੇਟ ਨੂੰ ਲੈ ਕੇ, ਜੇ ਦੁਨੀਆ ਇਸ ਸੰਕਟ ਨੂੰ ਲੈ ਕੇ ਜੂਝ ਰਹੀ ਹੈ, ਅਸੀਂ ਰਸਤਾ ਦਿਖਾਇਆ, ਲਾਈਫ ਮਿਸ਼ਨ ਲਾਂਚ ਕੀਤਾ, ਲਾਈਫ ਸਟਾਈਲ ਫਾਰ ਐਨਵਾਇਰਨਮੈਂਟ। ਅਸੀਂ ਦੁਨੀਆ ਦੇ ਸਾਹਮਣੇ ਇੰਟਰਨੈਸ਼ਨਲ ਸੋਲਰ ਅਲਾਇੰਸ ਬਣਾਇਆ ਤੇ ਅੱਜ ਦੁਨੀਆ ਦੇ ਕਈ ਦੇਸ਼ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਹਿੱਸਾ ਬਣ ਰਹੇ ਨੇ। ਅਸੀਂ ਬਾਇਓਡਾਇਵਰਸਿਟੀ ਦਾ ਮਹੱਤਵ ਦੇਖਦੇ ਹੋਏ ਬਿਗ ਕੈਟ ਅਲਾਇੰਸ ਦੇ ਪ੍ਰਬੰਧ ਨੂੰ ਅੱਗੇ ਵਧਾਇਆ ਹੈ। ਅਸੀਂ ਕੁਦਰਤੀ ਵਿਪਤਾ ਦੇ ਕਾਰਨ, ਗਲੋਬਲ ਵਾਰਮਿੰਗ ਦੇ ਕਾਰਨ ਇਨਫਰਾਸਟ੍ਰਕਚਰ ਦਾ ਜਿਹੜਾ ਨੁਕਸਾਨ ਹੁੰਦਾ, ਉਸ ਦੇ ਲਈ ਜਿਹੜੀ ਦੂਰਗਾਮੀ ਵਿਵਸਥਾ ਦੀ ਜ਼ਰੂਰਤ ਹੈ, ਇਸ ਲਈ ਕੋਲੀਸ਼ਨ ਟੂ ਡਿਜ਼ਾਸਟਰ ਰੈਜ਼ੀਲੀਐਂਸ ਇਨਫਰਾਸਟ੍ਰਕਚਰ ਯਾਨੀ CDRI ਇੱਕ ਸਮਾਧਾਨ ਦੇ ਰੂਪ 'ਚ ਦੁਨੀਆ ਨੂੰ ਦਿੱਤਾ ਹੈ। ਸੰਸਾਰ ਅੱਜ ਸਮੁੰਦਰਾਂ ਨੂੰ ਸੰਘਰਸ਼ ਦਾ ਕੇਂਦਰ ਬਣਾ ਰਿਹਾ ਹੈ। ਉਸ ਵੇਲੇ ਅਸੀਂ ਦੁਨੀਆ ਨੂੰ ਸਾਗਰ ਦਾ ਪਲੇਟਫਾਰਮ ਦਿੱਤਾ ਜੋ ਵੈਸ਼ਵਿਕ ਸਮੁੰਦਰੀ ਸ਼ਾਂਤੀ ਦੀ ਗਾਰੰਟੀ ਬਣ ਸਕਦਾ ਹੈ। ਅਸੀਂ ਪਰੰਪਰਾਵਾਦੀ ਦਵਾਈਆਂ 'ਤੇ ਜ਼ੋਰ ਦਿੰਦੇ ਹੋਏ WHO ਦਾ ਇੱਕ ਗਲੋਬਲ ਲੈਵਲ ਦਾ ਸੈਂਟਰ ਹਿੰਦੁਸਤਾਨ 'ਚ ਬਣਾਉਣ ਦੀ ਦਿਸ਼ਾ 'ਤੇ ਕੰਮ ਕੀਤਾ ਹੈ। ਅਸੀਂ ਯੋਗ ਤੇ ਆਯੁਸ਼ ਦੁਆਰਾ ਵਿਸ਼ਵ ਕਲਿਆਣ ਤੇ ਵਿਸ਼ਵ ਦੀ ਸਿਹਤ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਅੱਜ ਭਾਰਤ ਸੰਸਾਰ ਭਲਾਈ ਦੀ ਮਜ਼ਬੂਤ ਨੀਂਹ ਰੱਖ ਰਿਹਾ ਹੈ। ਇਸ ਮਜ਼ਬੂਤ ਨੀਂਹ ਨੂੰ ਅੱਗੇ ਵਧਾਉਣਾ ਸਾਡਾ ਸਭ ਦਾ ਕੰਮ ਹੈ, ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਮੇਰੇ ਪਿਆਰੇ ਜਨੋ, ਸੁਪਨੇ ਬਹੁਤ ਨੇ, ਸੰਕਲਪ ਸਾਫ਼ ਹੈ, ਨੀਤੀਆਂ ਸਪਸ਼ਟ ਨੇ, ਨੀਅਤ ਦੇ ਸਾਹਮਣੇ ਕੋਈ ਸਵਾਲੀਆ ਨਿਸ਼ਾਨ ਨਹੀਂ ਹੈ, ਪਰ ਕਈ ਸੱਚਾਈਆਂ ਨੂੰ ਕਬੂਲ ਕਰਨਾ ਪਏਗਾ ਤੇ ਉਸ ਦੇ ਹੱਲ ਦੇ ਲਈ ਮੇਰੇ ਪ੍ਰੀਏ ਪਿਆਰੇ ਜਨੋ, ਮੈਂ ਅੱਜ ਲਾਲ ਕਿਲ੍ਹੇ ਤੋਂ ਤੁਹਾਡੀ ਮਦਦ ਮੰਗਣ ਆਇਆ। ਮੈਂ ਲਾਲ ਕਿਲ੍ਹੇ ਤੋਂ ਤੁਹਾਡੇ ਤੋਂ ਆਸ਼ੀਰਵਾਦ ਮੰਗਣ ਆਇਆ, ਕਿਉਂਕਿ ਪਿਛਲੇ ਸਾਲਾਂ 'ਚ ਜੇ ਮੈਂ ਆਪਣੇ ਦੇਸ਼ ਨੂੰ ਸਮਝਿਆ ਹੈ, ਦੇਸ਼ ਦੀਆਂ ਜ਼ਰੂਰਤਾਂ ਨੂੰ ਮੈਂ ਜੋ ਪਰਖਿਆ ਹੈ, ਤੇ ਅਨੁਭਵ ਦੇ ਆਧਾਰ 'ਤੇ ਕਹਿ ਰਿਹਾ ਕਿ ਅੱਜ ਗੰਭੀਰਤਾਪੂਰਵਕ ਉਹਨਾਂ ਚੀਜ਼ਾਂ ਨੂੰ ਲੈਣਾ ਪਏਗਾ। ਅੱਜ ਆਜ਼ਾਦੀ ਦੇ ਅੰਮ੍ਰਿਤ ਕਾਲ 'ਚ 2047 'ਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ, ਉਸ ਵੇਲੇ ਦੁਨੀਆ 'ਚ ਭਾਰਤ ਦਾ ਤਿਰੰਗਾ ਝੰਡਾ, ਵਿਕਸਿਤ ਭਾਰਤ ਦਾ ਤਿਰੰਗਾ ਝੰਡਾ ਹੋਣਾ ਚਾਹੀਦਾ ਹੈ। ਰੱਤੀ ਭਰ ਵੀ ਅਸੀਂ ਰੁਕਣਾ ਨਹੀਂ ਹੈ, ਪਿੱਛੇ ਨਹੀਂ ਹਟਣਾ ਤੇ ਇਸ ਦੇ ਲਈ ਸੂਚਨਾ, ਪਾਰਦਰਸ਼ਤਾ ਤੇ ਨਿਰਪੱਖਤਾ
ਇਹ ਪਹਿਲੀ ਮਜ਼ਬੂਤੀ ਦੀ ਜ਼ਰੂਰਤ ਹੈ। ਅਸੀਂ ਇਸ ਮਜ਼ਬੂਤੀ ਨੂੰ ਜਿੰਨਾ ਜ਼ਿਆਦਾ ਖਾਦ ਪਾਣੀ ਦੇ ਸਕਦੇ ਹਾਂ, ਸੰਸਥਾਵਾਂ ਦੇ ਮਾਧਿਅਮ ਨਾਲ ਦੇ ਸਕਦੇ ਹਾਂ, ਨਾਗਰਿਕ ਦੇ ਨਾਤੇ ਦੇ ਸਕਦੇ ਹਾਂ, ਪਰਿਵਾਰ ਦੇ ਨਾਤੇ ਦੇ ਸਕਦੇ ਹਾਂ। ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਅਤੇ ਇਸ ਲਈ ਪਿਛਲੇ 75 ਸਾਲਾਂ ਦਾ ਇਤਿਹਾਸ ਦੇਖੋ, ਭਾਰਤ ਦੀ ਸਮਰੱਥਾ ਵਿੱਚ ਕੋਈ ਕਮੀ ਨਹੀਂ ਸੀ। ਉਹ ਦੇਸ਼ ਜੋ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਹ ਦੇਸ਼ ਕਿਉਂ ਨਹੀਂ ਫੇਰ ਤੋਂ ਉਸ ਸਮਰੱਥਾ ਨੂੰ ਲੈ ਕੇ ਖੜਾ ਹੋ ਸਕਦਾ। ਮੈਨੂੰ ਅਟੁੱਟ ਵਿਸ਼ਵਾਸ ਹੈ ਸਾਥੀਓ, ਮੇਰੇ ਪਿਆਰੇ ਪਰਿਵਾਰਕ ਸਾਥੀਓ, ਮੇਰਾ ਅਖੰਡ ਅਟੁੱਟ ਇੱਕ ਪੱਕਾ ਵਿਸ਼ਵਾਸ ਹੈ ਕਿ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਮੇਰਾ ਦੇਸ਼ ਵਿਕਸਿਤ ਭਾਰਤ ਬਣ ਕੇ ਰਹੇਗਾ। ਅਤੇ ਇਹ ਮੈਂ ਮੇਰੇ ਦੇਸ਼ ਦੀ ਸਮਰੱਥਾ ਦੇ ਆਧਾਰ ਉੱਤੇ ਕਹਿ ਰਿਹਾ, ਮੇਰੇ ਉਪਲਬਧ ਸਾਧਨਾਂ ਦੇ ਆਧਾਰ ਉੱਤੇ ਕਹਿ ਰਿਹਾ, ਅਤੇ ਸਭ ਤੋਂ ਜ਼ਿਆਦਾ 30 ਤੋਂ ਘੱਟ ਉਮਰ ਵਾਲੀ ਮੇਰੀ ਯੁਵਾ ਸ਼ਕਤੀ ਦੇ ਭਰੋਸੇ ਕਹਿ ਰਿਹਾ, ਮੇਰੀਆਂ ਮਾਤਾਵਾਂ ਭੈਣਾਂ ਦੀ ਸਮਰੱਥਾ ਦੇ ਭਰੋਸੇ ਕਹਿ ਰਿਹਾ। ਪਰ ਉਸ ਦੇ ਸਾਹਮਣੇ ਜੇਕਰ ਕੋਈ ਰੁਕਾਵਟ ਹੈ, ਕੁਝ ਕਮੀਆਂ ਪਿਛਲੇ 75 ਸਾਲਾਂ ਵਿੱਚ ਇਸ ਤਰ੍ਹਾਂ ਘਰ ਕਰ ਗਈਆਂ ਨੇ, ਸਾਡੀ ਸਮਾਜਿਕ ਵਿਵਸਥਾ ਦਾ ਅਜਿਹਾ ਹਿੱਸਾ ਬਣ ਗਈਆਂ ਨੇ ਕਿ ਕਦੇ-ਕਦੇ ਤਾਂ ਅਸੀਂ ਅੱਖਾਂ ਵੀ ਬੰਦ ਕਰ ਦਿੰਦੇ ਹਾਂ। ਹੁਣ ਅੱਖਾਂ ਬੰਦ ਕਰਨ ਦਾ ਸਮਾਂ ਨਹੀਂ ਹੈ। ਜੇਕਰ ਸੁਪਨਿਆਂ ਨੂੰ ਸਿੱਧ ਕਰਨਾ ਹੈ, ਸੰਕਲਪ ਨੂੰ ਪਾਰ ਕਰਨਾ ਹੈ, ਤਾਂ ਸਾਨੂੰ ਇਹ ਲੁਕਣ ਮੀਟੀ ਬੰਦ ਕਰਕੇ ਅੱਖਾਂ ਵਿੱਚ ਅੱਖਾਂ ਪਾ ਕੇ 3 ਬੁਰਾਈਆਂ ਨਾਲ ਲੜਨਾ ਸਮੇਂ ਦੀ ਬਹੁਤ ਵੱਡੀ ਮੰਗ ਹੈ। ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਵਿੱਚ ਭ੍ਰਿਸ਼ਟਾਚਾਰ ਨੇ ਘੁਣ ਵਾਂਗ ਦੇਸ਼ ਦੀਆਂ ਸਾਰੀਆਂ ਵਿਵਸਥਾਵਾਂ ਨੂੰ, ਦੇਸ਼ ਦੀ ਪੂਰੀ ਸਮਰੱਥਾ ਨੂੰ ਪੂਰੀ ਤਰ੍ਹਾਂ ਨੋਚ ਲਿਆ ਹੈ। ਭ੍ਰਿਸ਼ਟਾਚਾਰ ਤੋਂ ਮੁਕਤੀ, ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਹਰ ਇਕਾਈ, ਹਰ ਖੇਤਰ ਵਿੱਚ। ਅਤੇ ਮੇਰੇ ਦੇਸ਼ ਵਾਸੀਓ, ਮੇਰੇ ਪਿਆਰੇ ਪਰਿਵਾਰਕ ਮੈਂਬਰੋ, ਇਹ ਮੋਦੀ ਦੇ ਜੀਵਨ ਦਾ ਕਮਿਟਮੈਂਟ ਹੈ। ਇਹ ਮੇਰੇ ਵਿਅਕਤਿਤਵ ਦਾ ਕਮਿਟਮੈਂਟ ਹੈ ਕਿ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਦਾ ਰਹਾਂਗਾ। ਦੂਸਰਾ, ਸਾਡੇ ਦੇਸ਼ ਨੂੰ ਨੋਚ ਲਿਆ ਹੈ ਪਰਿਵਾਰਵਾਦ ਨੇ। ਇਸ ਪਰਿਵਾਰਵਾਦ ਨੇ ਦੇਸ਼ ਨੂੰ ਜਿਸ ਤਰ੍ਹਾਂ ਨਾਲ ਜਕੜ ਕੇ ਰੱਖਿਆ, ਉਸ ਨੇ ਦੇਸ਼ ਦੇ ਲੋਕਾਂ ਦਾ ਹੱਕ ਖੋਇਆ। ਅਤੇ ਤੀਸਰੀ ਬੁਰਾਈ ਤੁਸ਼ਟੀਕਰਨ ਦੀ ਹੈ। ਇਹ ਤੁਸ਼ਟੀਕਰਨ ਨੇ ਵੀ ਦੇਸ਼ ਦੇ ਮੂਲਭੂਤ ਚਿੰਤਨ ਨੂੰ, ਦੇਸ਼ ਦੇ ਸਰਵ ਸਮਾਜ ਵੈਸ਼ਵ, ਸਾਡੇ ਰਾਸ਼ਟਰੀ ਚਰਿੱਤਰ ਨੂੰ ਦਾਗ ਲਾਇਆ ਹੈ, ਤਹਿਸ ਨਹਿਸ ਕਰ ਦਿੱਤਾ ਹੈ ਇਹਨਾਂ ਲੋਕਾਂ ਨੇ। ਅਤੇ ਇਸ ਲਈ ਮੇਰੇ ਪਿਆਰੇ ਦੇਸ਼ ਵਾਸੀਓ, ਇਸ ਲਈ ਮੇਰੇ ਪਿਆਰੇ ਪਰਿਵਾਰਜਨੋ, ਸਾਨੂੰ ਇਹਨਾਂ 3 ਬੁਰਾਈਆਂ ਦੇ ਖਿਲਾਫ ਪੂਰੀ ਸਮਰੱਥਾ ਨਾਲ ਲੜਨਾ ਹੈ। ਭ੍ਰਿਸ਼ਟਾਚਾਰ, ਪਰਿਵਾਰਵਾਦ, ਤੁਸ਼ਟੀਕਰਨ। ਇਹ ਚੁਣੌਤੀਆਂ ਅਜਿਹੀਆਂ ਚੀਜ਼ਾਂ ਪੈਦਾ ਹੋਈਆਂ ਨੇ ਜੋ ਸਾਡੇ ਦੇਸ਼ ਦੇ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਨੇ, ਉਹਨਾਂ ਦਾ ਦਮਨ ਕਰਦੀਆਂ ਨੇ। ਸਾਡੇ ਦੇਸ਼ ਦੇ ਲੋਕਾਂ ਕੋਲ ਜਿਹੜਾ ਛੋਟੀ ਮੋਟੀ ਸਮਰੱਥਾ ਹੈ, ਉਸ ਦਾ ਸ਼ੋਸ਼ਣ ਕਰਦੀਆਂ ਨੇ। ਇਹ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲੋਕਾਂ ਦੀਆਂ ਆਸ਼ਾਵਾਂ, ਇੱਛਾਵਾਂ ਨੂੰ ਸਵਾਲੀਆ ਨਿਸ਼ਾਨ ਵਿੱਚ ਗੱਡ ਦਿੰਦੀਆਂ ਨੇ। ਸਾਡੇ ਗਰੀਬ ਹੋਣ, ਸਾਡੇ ਦਲਿਤ ਹੋਣ, ਸਾਡੇ ਪਿਛੜੇ ਹੋਣ, ਸਾਡੇ ਪਸਮਾਂਦਾ ਹੋਣ, ਸਾਡੇ ਆਦੀਵਾਸੀ ਭੈਣ ਭਰਾ ਹੋਣ, ਸਾਡੀਆਂ ਮਾਤਾਵਾਂ ਭੈਣਾਂ ਹੋਣ, ਅਸੀਂ ਸਾਰਿਆਂ ਨੇ ਉਹਨਾਂ ਦੇ ਹੱਕਾਂ ਲਈ ਇਹਨਾਂ 3 ਬੁਰਾਈਆਂ ਤੋਂ ਮੁਕਤੀ ਪਾਉਣੀ ਹੈ। ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਨਫ਼ਰਤ ਦਾ ਮਾਹੌਲ ਬਣਾਉਣਾ ਹੈ। ਜਿਵੇਂ ਗੰਦਗੀ ਸਾਡੇ ਮਨ ਵਿੱਚ ਨਫ਼ਰਤ ਪੈਦਾ ਕਰਦੀ ਹੈ, ਗੰਦਗੀ ਪਸੰਦ ਨਹੀਂ ਹੈ। ਇਸ ਸਰਵਜਨਿਕ ਜੀਵਨ ਦੀ ਇਸ ਤੋਂ ਵੱਡੀ ਗੰਦਗੀ ਨਹੀਂ ਹੋ ਸਕਦੀ। ਅਤੇ ਇਸ ਲਈ ਸਾਡੇ ਸਵੱਛਤਾ ਅਭਿਆਨ ਨੂੰ ਨਵਾਂ ਮੋੜ ਇਹ ਵੀ ਦੇਣਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣੀ ਹੈ। ਸਰਕਾਰ ਟੈਕਨੋਲੋਜੀ ਨਾਲ ਭ੍ਰਿਸ਼ਟਾਚਾਰ ਤੋਂ ਮੁਕਤੀ ਲਈ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਦੇਸ਼ ਵਿੱਚ ਪਿਛਲੇ 9 ਸਾਲਾਂ ਵਿੱਚ ਇੱਕ ਕੰਮ ਮੈਂ ਅਜਿਹਾ ਕੀਤਾ। ਅੰਕੜੇ ਸੁਣੋਗੇ ਤਾਂ ਲੋਕ ਕਹਿਣਗੇ ਕਿ ਮੋਦੀ ਅਜਿਹਾ ਕਰਦਾ। ਜਿਵੇਂ ਲਗਭਗ 10 ਕਰੋੜ ਲੋਕ ਜੋ ਗਲਤ ਫਾਇਦਾ ਚੁੱਕਦੇ ਸਨ, ਉਹ ਮੈਂ ਰੋਕ ਦਿੱਤਾ। ਤੁਹਾਡੇ ਵਿੱਚੋਂ ਕੋਈ ਕਹੇਗਾ
ਤੁਸੀਂ ਤਾਂ ਲੋਕਾਂ ਨਾਲ ਅਨਿਆਂ ਕਰ ਦਿੱਤਾ। ਜੀ ਨਹੀਂ, ਇਹ 10 ਕਰੋੜ ਲੋਕ ਕੌਣ ਸਨ? ਇਹ 10 ਕਰੋੜ ਉਹ ਲੋਕ ਸਨ ਜਿਨ੍ਹਾਂ ਦਾ ਜਨਮ ਹੀ ਨਹੀਂ ਹੋਇਆ ਸੀ, ਤੇ ਉਹਨਾਂ ਦੇ ਨਾਮ ਉੱਤੇ ਉਹਨਾਂ ਦੇ ਵਿਡੋ ਹੋ ਜਾਂਦੇ ਸਨ, ਉਹ ਬੁੱਢੇ ਹੋ ਜਾਂਦੇ ਸਨ, ਉਹ ਦਿਵਿਆਂਗ ਹੋ ਜਾਂਦੇ ਸਨ, ਫਾਇਦੇ ਲਏ ਜਾਂਦੇ ਸਨ। 10 ਕਰੋੜ ਜੋ ਅਜਿਹੀਆਂ ਬੇਨਾਮੀ ਚੀਜ਼ਾਂ ਚੱਲਦੀਆਂ ਸਨ, ਉਹਨਾਂ ਨੂੰ ਰੋਕਣ ਦਾ ਪਵਿੱਤਰ ਕੰਮ, ਭ੍ਰਿਸ਼ਟਾਚਾਰੀਆਂ ਦੀ ਸੰਪਤੀ ਜੋ ਅਸੀਂ ਜ਼ਬਤ ਕੀਤੀ ਹੈ ਨਾ, ਉਹ ਪਹਿਲਾਂ ਦੀ ਤੁਲਨਾ ਵਿੱਚ 20 ਗੁਣਾ ਜ਼ਿਆਦਾ ਕੀਤੀ ਹੈ। ਮੇਰੇ ਪਿਆਰੇ ਪਰਿਵਾਰਜਨੋ, ਇਹ ਤੁਹਾਡੀ ਕਮਾਈ ਦਾ ਪੈਸਾ ਲੋਕ ਲੈ ਕੇ ਭੱਜੇ ਸਨ। 20 ਗੁਣਾ ਸੰਪਤੀ ਨੂੰ ਜ਼ਬਤ ਕੀਤਾ ਹੈ। ਇਸ ਦੇ ਨਾਲ ਲੋਕਾਂ ਦੀ ਮੇਰੇ ਪ੍ਰਤੀ ਨਾਰਾਜ਼ਗੀ ਹੋਣਾ ਬਹੁਤ ਸੁਭਾਵਿਕ ਹੈ। ਪਰ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਦੀ ਲੜਾਈ ਨੂੰ ਅੱਗੇ ਵਧਾਉਣਾ ਹੈ। ਸਾਡੀ ਸਰਕਾਰੀ ਵਿਵਸਥਾ ਹੈ। ਪਹਿਲਾਂ ਕੈਮਰੇ ਸਾਹਮਣੇ ਕੁਝ ਹੋ ਜਾਂਦਾ ਸੀ, ਪਰ ਬਾਅਦ ਵਿੱਚ ਚੀਜ਼ਾਂ ਕੱਟੀਆਂ ਜਾਂਦੀਆਂ ਸਨ। ਅਸੀਂ ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਅਦਾਲਤ ਵਿੱਚ ਚਾਰਜ ਸ਼ੀਟਾਂ ਕੀਤੀਆਂ ਨੇ, ਤੇ ਹੁਣ ਜ਼ਮਾਨਤਾਂ ਵੀ ਨਹੀਂ ਮਿਲਦੀਆਂ ਨੇ। ਅਜਿਹੀ ਪੱਕੀ ਵਿਵਸਥਾ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਕਿਉਂਕਿ ਅਸੀਂ ਇਮਾਨਦਾਰੀ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਰਹੇ ਹਾਂ। ਅੱਜ ਪਰਿਵਾਰਵਾਦ ਤੇ ਤੁਸ਼ਟੀਕਰਨ, ਇਸ ਨੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਲੋਕਤੰਤਰ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਪੋਲੀਟੀਕਲ ਪਾਰਟੀ, ਮੈਂ ਵਿਸ਼ੇਸ਼ ਜ਼ੋਰ ਦੇ ਰਿਹਾ, ਪੋਲੀਟੀਕਲ ਪਾਰਟੀ, ਅੱਜ ਮੇਰੇ ਦੇਸ਼ ਦੇ ਲੋਕਤੰਤਰ ਵਿੱਚ ਅਜਿਹੀ ਬੁਰਾਈ ਆਈ ਹੈ ਜੋ ਕਦੇ ਵੀ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤੀ ਨਹੀਂ ਦੇ ਸਕਦੀ। ਤੇ ਉਹ ਕਿਹੜੀ ਬਿਮਾਰੀ ਹੈ? ਪਰਿਵਾਰਵਾਦੀ ਪਾਰਟੀਆਂ। ਤੇ ਉਹਨਾਂ ਦਾ ਮੰਤਰ ਕੀ ਹੈ? ਪਾਰਟੀ ਆਫ ਦੀ ਫੈਮਿਲੀ, ਬਾਏ ਦਾ ਫੈਮਿਲੀ ਐਂਡ ਫॉर ਦਾ ਫੈਮਿਲੀ। ਇਹਨਾਂ ਦਾ ਤਾਂ ਜੀਵਨ ਮੰਤਰ ਹੀ ਇਹ ਹੈ ਕਿ ਉਹਨਾਂ ਦੀ ਪੋਲੀਟੀਕਲ ਪਾਰਟੀ, ਉਹਨਾਂ ਦਾ ਰਾਜਨੀਤਿਕ ਦਲ ਪਰਿਵਾਰ ਦਾ, ਪਰਿਵਾਰ ਦੇ ਦੁਆਰਾ ਤੇ ਪਰਿਵਾਰ ਦੇ ਲਈ। ਪਰਿਵਾਰਵਾਦ ਤੇ ਭਾਈ ਭਤੀਜਾਵਾਦ ਯੋਗਤਾਵਾਂ ਦੇ ਦੁਸ਼ਮਣ ਹੁੰਦੇ ਨੇ, ਯੋਗਤਾ ਨੂੰ ਨਕਾਰਦੇ ਨੇ, ਸਮਰੱਥਾ ਨੂੰ ਸਵੀਕਾਰ ਨਹੀਂ ਕਰਦੇ, ਤੇ ਇਸ ਲਈ ਪਰਿਵਾਰਵਾਦ ਇਸ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਲਈ ਉਸ ਦੀ ਮੁਕਤੀ ਜ਼ਰੂਰੀ ਹੈ। ਸਰਵ ਜਨ ਹਿਤਾਏ, ਸਰਵ ਜਨ ਸੁਖਾਏ। ਹਰ ਕਿਸੇ ਨੂੰ ਹੱਕ ਮਿਲੇ, ਇਸ ਲਈ ਤੇ ਸਮਾਜਿਕ ਨਿਆਂ ਲਈ ਵੀ ਇਹ ਜ਼ਰੂਰੀ ਹੈ। ਉਹਨੇ ਪ੍ਰਕਾਰ ਨਾਲ ਤੁਸ਼ਟੀਕਰਨ ਨੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ। ਜੇਕਰ ਸਮਾਜਿਕ ਨਿਆਂ ਨੂੰ ਤਬਾਹ ਕਿਸੇ ਨੇ ਕੀਤਾ ਹੈ ਤਾਂ ਇਹ ਤੁਸ਼ਟੀਕਰਨ ਦੀ ਸੋਚ, ਤੁਸ਼ਟੀਕਰਨ ਦੀ ਰਾਜਨੀਤੀ, ਤੁਸ਼ਟੀਕਰਨ ਦਾ ਸਰਕਾਰੀ ਯੋਜਨਾਵਾਂ ਦਾ ਤਰੀਕਾ, ਇਸ ਨੇ ਸਮਾਜਿਕ ਨਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤੇ ਇਸ ਲਈ ਤੁਸ਼ਟੀਕਰਨ, ਭ੍ਰਿਸ਼ਟਾਚਾਰ, ਇਹ ਵਿਕਾਸ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜੇਕਰ ਦੇਸ਼ ਵਿਕਾਸ ਚਾਹੁੰਦਾ ਹੈ, ਦੇਸ਼ 2047 'ਚ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰਨਾ ਚਾਹੁੰਦਾ ਹੈ, ਤਾਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕਰਾਂਗੇ। ਇਸ ਮੂਡ ਨੂੰ ਲੈ ਕੇ ਚੱਲਣਾ ਚਾਹੀਦਾ ਹੈ। ਮੇਰੇ ਪਿਆਰੇ ਪਰਿਵਾਰਜਨੋ, ਸਾਡਾ ਸਾਰਿਆਂ ਦਾ ਇੱਕ ਬਹੁਤ ਵੱਡਾ ਮਹੱਤਵਪੂਰਨ ਫਰਜ਼ ਹੈ। ਤੁਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਹੈ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨਾ, ਇਹ ਸਾਡਾ ਗੁਨਾਹ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਅਜਿਹਾ ਖੁਸ਼ਹਾਲ ਦੇਸ਼ ਦੇਈਏ, ਅਜਿਹਾ ਸੰਤੁਲਿਤ ਦੇਸ਼ ਦੇਈਏ, ਅਜਿਹੀ ਸਮਾਜਿਕ ਨਿਆਂ ਦੇ ਵਿਰਸੇ ਵਾਲਾ ਦੇਸ਼ ਦੇਈਏ, ਤਾਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਪਾਉਣ ਲਈ ਉਹਨਾਂ ਨੂੰ ਕਦੇ ਵੀ ਸੰਘਰਸ਼ ਨਾ ਕਰਨਾ ਪਏ। ਸਾਡਾ ਸਾਰਿਆਂ ਦਾ ਫਰਜ਼ ਹੈ, ਸਾਡੇ ਸਾਰੇ ਨਾਗਰਿਕਾਂ ਦਾ ਫਰਜ਼ ਹੈ, ਤੇ ਇਹ ਅੰਮ੍ਰਿਤ ਕਾਲ ਕਰਤੱਵ ਕਾਲ ਹੈ। ਅਸੀਂ ਕਰਤੱਵ ਤੋਂ ਪਿੱਛੇ ਨਹੀਂ ਹੋ ਸਕਦੇ। ਅਸੀਂ ਉਹ ਭਾਰਤ ਬਣਾਉਣਾ ਜੋ ਪੂਜਨੀਕ ਬਾਪੂ ਦੇ ਸੁਪਨਿਆਂ ਦਾ ਸੀ। ਅਸੀਂ ਉਹ ਭਾਰਤ ਬਣਾਉਣਾ ਜੋ ਸਾਡੇ ਆਜ਼ਾਦੀ ਘੁਲਾਟੀਆਂ ਦਾ ਸੁਪਨਾ ਸੀ। ਅਸੀਂ ਉਹ ਭਾਰਤ ਬਣਾਉਣਾ ਜੋ ਸਾਡੇ ਵੀਰ ਸ਼ਹੀਦਾਂ ਦਾ ਸੀ, ਸਾਡੀਆਂ ਵੀਰਾਂਗਣਾ ਦਾ ਸੀ, ਜਿਨ੍ਹਾਂ ਨੇ ਮਾਤ ਭੂਮੀ ਲਈ ਜੀਵਨ ਦੇ ਦਿੱਤਾ ਸੀ।
ਮੇਰੇ ਪਿਆਰੇ ਪਰਿਵਾਰਜਨੋ, ਮੈਂ ਜਦੋਂ 2014 ਵਿੱਚ ਤੁਹਾਡੇ ਕੋਲ ਆਇਆ ਸੀ, 2014 ਵਿੱਚ ਮੈਂ ਪਰਿਵਰਤਨ ਦਾ ਵਾਅਦਾ ਲੈ ਕੇ ਆਇਆ ਸੀ। 2014 ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਪਰਿਵਰਤਨ ਲਿਆਵਾਂਗਾ, ਅਤੇ 140 ਕਰੋੜ ਮੇਰੇ ਪਰਿਵਾਰਜਨੋ, ਤੁਸੀਂ ਮੇਰੇ ਉੱਤੇ ਭਰੋਸਾ ਕੀਤਾ ਅਤੇ ਮੈਂ ਵਿਸ਼ਵਾਸ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਰਿਫਾਰਮ, ਪਰਫਾਰਮ, ਟਰਾਂਸਫਾਰਮ, ਉਹ 5 ਸਾਲ ਜੋ ਵਾਅਦਾ ਸੀ ਉਹ ਵਿਸ਼ਵਾਸ ਵਿੱਚ ਬਦਲ ਗਿਆ, ਕਿਉਂਕਿ ਮੈਂ ਬਦਲਾਅ ਦਾ ਵਾਅਦਾ ਕੀਤਾ ਸੀ। ਰਿਫਾਰਮ, ਪਰਫਾਰਮ, ਟਰਾਂਸਫਾਰਮ ਦੇ ਦੁਆਰਾ ਮੈਂ ਇਸ ਵਾਅਦੇ ਨੂੰ ਵਿਸ਼ਵਾਸ ਵਿੱਚ ਬਦਲ ਦਿੱਤਾ। ਸਖਤ ਮਿਹਨਤ ਕੀਤੀ ਹੈ, ਦੇਸ਼ ਦੇ ਲਈ ਕੀਤੀ ਹੈ, ਸ਼ਾਨ ਨਾਲ ਕੀਤਾ ਹੈ। ਸਿਰਫ ਤੇ ਸਿਰਫ ਨੇਸ਼ਨ ਫਸਟ, ਰਾਸ਼ਟਰ ਸਭ ਤੋਂ ਉੱਪਰ, ਇਸ ਭਾਵ ਨਾਲ ਕੀਤਾ ਹੈ। 2019 ਵਿੱਚ ਪਰਫਾਰਮੈਂਸ ਦੇ ਆਧਾਰ ਉੱਤੇ ਤੁਸੀਂ ਸਾਰਿਆਂ ਨੇ ਮੈਨੂੰ ਫੇਰ ਤੋਂ ਆਸ਼ੀਰਵਾਦ ਦਿੱਤਾ। ਪਰਿਵਰਤਨ ਦਾ ਵਾਅਦਾ ਮੈਨੂੰ ਇੱਥੇ ਲੈ ਆਇਆ, ਪਰਫਾਰਮੈਂਸ ਮੈਨੂੰ ਦੁਬਾਰਾ ਲੈ ਆਇਆ, ਅਤੇ ਆਉਣ ਵਾਲੇ 5 ਸਾਲ ਬੇਮਿਸਾਲ ਵਿਕਾਸ ਦੇ ਨੇ। 2047 ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸਭ ਤੋਂ ਵੱਡਾ ਸੁਨਹਿਰੀ ਪਲ ਆਉਣ ਵਾਲੇ 5 ਸਾਲ ਨੇ, ਅਤੇ ਅਗਲੀ ਵਾਰ 15 ਅਗਸਤ ਨੂੰ ਇਸੇ ਲਾਲ ਕਿਲ੍ਹੇ ਤੋਂ ਮੈਂ ਤੁਹਾਨੂੰ ਦੇਸ਼ ਦੀਆਂ ਉਪਲਬਧੀਆਂ, ਤੁਹਾਡੀ ਸਮਰੱਥਾ, ਤੁਹਾਡੇ ਸੰਕਲਪ, ਉਸ ਨਾਲ ਹੋਈ ਤਰੱਕੀ, ਉਸ ਦੀ ਜਿਹੜੀ ਸਫਲਤਾ ਹੈ, ਉਸ ਦੇ ਗੌਰਵ ਗਾਨ, ਉਸ ਤੋਂ ਵੀ ਜ਼ਿਆਦਾ ਆਤਮ ਵਿਸ਼ਵਾਸ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਮੇਰੇ ਪਿਆਰੇ ਪ੍ਰੀਏਜਨੋ, ਮੇਰੇ ਪਰਿਵਾਰਜਨੋ, ਮੈਂ ਤੁਹਾਡੇ ਵਿੱਚੋਂ ਹੀ ਆਉਂਦਾ, ਮੈਂ ਤੁਹਾਡੇ ਵਿੱਚੋਂ ਹੀ ਨਿਕਲਿਆ, ਮੈਂ ਤੁਹਾਡੇ ਲਈ ਹੀ ਜਿਉਂਦਾ। ਜੇਕਰ ਮੈਨੂੰ ਸੁਪਨਾ ਵੀ ਆਉਂਦਾ ਤਾਂ ਤੁਹਾਡੇ ਲਈ ਆਉਂਦਾ, ਜੇਕਰ ਮੈਂ ਪਸੀਨਾ ਵੀ ਵਹਾਉਂਦਾ ਤਾਂ ਤੁਹਾਡੇ ਲਈ ਵਹਾਉਂਦਾ, ਕਿਉਂਕਿ ਇਸ ਲਈ ਨਹੀਂ ਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ। ਮੈਂ ਇਸ ਲਈ ਕਰ ਰਿਹਾ ਕਿ ਤੁਸੀਂ ਮੇਰੇ ਪਰਿਵਾਰਕ ਮੈਂਬਰ ਹੋ। ਤੁਹਾਡੇ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਮੈਂ ਤੁਹਾਡੇ ਕਿਸੇ ਦੁੱਖ ਨੂੰ ਨਹੀਂ ਦੇਖ ਸਕਦਾ, ਮੈਂ ਤੁਹਾਡੇ ਸੁਪਨਿਆਂ ਨੂੰ ਚੂਰ-ਚੂਰ ਹੁੰਦੇ ਨਹੀਂ ਦੇਖ ਸਕਦਾ। ਮੈਂ ਤੁਹਾਡੇ ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਲਈ ਤੁਹਾਡਾ ਇੱਕ ਸਾਥੀ ਬਣ ਕੇ, ਤੁਹਾਡਾ ਇੱਕ ਸੇਵਕ ਬਣ ਕੇ, ਤੁਹਾਡੇ ਨਾਲ ਜੁੜੇ ਰਹਿਣ ਦਾ, ਤੁਹਾਡੇ ਨਾਲ ਜਿਉਣ ਦਾ, ਤੁਹਾਡੇ ਨਾਲ ਜੂਝਣ ਦਾ ਮੈਂ ਸੰਕਲਪ ਲੈ ਕੇ ਚੱਲਿਆ ਹੋਇਆ ਇਨਸਾਨ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਸਾਡੇ ਪੁਰਖਿਆਂ ਨੇ ਆਜ਼ਾਦੀ ਲਈ ਜਿਹੜਾ ਯੁੱਧ ਲੜਿਆ ਸੀ, ਜੋ ਸੁਪਨੇ ਦੇਖੇ ਸਨ, ਉਹ ਸੁਪਨੇ ਸਾਡੇ ਨਾਲ ਨੇ। ਆਜ਼ਾਦੀ ਦੀ ਲੜਾਈ ਵਿੱਚ ਜਿਨ੍ਹਾਂ ਨੇ ਬਲੀਦਾਨ ਦਿੱਤਾ ਸੀ, ਉਹਨਾਂ ਦੇ ਆਸ਼ੀਰਵਾਦ ਸਾਡੇ ਨਾਲ ਨੇ, ਅਤੇ 140 ਕਰੋੜ ਦੇਸ਼ ਵਾਸੀਆਂ ਨੂੰ ਇੱਕ ਅਜਿਹਾ ਮੌਕਾ ਆਇਆ, ਜਿਹੜਾ ਮੌਕਾ ਸਾਡੇ ਲਈ ਇੱਕ ਬਹੁਤ ਵੱਡਾ ਸਹਾਰਾ ਲੈ ਕੇ ਆਇਆ ਹੈ। ਅਤੇ ਇਸ ਲਈ ਮੇਰੇ ਪਿਆਰੇ ਪ੍ਰੀਏਜਨੋ, ਅੱਜ ਜਦੋਂ ਮੈਂ ਅੰਮ੍ਰਿਤ ਕਾਲ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਅੰਮ੍ਰਿਤ ਕਾਲ ਦਾ ਪਹਿਲਾ ਸਾਲ ਹੈ। ਇਹ ਅੰਮ੍ਰਿਤ ਕਾਲ ਦੇ ਪਹਿਲੇ ਸਾਲ ਉੱਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਅਤੇ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ, ਚਲਤਾ ਚਲਾ ਥਾ ਕਾਲ ਚੱਕਰ, ਅੰਮ੍ਰਿਤ ਕਾਲ ਕਾ ਭਾਲ ਚੱਕਰ, सबके सपने अपने सपने, सबके सपने अपने सपने, पनपे सपने सारे, धीर चले धीर चले धीर चले, वीर चले चले युवा हमारे, धीर चले वीर चले चले युवा हमारे। नीति सही रीति नहीं, नीति सही रीति नहीं, गति सही राहें नहीं। चुनो चुनौती सीना तान, चुनो चुनौती सीना तान, जग में बढ़ाओ देश का नाम। मेरे प्यारे परिवारजनों, हिंदुस्तान ਦੇ ਕੋਨੇ-ਕੋਨੇ ਵਿੱਚ ਬੈਠੇ ਮੇਰੇ ਪਰਿਵਾਰਜਨ, ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਵਸੇ ਮੇਰੇ ਪਰਿਵਾਰਜਨ, ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦੇ ਪਵਿੱਤਰ ਦਿਹਾੜੇ ਦੀ ਇੱਕ ਵਾਰ ਫੇਰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਲਈ ਕਰਤੱਵ ਕਾਲ ਹੈ। ਇਹ ਅੰਮ੍ਰਿਤ ਕਾਲ
ਸਾਨੂੰ ਸਾਰਿਆਂ ਨੂੰ ਮਾਂ ਭਾਰਤੀ ਲਈ ਕੁਝ ਕਰ ਗੁਜ਼ਰਨ ਦਾ ਕਾਲ ਹੈ। ਆਜ਼ਾਦੀ ਦਾ ਜਦੋਂ ਯੁੱਧ ਚੱਲ ਰਿਹਾ ਸੀ, 1947 ਤੋਂ ਪਹਿਲਾਂ ਜਿਹੜੀ ਪੀੜ੍ਹੀ ਨੇ ਜਨਮ ਲਿਆ ਸੀ, ਉਹਨਾਂ ਨੂੰ ਦੇਸ਼ ਲਈ ਮਰਨ ਦਾ ਮੌਕਾ ਮਿਲਿਆ ਸੀ। ਉਹ ਦੇਸ਼ ਲਈ ਮਰਨ ਦਾ ਮੌਕਾ ਨਹੀਂ ਛੱਡਦੇ ਸੀ, ਪਰ ਸਾਡੇ ਨਸੀਬ ਵਿੱਚ ਦੇਸ਼ ਲਈ ਮਰਨ ਦਾ ਮੌਕਾ ਨਹੀਂ ਹੈ। ਪਰ ਸਾਡੇ ਲਈ ਦੇਸ਼ ਲਈ ਜਿਉਣ ਦਾ ਇਸ ਤੋਂ ਵੱਡਾ ਕੋਈ ਅਵਸਰ ਨਹੀਂ ਹੈ। ਸਾਨੂੰ ਪਲ ਪਲ ਦੇਸ਼ ਲਈ ਜਿਉਣਾ ਹੈ। ਇਸੇ ਸੰਕਲਪ ਨਾਲ ਇਸ ਅੰਮ੍ਰਿਤ ਕਾਲ ਵਿੱਚ 140 ਕਰੋੜ ਦੇਸ਼ ਵਾਸੀਆਂ ਦੇ ਸੁਪਨੇ ਸੰਕਲਪ ਵੀ ਬਣਾਉਣੇ ਨੇ। 140 ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਨੂੰ ਸਿੱਧੀ ਵਿੱਚ ਪਰਿਵਰਤਿਤ ਕਰਨਾ ਹੈ ਤੇ 2047 ਦਾ ਜਦੋਂ ਤਿਰੰਗਾ ਝੰਡਾ ਲਹਿਰਾਏਗਾ ਤਾਂ ਸੰਸਾਰ ਇੱਕ ਵਿਕਸਿਤ ਭਾਰਤ ਦਾ ਗੁਣਗਾਨ ਕਰਦਾ ਹੋਏਗਾ। ਇਸੇ ਵਿਸ਼ਵਾਸ ਦੇ ਨਾਲ, ਇਸੇ ਸੰਕਲਪ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾ, ਬਹੁਤ ਬਹੁਤ ਵਧਾਈ ਦਿੰਦਾ ਹਾਂ। ਜੈ ਹਿੰਦ, ਜੈ ਹਿੰਦ, ਜੈ ਹਿੰਦ। भारत माता की जय, भारत माता की जय, भारत माता की जय। वंदे मातरम, वंदे मातरम, वंदे मातरम। बहुत बहुत धन्यवाद।